ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜੀਤ ਸਿੰਘ ਤੇ ਸਵਾਗਤ ਕਰ ਰਿਹਾ ਤੁਹਾਡੇ ਸਾਰਿਆਂ ਦਾ ਇਸ ਖਾਸ ਲਾਈਵ ਸ਼ੋਅ ਦੇ ਵਿੱਚ। ਦੇਖੋ ਜੀ, ਇਲੈਕਸ਼ਨ ਕਮਿਸ਼ਨ ਨੇ ਜਿਹੜੀ ਸਿਆਸੀ ਰੈਲੀਆਂ ਨੇ ਜਾਂ ਫਿਰ ਸਿਆਸੀ ਕੋਈ ਵੀ ਗੱਠਜੋੜ ਹੋ ਰਿਹਾ ਕਿਤੇ ਨਾ ਕਿਤੇ, ਜਾਂ ਲੋਕੀ ਇਕੱਠੇ ਹੋ ਰਹੇ ਨੇ ਸਿਆਸੀ ਸਮੱਸਿਆਵਾਂ ਨੂੰ ਲੈ ਕੇ ਡਿਸਕਸ ਕਰਨ ਦੇ ਲਈ, ਉਹਦੇ ਉੱਤੇ ਕਿਤੇ ਨਾ ਕਿਤੇ ਪਾਬੰਦੀਆਂ ਲਗਾ ਰੱਖੀਆਂ ਨੇ ਜੀ। ਪਰ ਫਿਰ ਵੀ ਕੁਝ ਅਜਿਹੇ ਆਗੂ ਨੇ ਜਿਹੜੇ ਕਿ ਚਾਹੁੰਦੇ ਨੇ ਕਿ ਪਾਬੰਦੀਆਂ ਨੂੰ ਵੀ ਮੱਦੇਨਜ਼ਰ ਰੱਖਿਆ ਜਾਵੇ, ਪਰ ਅਸੀਂ ਆਡੀਅנס ਦੇ ਨਾਲ, ਅਸੀਂ ਆਪਣੀ ਜਨਤਾ ਦੇ ਨਾਲ ਵੀ ਕਨੈਕਟ ਕਰੀਏ, ਉਹਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਵੀ ਬੜੀਆਂ ਜ਼ਰੂਰੀ ਨੇ ਜੀ। ਇਲੈਕਸ਼ਨਸ ਬਿਲਕੁਲ ਨਜ਼ਦੀਕ ਨੇ ਜੀ, ਤੇ ਕੁਝ ਅਜਿਹੇ ਆਗੂ ਨੇ ਜਿਹੜੇ ਇਹ ਸੋਚ ਰੱਖਦੇ ਨੇ ਕਿ ਸਾਨੂੰ ਲੋਕਾਂ ਦੀਆਂ ਸਮੱਸਿਆਵਾਂ ਕਿਸੇ ਨਾ ਕਿਸੇ ਢੰਗ ਨਾਲ ਸੁਣਨੀਆਂ ਬੇਹੱਦ ਜ਼ਰੂਰੀਆਂ ਨੇ। ਸੋ ਅੱਜ ਡਿਜੀਟਲ ਵਰਲਡ ਹੈ ਜੀ, ਹਰ ਕੋਈ ਆਪਣੇ ਆਪਣੇ ਫੋਨਸ ਦੇ ਉੱਤੇ ਲਾਈਵ ਹਰ ਇੱਕ ਨੂੰ ਦੇਖ ਰਿਹਾ, ਹਰ ਇੱਕ ਦੀ ਸੋਚ ਨੂੰ ਪਰਖ ਰਿਹਾ, ਸੁਣ ਵੀ ਰਿਹਾ ਜੀ। ਸੋ ਸ਼੍ਰੋਮਣੀ ਅਕਾਲੀ ਦਲ ਨੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਇਹ ਪਹਿਲ ਕੀਤੀ ਹੈ ਕਿ ਵਰਚੁਅਲੀ ਆਪਣੀ ਲੋਕਾਂ ਦੇ ਨਾਲ, ਆਪਣੇ ਹਲਕੇ ਦੇ ਲੋਕਾਂ ਨਾਲ, ਵੋਟਰਸ ਦੇ ਨਾਲ ਕਨੈਕਟ ਕੀਤਾ ਜਾਵੇ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇ। ਅੱਜ ਅਸੀਂ ਲਾਈਵ ਜਿਹੜੀ ਵੋਟਰਸ ਦੇ ਨਾਲ ਕਨੈਕਟ ਕਰ ਰਹੇ ਹਾਂ, ਉਹ ਹੈ ਜੀ ਵਿਧਾਨ ਸਭਾ ਹਲਕਾ ਖਰੜ ਤੋਂ, ਜਿੱਥੇ ਕਿ 2,62,000 ਦੇ ਕਰੀਬ ਵੋਟਰਸ ਹੈਗੇ ਨੇ ਜੀ, ਪਰ ਉਹਨਾਂ ਨੂੰ ਸੁਣਨ ਵਾਲਾ ਇੱਕ ਵੀ ਆਗੂ ਨਹੀਂ ਹੈਗਾ। ਪਿਛਲੀਆਂ ਜਿਹੜੀਆਂ ਇਲੈਕਸ਼ਨਸ ਹੋਈਆਂ ਸੀਗੀਆਂ, ਉਹਨਾਂ ਵਿੱਚ ਬੜੀਆਂ ਹੀ ਆਸ਼ਾਵਾਂ ਨਾਲ, ਬੜੇ ਹੀ ਜੋਸ਼ ਦੇ ਨਾਲ ਆਪ ਦੇ ਉਮੀਦਵਾਰ ਨੂੰ ਚੁਣਿਆ ਗਿਆ, ਪਰ ਫਿਲਹਾਲ ਉਹ ਉਮੀਦਵਾਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਲੋਕੀ ਕਿੱਥੇ ਜਾਣ ਆਪਣੀਆਂ ਪ੍ਰੋਬਲਮਸ ਨੂੰ ਲੈ ਕੇ, ਕਿਹਨੂੰ ਸੁਣਾਉਣ, ਕਿਹਨੂੰ ਕਹਿਣ ਕਿ ਇੱਥੇ ਆਹ ਪ੍ਰੋਬਲਮ ਹੈ। ਤੇ ਪ੍ਰੋਬਲਮਸ ਅਜਿਹੀਆਂ ਨੇ ਜਿਹੜੀਆਂ ਕਿ ਸਾਰਿਆਂ ਸਾਹਮਣੇ ਦਿਖਦੀਆਂ ਨੇ। ਜੇ ਇਕੱਲੇ ਖਰੜ ਦੀ ਆਪਾਂ ਗੱਲ ਕਰੀਏ, ਖਰੜ ਦੇ ਵਿੱਚ ਤੁਸੀਂ ਲੰਘਦੇ ਵੜਦੇ ਹੋ, ਸਭ ਤੋਂ ਪਹਿਲੀ ਪ੍ਰੋਬਲਮ ਹੈ ਜੀ ਟ੍ਰੈਫਿਕ ਦੀ। ਉੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਕਿ ਹਾਲੇ ਤੱਕ ਕਿਸੇ ਨੇ ਨਾ ਸੁਣੀ ਹੈ, ਨਾ ਸੁਲਝਾਈ ਗਈ ਹੈ ਜੀ। ਤੇ ਉਹ ਤੋਂ ਬਾਅਦ ਜਿਹੜੀ ਪ੍ਰੋਬਲਮ ਆਉਂਦੀ ਹੈ, ਹਸਪਤਾਲ ਹੈਗੇ ਨੇ ਪਰ ਹਸਪਤਾਲਾਂ ਦੇ ਵਿੱਚ ਸਹੂਲਤਾਂ ਨਹੀਂ ਹੈਗੀਆਂ, ਸਕੂਲਾਂ ਦੇ ਵਿੱਚ ਸਹੂਲਤਾਂ ਨਹੀਂ ਹੈਗੀਆਂ। ਖਰੜ ਹਲਕਾ ਚੰਡੀਗੜ੍ਹ ਦੇ ਬਹੁਤ ਨਜ਼ਦੀਕ ਲੱਗਦਾ। ਚੰਡੀਗੜ੍ਹ ਮੋਸਟ ਬਿਊਟੀਫੁਲ ਸਿਟੀ ਹੈ ਜੀ ਪੂਰੇ ਏਸ਼ੀਆ ਦੀ, ਪਰ ਜੇ ਇਕੱਲੇ ਖਰੜ ਦੀ ਆਪਾਂ ਗੱਲ ਕਰੀਏ, ਬਹੁਤ ਨਜ਼ਦੀਕ ਹੈ ਚੰਡੀਗੜ੍ਹ ਦੇ, ਪਰ ਸਹੂਲਤਾਂ ਵਾਈਜ਼ 50 ਸਾਲ ਕਿਤੇ ਪਿੱਛੇ ਹੈ ਜੀ। ਕਮੀ ਉਮੀਦਵਾਰ ਦੀ ਹੈਗੀ ਹੈ, ਚੰਗੇ ਆਗੂ ਦੀ ਹੈ ਜੀ। ਇਹਨੂੰ ਲੈ ਕੇ ਅੱਜ ਆਪਾਂ ਡਿਸਕਸ ਕਰਾਂਗੇ। ਨਾਲ ਦੀ ਨਾਲ ਖਰੜ ਦੇ ਜਿਹੜੇ ਹੋਰ ਬਲਾਕਸ ਨੇ, ਮਾਜਰੀ ਬਲਾਕ ਹੈਗਾ, ਉੱਥੇ ਬਹੁਤ ਸਾਰੀਆਂ ਪ੍ਰੋਬਲਮਸ ਨੇ। ਪਾਣੀ ਦੀ ਸਭ ਤੋਂ ਵੱਡੀ ਕਿੱਲਤ ਹੈ ਜੀ, ਜਿਹੜੀ ਹਲੇ ਤੱਕ ਕਿਸੇ ਨੇ ਸੁਲਝਾਈ ਨਹੀਂ ਹੈਗੀ, ਉਹਦੇ ਉੱਤੇ ਵੀ ਆਪਾਂ ਗੱਲ ਕਰਨੀ ਆ। ਫਿਰ ਨਏ ਗਾਉਂ ਦੀ ਗੱਲ ਕਰਾਂਗੇ, ਉਹ ਵੀ ਚੰਡੀਗੜ੍ਹ ਦੇ ਜਮਾ ਹੀ ਨਾਲ ਲੱਗਦਾ, ਪਰ ਉੱਥੇ ਦੀਆਂ ਪ੍ਰੋਬਲਮ ਸਾਰਿਆਂ ਦੇ ਸਾਹਮਣੇ ਨੇ। ਨਾ ਤਾਂ ਉਹ ਸ਼ਹਿਰ ਵਿੱਚ ਕਾਊਂਟ ਹੁੰਦਾ, ਨਾ ਹੀ ਪਿੰਡ ਵਿੱਚ ਕਾਊਂਟ ਹੁੰਦਾ। ਸੋ ਜਿਹੜੀਆਂ ਉੱਥੇ ਦੀਆਂ ਪ੍ਰੋਬਲਮਸ ਨੇ, ਅੱਜ ਉੱਥੇ ਦੇ ਵੋਟਰਸ ਤੋਂ ਆਪਾਂ ਲਾਈਵ ਇਸ ਪ੍ਰੋਗਰਾਮ ਦੇ ਜ਼ਰੀਏ ਪੁੱਛਾਂਗੇ। ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਸਾਡੇ ਨਾਲ ਨੇ ਜੀ, ਉਹਨਾਂ ਨਾਲ ਗੱਲ ਕਰਾਂਗੇ। ਨਾਲ ਦੀ ਨਾਲ ਹਲਕਾ ਉਮੀਦਵਾਰ ਰਣਜੀਤ ਸਿੰਘ ਗਿੱਲ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਜੀ। ਸੋ ਬਾਦਲ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ, ਤੇ ਰਣਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਇਹ ਪ੍ਰੋਗਰਾਮ ਲਾਈਵ ਹੈ ਜੀ। ਮੈਂ ਕਹਿੰਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਪਹਿਲ ਹੈ। ਪੂਰੇ ਹਿੰਦੁਸਤਾਨ ਦੇ ਵਿੱਚੋਂ ਕੋਈ ਵੀ ਪਾਰਟੀ ਨੇ ਅਜਿਹਾ ਕਦਮ ਨਹੀਂ ਚੁੱਕਿਆ ਹੈਗਾ ਕਿ ਲਾਈਵ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਉਹਨਾਂ ਨੂੰ ਵੀ ਧਿਆਨ ਵਿੱਚ ਰੱਖਣਾ ਤੇ ਆਪਣੇ ਲੋਕਾਂ ਦੀ ਗੱਲ ਵੀ ਸੁਣਨੀ ਹੈ ਜੀ। ਰਣਜੀਤ ਜੀ, ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਾਂਗੇ, ਕਿਉਂਕਿ ਤੁਹਾਡਾ ਤੁਸੀਂ ਉੱਧਰ ਦੇ ਉਮੀਦਵਾਰ ਹੋ, ਹੈ ਨਾ। ਖਰੜ ਤੁਹਾਡਾ ਹਲਕਾ ਹੈਗਾ, 20 ਸਾਲ ਤੋਂ ਤੁਸੀਂ ਖਰੜ ਦੇ ਵਿੱਚ ਹੀ ਰਹੇ ਹੋ, ਉੱਥੇ ਦੀ ਡਿਵੈਲਪਮੈਂਟ ਨੂੰ ਬਹੁਤ ਕਲੋਜ਼ਲੀ ਫੋਲੋ ਅਪ ਕੀਤਾ ਹੈ। ਡਿਵੈਲਪਮੈਂਟ ਹੋਈ ਹੈ, ਨਹੀਂ ਹੋਈ, ਉਹ ਵੀ ਤੁਸੀਂ ਕਲੋਜ਼ਲੀ ਦੱਸ ਸਕਦੇ ਹੋ। ਇਨਫੈਕਟ ਮੈਂ ਜੇ ਆਪਣੇ ਵੱਲੋਂ ਤੁਹਾਡਾ ਇੱਕ ਪੁਆਇੰਟ ਆਫ ਵਿਊ ਰੱਖਾਂ ਤਾਂ ਤੁਸੀਂ ਕਰੋਨਾ ਦੇ ਦੌਰਾਨ ਬਹੁਤ ਹੈਲਪ ਆਊਟ ਕੀਤੀ ਹੈ। ਸੋ ਆਈ ਐਮ ਐਕਚੁਅਲੀ ਦਿਲੋਂ ਥੈਂਕਫੁਲ ਹਾਂ ਉਸ ਚੀਜ਼ ਦੇ ਲਈ। ਤੇ ਹੁਣ ਆਪਾਂ ਹੌਲੀ ਹੌਲੀ ਕਨੈਕਟ ਵੀ ਕਰਦੇ ਜਾਵਾਂਗੇ, ਪਰ ਫਿਲਹਾਲ ਤੁਸੀਂ ਖਰੜ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿੱਦਾਂ ਉੱਥੇ ਦੇ ਵੋਟਰਸ ਕੀ ਉਮੀਦਾਂ ਰੱਖ ਰਹੇ ਨੇ ਉਮੀਦਵਾਰ ਤੋਂ? ਦੇਖੋ, ਪਿਛਲੇ ਜਿਹੜੇ 5 ਸਾਲ ਲੰਘੇ ਨੇ, ਇਹ ਖਰੜ ਦੀ ਬਦਕਿਸਮਤੀ ਰਹੀ ਹੈ ਵੀ ਜਿੰਨੇ ਉਤਸ਼ਾਹ ਦੇ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਇੱਥੋਂ ਜਿਹੜਾ ਕੈਂਡੀਡੇਟ ਜਿਤਾਇਆ ਸੀ, ਹਾਂਜੀ, ਨੁਮਾਇੰਦਾ ਚੁਣਿਆ ਸੀ, ਉਹ 5 ਸਾਲ ਕਿਤੇ ਵੀ ਨਜ਼ਰ ਨਹੀਂ ਆਇਆ ਹਲਕੇ ਦੇ ਵਿੱਚ। ਸੋ ਲੋਕਾਂ ਨੇ ਬੜਾ 5 ਸਾਲ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਹੈ ਵੀ ਜਿੰਨੇ ਉਤਸ਼ਾਹ ਨਾਲ ਅਸੀਂ ਉਮੀਦਾਂ ਨਾਲ ਅਸੀਂ ਉਹਨੂੰ ਜਿਹੜਾ ਜਿਤਾਇਆ ਸੀ, ਪਰ ਉਹ ਕਿਸੇ ਦੇ ਦੁੱਖ ਸੁੱਖ 'ਚ, ਕਿਸੇ ਕੰਮਕਾਰ 'ਚ ਉਹ ਕਿਤੇ ਮਤਲਬ ਨਹੀਂ ਦਿਖਿਆ। ਈਵਨ ਜਦੋਂ ਸਭ ਤੋਂ ਮਾੜਾ ਸਮਾਂ ਹੁਣ ਕਰੋਨਾ ਟਾਈਮ ਦਾ ਆਇਆ, ਹਾਂਜੀ, ਜਦੋਂ ਲੋੜ ਸੀ ਨੁਮਾਇੰਦਿਆਂ ਦੀ, ਚੁਣੇ ਹੋਏ ਨੁਮਾਇੰਦਿਆਂ ਦੀ ਔਰ ਸਰਕਾਰ ਦੇ ਨੁਮਾਇੰਦਿਆਂ ਦੀ, ਤੇ ਇਹਨਾਂ ਨੇ ਆਪਣੇ ਘਰਾਂ ਦੇ ਬਾਹਰ ਲਿਖ ਕੇ ਲਾਤਾ ਸੀ ਵੀ ਪਬਲਿਕ ਡੀਲਿੰਗ ਬੰਦ ਹੈ। ਲੇਕਿਨ ਅਸੀਂ ਉਦੋਂ ਅਸੀਂ ਬਾਹਰ ਨਿਕਲੇ, ਅਸੀਂ ਆ ਕੇ ਲੋਕਾਂ ਦੇ ਵਿੱਚ ਪੂਰੇ 5 ਸਾਲ ਦਾ ਮੇਰਾ ਹਲਕੇ 'ਚ, ਤੁਹਾਨੂੰ ਆਪ ਹਲਕਾ ਵਾਸੀ ਦੱਸਣਗੇ, ਰਿਕਾਰਡ ਹੈ, ਮੈਂ ਇੱਕ ਦਿਨ ਵੀ ਹਲਕੇ ਤੋਂ ਬਾਹਰ ਨਹੀਂ ਰਿਹਾ, ਇਨ ਟੱਚ ਰਿਹਾ ਆਪਣੇ ਹਲਕੇ ਦੇ ਵਿੱਚ, ਹਰ ਦੇ ਦੁੱਖ ਸੇ ਸੁੱਖ ਦੇ। ਮਾੜਾ ਸਮਾਂ ਜਦੋਂ ਕਰੋਨਾ ਟਾਈਮ ਦਾ ਜੋ ਤੁਸੀਂ ਪੁੱਛਿਆ ਆਇਆ, ਹਾਂਜੀ, ਅਸੀਂ ਉਦੋਂ ਬਾਹਰ ਨਿਕਲੇ ਜਦੋਂ ਅਸੀਂ ਦੇਖਿਆ ਵਟਸਐਪ ਗਰੁੱਪਾਂ 'ਤੇ ਵੀ ਲੋਕ, ਛੋਟੇ ਬੱਚੇ ਰੋ ਰਹੇ ਨੇ, ਲੇਡੀਜ਼ ਰੋ ਰਹੀਆਂ ਨੇ, ਕਿਉਂਕਿ ਇੱਥੇ ਲੇਬਰ ਬਹੁਤ ਹੈ, ਕੰਸਟਰਕਸ਼ਨ ਦਾ ਕੰਮ ਚੱਲਦਾ, ਲੇਬਰ ਬਹੁਤ ਹੈ, ਉਹ ਰੋਜ਼ ਕਮਾ ਕੇ ਖਾਂਦੇ ਸੀ। ਸੋ ਜਦੋਂ ਅਸੀਂ ਦੇਖਿਆ ਵੀ ਉਹ ਰੋਟੀ ਤੋਂ ਵੀ ਭੁੱਖੇ ਬੈਠੇ ਨੇ, ਅਸੀਂ ਬਾਹਰ ਨਿਕਲੇ, ਅਸੀਂ ਗਿਲਕੋ ਰਸੋਈ ਗਿਲਕੋ ਵਾਸੀਆਂ ਦੇ ਸਹਿਯੋਗ ਨਾਲ ਬਣਾਈ।
ਡੇਲੀ 5000 ਬੰਦੇ ਦਾ ਲੰਗਰ ਤਿਆਰ ਕਰਕੇ ਅਸੀਂ 50 ਦਿਨ 2.5 ਲੱਖ ਬੰਦੇ ਨੂੰ ਲੰਗਰ ਛਕਾਇਆ ਤੇ ਅਸੀਂ ਪੂਰਾ ਹਲਕਾ 2 ਵਾਰ ਸੈਨੀਟਾਈਜ਼ ਕੀਤਾ, ਜਿੱਥੇ ਲੋੜ ਪੈਂਦੀ 3 ਵਾਰ ਵੀ ਕੀਤਾ। ਅਸੀਂ ਵੱਡੀ ਮਸ਼ੀਨ ਲਿਆ ਕੇ ਉਹਨੂੰ ਸੈਨੀਟਾਈਜ਼ ਕੀਤਾ। ਸੈਕੰਡ ਵੇਵ ਦੇ ਵਿੱਚ ਜਦੋਂ ਆਕਸੀਜਨ ਤੇ ਵੈਂਟੀਲੇਟਰਾਂ ਦੀ ਪ੍ਰੋਬਲਮ ਆਈ ਹੈ ਤੇ ਅਸੀਂ 25 ਬਿਸਤਰਿਆਂ ਦਾ ਫ੍ਰੀ ਹਸਪੀਟਲ ਖੋਲ੍ਹਿਆ, ਜਿਹਦੇ 'ਚ ਹਰ ਟਾਈਮ ਡਾਕਟਰ ਤੇ ਜਿਹੜੀਆਂ ਨਰਸਾਂ ਮੌਜੂਦ ਰਹਿੰਦੇ ਸੀ। ਸੁੱਕਾ ਰਾਸ਼ਨ, ਪੀਪੀ ਕਿੱਟਾਂ, ਸਾਡੇ ਉੱਪਰਲੇ ਪਿੰਡਾਂ 'ਚ ਹੜ੍ਹ ਆਏ, ਉੱਥੇ ਅਸੀਂ ਲੋਕਾਂ ਨੂੰ 6-6 ਮਹੀਨੇ ਦਾ ਰਾਸ਼ਨ, ਉਹਨਾਂ ਦੇ ਪਸ਼ੂਆਂ ਦਾ ਜੋ ਚਾਰੇ ਦਾ ਪ੍ਰਬੰਧ ਕੀਤਾ, ਉਹਨਾਂ ਨੂੰ ਮਾਲੀ ਸਹਾਇਤਾ ਕੀਤੀ। ਕਿਤੇ ਧਾਰਮਿਕ ਪ੍ਰੋਗਰਾਮ, ਕਿਤੇ ਖੇਡ ਮੇਲੇ, ਮਤਲਬ ਅਸੀਂ 5 ਸਾਲ ਜਿਹੜਾ ਲੋਕਾਂ ਦੇ ਵਿੱਚ ਵਿਚਰੇ ਹਾਂ। ਔਰ ਉਹੀ ਹੈ ਵੀ ਅੱਜ ਲੋਕ ਦਿਲੋਂ ਜਿਹੜਾ ਪਿਆਰ ਤੇ ਸਤਿਕਾਰ ਦੇ ਰਹੇ। ਵਾਕਈ ਇਹ ਬੜੀ ਸ਼ਰਮਨਾਕ ਜੀ ਇੱਕ ਗੱਲ ਹੈ ਜੀ ਕਿ ਕੋਈ ਵੀ ਹਲਕਾ ਹੋਵੇ ਉਹਦੇ ਵੋਟਰਸ ਕਿਹਦੇ ਕੋਲ ਜਾਣ, ਮਤਲਬ ਲਵਾਰਿਸ ਇੱਕ ਤਰ੍ਹਾਂ ਦਾ ਇਹ ਜਿਹੜਾ ਹਲਕਾ ਪਿਆ ਖਰੜ ਬਹੁਤ ਵੱਡਾ ਇੱਕ ਹਲਕਾ ਹੈ ਜੀ। ਬੱਸ ਸਟੈਂਡ ਦੀ ਸਭ ਤੋਂ ਵੱਡੀ ਸਮੱਸਿਆ ਮੇਰੇ ਖਿਆਲ 'ਚ ਇੱਕ ਮੁੱਢਲੀ ਇੱਕ ਲੋੜ ਹੁੰਦੀ ਹੈ ਜੀ ਹਰੇਕ ਜਿਹੜਾ ਨਗਰ ਵਾਸੀ ਹੈ ਕਿ ਬੱਸ ਸਟੈਂਡ ਤਾਂ ਘੱਟੋ ਘੱਟ ਚੰਗਾ ਹੋਵੇ, ਜਿੱਥੇ ਅਸੀਂ ਆਪਣੀ ਹੈ ਨਾ ਵੀ ਆਪਾਂ ਸਵਾਰੀਆਂ ਨੇ ਚੜ੍ਹਨਾ ਉੱਥੋਂ ਦੀ, ਤੇ ਅਸੀਂ ਹਰ ਕੋਈ ਉੱਥੋਂ ਲੰਘਦਾ ਵੜਦਾ, ਇੱਕ ਮਿਡ ਪਲੇਸ ਪੈ ਜਾਂਦਾ ਖਰੜ ਮੇਰੇ ਖਿਆਲ ਦੇ ਵਿੱਚ, ਤੇ ਬੱਸ ਸਟੈਂਡ ਵੀ ਅੱਜ ਤੱਕ ਉੱਥੇ ਸੁਧਰਿਆ ਕਦੇ ਵੀ ਨਜ਼ਰ ਨਹੀਂ ਆਇਆ ਜੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਨ੍ਹਾਂ ਦੇ ਉੱਤੇ ਅੱਜ ਆਪਾਂ ਗੱਲ ਵੀ ਕਰਾਂਗੇ। ਲਾਈਵ ਦੇ ਜਿਹੜੇ ਵੋਟਰਸ ਨੇ ਉਹਨਾਂ ਤੋਂ ਵੀ ਪੁੱਛਾਂਗੇ। ਤੇ ਬਾਦਲ ਸਾਹਿਬ, ਇਹ ਲਾਈਵ ਅੱਜ ਤੁਹਾਨੂੰ ਕਿਉਂਕਿ ਇਲੈਕਸ਼ਨ ਕਮਿਸ਼ਨਸ ਦੀਆਂ ਹਦਾਇਤਾਂ ਵੀ ਹੈਗੀਆਂ ਨੇ, ਲਿਮਿਟੇਸ਼ਨਸ ਵੀ ਨੇ, ਪਰ ਇਹ ਓਬਵੀਅਸਲੀ ਤੁਹਾਡੀ ਸੋਚ ਹੈਗੀ ਹੈ ਕਿ ਲਾਈਵ ਤੁਸੀਂ ਕਿਹਾ ਵੀ ਕਨੈਕਟ ਕਰਨਾ ਚਾਹੁੰਦੇ ਹੋ, ਪ੍ਰੋਬਲਮਸ ਨੂੰ ਪੁੱਛਣਾ ਚਾਹੁੰਦੇ ਹੋ। ਸੋ ਇਸ ਲਾਈਵ ਜਿਹੜੀ ਆਪਾਂ ਆਡੀਅנס ਨਾਲ ਇੰਟਰੈਕਸ਼ਨ ਕਰਨੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਆਈ ਥਿੰਕ ਬਹੁਤ ਵਧੀਆ ਉਪਰਾਲਾ, ਕਿਉਂਕਿ ਇਲੈਕਸ਼ਨ ਦੇ ਵਿੱਚ ਜੇ ਅਸੀਂ ਵੱਡੀ ਰੈਲੀਆਂ ਕਰਾਂਗੇ, ਵੱਡੀਆਂ ਮੀਟਿੰਗਾਂ ਕਰਾਂਗੇ ਤੇ ਇਹ ਬਿਮਾਰੀ ਫੈਲਣ ਦਾ ਜ਼ਿਆਦਾ ਚਾਂਸ ਹੈ। ਤੇ ਹੁਣ ਇਲੈਕਸ਼ਨ ਹੈ, ਇਲੈਕਸ਼ਨ ਦੇ ਵਿੱਚ ਤੁਹਾਨੂੰ ਜਨਤਾ ਦੀਆਂ ਮੁਸ਼ਕਲਾਂ ਵੀ ਸੁਣਨੀਆਂ, ਉਹਨਾਂ ਨੂੰ ਆਪਣੇ ਵਿਊਜ਼ ਵੀ ਦੱਸਣੇ ਹੈ। ਹਾਂਜੀ, ਤੇ ਆ ਇੱਕ ਬਹੁਤ ਵਧੀਆ ਮੀਡੀਅਮ ਹੈ ਜਿਸ ਨਾਲ ਆਪਾਂ ਲਾਈਵ ਹੀ ਆਪਾਂ ਉਹਨਾਂ ਨਾਲ ਡਿਸਕਸ ਕਰ ਸਕਦੇ ਹਾਂ, ਉਹਨਾਂ ਨੂੰ ਦੇਖ ਸਕਦੇ ਹਾਂ, ਉਹਨਾਂ ਦੇ ਵਿਚਾਰ ਸੁਣ ਸਕਦੇ ਹਾਂ, ਨਾਲ ਦੇ ਨਾਲ ਜੋ ਤੁਹਾਡੇ ਵਿਊਜ਼ ਹੈ ਉਹ ਨਾਲ ਦੇ ਨਾਲ ਦੱਸ ਵੀ ਸਕਦੇ ਹਾਂ। ਐਗਜ਼ੈਕਟਲੀ। ਮੈਂ ਫਿਰ ਤੋਂ ਕਹਿ ਰਿਹਾ ਇੱਥੇ ਕਿ ਅਸੀਂ ਇਹ ਨਹੀਂ ਕਹਿਣ ਆਏ ਹੈਗੇ ਕਿ ਵੀ ਤੁਸੀਂ ਸਾਨੂੰ ਵੋਟ ਪਾਓ, ਮਤਲਬ ਕਿ ਇੱਥੇ ਬਾਦਲ ਸਾਹਿਬ ਇਹ ਕਹਿਣ ਨਹੀਂ ਆਏ ਹੈਗੇ ਤੁਸੀਂ ਇਹਨਾਂ ਨੂੰ ਵੋਟ ਕਿਉਂ ਪਾਓ, ਇਹ ਤੁਸੀਂ ਪੁੱਛਣਾ ਜੀ। ਕਿਉਂ ਤੁਸੀਂ ਚਾਹੁੰਦੇ ਕਿ ਐਤਕੀ ਜਿਹੜਾ ਉਮੀਦਵਾਰ ਖਾਸ ਤੌਰ ਤੇ ਖਰੜ ਹਲਕੇ ਤੋਂ ਹੈਗਾ ਕਿ ਕਿਉਂਕਿ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀਗਾ, ਵਾਅਦੇ ਵੀ ਹੋਏ ਸੀ, ਵਿਸ਼ਵਾਸ ਦੀ ਗੱਲ ਵੀ ਸੀਗੀ, ਤੇ ਤੁਸੀਂ ਜਿਤਾਇਆ ਵੀ ਸੀਗਾ, ਆਪ ਦੇ ਉਮੀਦਵਾਰ ਸੀਗੇ ਉੱਥੋਂ ਦੀ, ਪਰ ਹਲੇ ਕਿਤੇ ਵੀ ਉਹ ਨਜ਼ਰ ਨਹੀਂ ਆ ਰਹੇ ਹੈਗੇ, ਕਿਤੇ ਵੀ ਨੋਟਿਸ ਦੇ ਵਿੱਚ ਨਹੀਂ ਹੈਗੇ। ਤੁਸੀਂ ਡਾਇਰੈਕਟਲੀ ਰਣਜੀਤ ਸਿੰਘ ਨੂੰ ਵੀ ਪੁੱਛ ਸਕਦੇ ਆ ਕਿਉਂ ਤੇ ਕਿਵੇਂ ਅਸੀਂ ਤੁਹਾਡੇ ਤੇ ਵਿਸ਼ਵਾਸ ਕਰੀਏ। ਤੇ ਆਪਾਂ ਲਾਈਵ ਲਈਏ ਜੀ, ਫਿਰ ਆਪਣੀ ਆਡੀਅנס ਤੋਂ ਸਵਾਲ ਲਈਏ। ਤੇ ਸਵਾਲ ਤੁਹਾਡੇ ਤੋਂ ਮੈਂ ਪਰਸਨਲੀ ਵੀ ਜਾਣਨਾ ਚਾਹਾਂਗਾ ਆਪਾਂ ਜਦੋਂ ਗੱਲਬਾਤ ਕਰਾਂਗੇ। ਸੋ ਆਓ ਜੀ ਆਪਾਂ ਖਰੜ ਦੇ ਵਿੱਚ ਸਭ ਤੋਂ ਪਹਿਲਾਂ ਚੱਲਦੇ ਹਾਂ। ਖਰੜ ਤੋਂ ਜਿਹੜੇ ਵੋਟਰਸ ਹੈਗੇ ਨੇ ਉਹਨਾਂ ਦੇ ਕੀ ਸਵਾਲ ਹੈ, ਕੀ ਸਮੱਸਿਆਵਾਂ ਨੇ, ਲਾਈਵ ਇਹ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਸਵਾਲ ਲਵਾਂਗੇ। ਸੋ ਮੈਂ ਰਿਕੁਐਸਟ ਕਰਦਾ ਆਪਣੀ ਟੀਮ ਨੂੰ ਕਿ ਸਾਡੇ ਨਾਲ ਲਾਈਵ ਕਨੈਕਟ ਕਰਨ ਜੀ ਖਰੜ ਦੇ ਜਿਹੜੇ ਵੋਟਰਸ ਨੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸੋ ਆਵਾਜ਼ ਆ ਰਹੀ ਹੈ ਜੀ ਸਾਰਿਆਂ ਤੱਕ, ਸਾਡੀ ਆਵਾਜ਼ ਪਹੁੰਚ ਰਹੀ ਹੈ ਜੀ? ਹੈਲੋ। ਕਿਉਂਕਿ ਲਾਈਵ ਹੈ ਜੀ, ਥੋੜਾ ਜਿਹਾ ਜਿੱਦਾਂ ਲਾਈਵ ਦੇ ਵਿੱਚ ਹੁੰਦਾ ਕਿ ਆਪਾਂ ਫਸਟ ਆਫ ਇਟਸ ਆਲ ਕਾਈਂਡ ਹੋ ਰਿਹਾ, ਪਹਿਲੀ ਦਫਾ ਇਹ ਸਾਰੀ ਗੱਲ। ਹਾਂਜੀ ਹਾਂ, ਤੇ ਆਵਾਜ਼ ਪਹੁੰਚਣ ਤੱਕ ਹੋ ਸਕਦਾ ਟਾਈਮ ਵੀ ਲੱਗੇ, ਪਰ ਇਹੀ ਲਾਈਵ ਦਾ ਇੱਕ ਨਜ਼ਾਰਾ ਵੀ ਕਹਿ ਸਕਦੇ ਹਾਂ। ਤੇ ਲਾਈਵ ਆਡੀਅנס ਨਾਲ ਜੁੜਨ ਦਾ ਤੇ ਉਹਨਾਂ ਦੀ ਗੱਲਾਂ ਸੁਣਨ ਦਾ ਇੱਕ ਵੱਖਰਾ ਹੀ ਰੂਪ ਨਜ਼ਰ ਆਊਗਾ ਇਸ ਪ੍ਰੋਗਰਾਮ ਵਿੱਚ। ਹਾਂਜੀ, ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਵਾਜ਼ ਪਹੁੰਚ ਰਹੀ ਹੈ ਜੀ ਸਾਰਿਆਂ ਤੱਕ ਸਾਡੀ? ਹਾਂਜੀ, ਸੋ ਕਰੋਨਾ ਦੀ ਹਦਾਇਤਾਂ ਵੀ ਹੈਗੀਆਂ ਨੇ, ਇਹ ਵੀ ਮੱਦੇਨਜ਼ਰ ਰੱਖਣਾ ਕਿ ਸਾਰੇ ਆਪੋ ਆਪਣੀ ਦੂਰੀ ਵੀ ਬਣਾ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਵਾਜ਼ ਪਹੁੰਚ ਰਹੀ ਹੈ ਜੀ? ਫੋਟੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪੁੱਛਣਾ ਚਾਹੁੰਦਾ ਤੁਹਾਡੇ ਵੱਲੋਂ ਪੰਜਾਬ ਦੇ ਲਈ ਜਿਹੜਾ ਰੋਡ ਮੈਪ ਹੈ ਉਹ ਕੀ ਹੈ, ਉਹਦੇ ਬਾਰੇ ਕੋਈ ਚਾਨਣ ਪਾਓ ਜੀ ਸਾਨੂੰ। ਜਿਹੜਾ ਪੰਜਾਬ ਹੈ, ਖਾਸ ਕਰਕੇ ਆ ਜਿਹੜਾ ਤੁਹਾਡਾ ਖਰੜ ਹਲਕਾ ਹੈ, ਮੈਂ ਦੇਖਿਆ ਕਿ ਇਕੱਲੇ ਪੰਜਾਬ ਦੇ ਨਹੀਂ, ਨਾਲ ਦੇ ਸੂਬਿਆਂ ਦੇ ਲੋਕ ਵੀ ਇੱਥੇ ਆ ਕੇ ਬਸਣ ਲੱਗ ਗਏ ਹੈ। ਤੇ ਇੱਥੇ ਅਨਪਲੈਨਡ ਸਾਰਾ ਸੀ। ਜਦੋਂ ਸਾਡੀ ਸਰਕਾਰ ਸੀ, ਮੇਰੀ ਕੋਸ਼ਿਸ਼ ਸੀ ਕਿ ਇਹਨੂੰ ਪਲਾਨ ਕੀਤਾ ਜਾਏ, ਕਿਉਂਕਿ ਜੇ ਅਸੀਂ ਨਾ ਪਲਾਨ ਕਰਦੇ ਤੇ ਆ ਬਿਲਕੁਲ ਹੀ ਖਰਾਬ ਹੋ ਜਾਣਾ ਸੀ। ਜਿਹੜਾ ਨਿਊ ਚੰਡੀਗੜ੍ਹ ਬਣਾਇਆ ਗਿਆ ਹੈ, ਤੁਸੀਂ ਦੇਖਿਆ ਹੋਣਾ ਕਿ ਪਹਿਲੇ ਇੱਥੇ ਮੁੱਲਾਂਪੁਰ ਕਿਹਾ ਜਾਂਦਾ ਸੀ ਤੇ ਉੱਥੇ ਇਕੱਲੇ ਪਿੰਡ ਸੀ। ਹੌਲੀ ਹੌਲੀ ਇਲੀਗਲ ਕਲੋਨੀਆਂ ਸ਼ੁਰੂ ਹੋ ਰਹੀਆਂ ਸੀ। ਤਾਂ ਇੱਕ ਦਿਨ ਮੈਂ ਜਾ ਰਿਹਾ ਸੀ ਤੇ ਮੈਂ ਕਿਹਾ ਕਿ ਅੱਜ ਸਾਰਾ ਹੀ ਏਰੀਆ ਹੀ ਖਰਾਬ ਹੋ ਜਾਊਗਾ। ਤਾਂ ਅਸੀਂ ਇਮੀਡੀਏਟਲੀ ਸਾਰਾ ਏਰੀਆ ਪਲਾਨ ਕੀਤਾ
ਤੇ ਤੁਸੀਂ ਦੇਖਿਆ ਹੋਣਾ ਅੱਜ ਨਿਊ ਚੰਡੀਗੜ੍ਹ ਇੱਕ ਬਹੁਤ ਖੂਬਸੂਰਤ ਜਗ੍ਹਾ ਬਣ ਰਹੀ ਹੈ। ਉਵੇਂ ਹੀ ਖਰੜ ਦੇ ਵਿੱਚ ਜਿੰਨੀ ਡਿਵੈਲਪਮੈਂਟ ਤੁਸੀਂ ਦੇਖੋਗੇ ਉਦੋਂ ਹੀ ਕੀਤੀ ਸੀ ਜਦੋਂ ਸਾਡੀ ਸਰਕਾਰ ਸੀ। ਮੈਂ ਰਾਤ ਨੂੰ ਸ਼ਾਮ ਨੂੰ ਇੱਥੇ ਆਉਂਦਾ ਸੀ, ਸੜਕਾਂ ਜਾਂਦਾ ਸੀ ਤੇ ਮੈਂ ਦੇਖਦਾ ਸੀ ਕਿਵੇਂ ਕਿਵੇਂ ਚੌੜੀਆਂ ਹੋ ਜਾਣ, ਕਿਵੇਂ ਕਿਵੇਂ ਕੋਈ ਚੀਜ਼ ਹੋ ਜੇ। ਪਹਿਲੇ ਜਿਹੜੀਆਂ ਚੀਜ਼ਾਂ ਹੋਈਆਂ ਉਹਦੇ ਬਾਰੇ ਆਪਾਂ ਕੋਈ ਜ਼ਿਆਦਾ ਚੇਂਜ ਨਹੀਂ ਕਰ ਸਕੇ, ਪਰ ਮੇਰਾ ਪਲਾਨ ਸੀ ਕਿ ਫਿਊਚਰ ਨੂੰ ਠੀਕ ਕਰ ਦਈਏ। ਤੇ ਤੁਸੀਂ ਦੇਖਿਆ ਹੋਣਾ ਮੋਹਾਲੀ ਤੋਂ ਲੈ ਕੇ ਖਰੜ ਤੋਂ ਲੈ ਕੇ ਨਿਊ ਚੰਡੀਗੜ੍ਹ ਸਾਰਾ ਏਰੀਆ ਅਸੀਂ ਇਕੱਠਾ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਮੇਰਾ ਇੱਕ ਪਲਾਨ ਹੈ ਕਿ ਇਸ ਸਾਰੇ ਏਰੀਆ ਨੂੰ ਬਹੁਤ ਖੂਬਸੂਰਤ ਬਣਾ ਦੇਣਾ ਹੈ। ਜਿੰਨੀਆਂ ਕਮੀਆਂ, ਕਿਉਂਕਿ ਆਪਣਾ ਪੰਜਾਬ ਦਾ ਸ਼ੋਕੇਸ ਹੈ, ਜਿਵੇਂ ਹਰਿਆਣੇ ਦਾ ਸ਼ੋਕੇਸ ਗੁੜਗਾਉਂ ਹੈ, ਜਿਵੇਂ ਉੱਥੇ ਸਾਰਾ ਇੰਡਸਟਰੀ ਆਉਂਦੀ ਹੈ, IT ਸੈਕਟਰ ਆਉਂਦੇ ਆ। ਮੈਂ ਸਾਰਾ ਚਾਹੁੰਦਾ ਕਿ IT ਤੇ ਜਿਹੜੀ ਸਰਵਿਸ ਇੰਡਸਟਰੀ ਹੈ ਤੇ ਕਨਵੈਨਸ਼ਨ ਇੱਥੇ ਹਾਲਸ ਹੈ, ਇੱਥੇ ਵੱਡੀ ਡਿਵੈਲਪਮੈਂਟ ਆਪਣੇ ਖਰੜ, ਮੋਹਾਲੀ, ਨਿਊ ਚੰਡੀਗੜ੍ਹ ਤੇ ਸਾਰਿਆਂ ਨੂੰ ਇਕੱਠਾ ਹੀ ਪਲਾਨ ਕਰਾਂਗੇ ਤੇ ਹਿਊਜ ਇਨਵੈਸਟਮੈਂਟ ਆਪਾਂ ਇਸ ਇਲਾਕੇ 'ਚ ਲੈ ਕੇ ਆਉਣੀ ਹੈ। ਇਨਫਰਾਸਟ੍ਰਕਚਰ ਇੱਥੇ ਹਲੇ ਵੀ ਬਹੁਤ ਲੋੜ ਹੈ। ਜਿਵੇਂ ਖਰੜ ਐਡਾ ਵੱਧ ਗਿਆ, ਨਾ ਹਸਪਤਾਲ ਹੈ, ਨਾ ਬੱਸ ਸਟੈਂਡ ਹੈ, ਨਾ ਸੀਵਰੇਜ ਹੈ, ਹਲੇ ਪਾਣੀ ਦੀ ਵੀ ਬੜੀ ਇੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ। ਸੋ ਇੱਥੋਂ ਭਾਖੜਾ ਤੋਂ ਸਾਨੂੰ ਇੱਕ ਹੋਰ ਲਾਈਨ ਲਿਆਉਣੀ ਪੈਣੀ ਹੈ। ਸੋ ਮੇਰਾ ਇੱਕ ਮਾਸਟਰ ਪਲਾਨ ਬਣਿਆ ਤੇ ਇਸ ਏਰੀਆ ਨੂੰ ਤਾਂ ਮੈਂ ਆਪ ਬਹੁਤ ਚੰਗੀ ਤਰ੍ਹਾਂ ਜਾਣਦਾ ਤੇ ਮੈਂ ਬੜੀ, ਤੁਸੀਂ ਦੇਖਿਆ ਹੋਣਾ ਪਿਛਲੇ 10 ਸਾਲ ਸਰਕਾਰ 'ਚ ਮੈਂ ਬਹੁਤ ਦਿਲਚਸਪੀ ਲੈ ਕੇ ਇਸ ਇਲਾਕੇ ਸੁਧਾਰ ਲਿਆਂਦਾ, ਪਰ ਹਲੇ ਵੀ ਬੜੇ ਕੰਮ ਦੀ ਲੋੜ ਹੈ। ਹਾਂਜੀ, ਜੇ ਤੁਸੀਂ ਸਵਾਲ ਰਣਜੀਤ ਜੀ ਨੂੰ ਵੀ ਕਰਨਾ ਚਾਹੁੰਦੇ ਹੋ, ਉਮੀਦਵਾਰ ਨੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਰੜ ਹਲਕੇ ਤੋਂ, ਤੇ ਤੁਸੀਂ ਉਹਨਾਂ ਤੋਂ ਵੀ ਸਵਾਲ ਕਰ ਸਕਦੇ ਹੋ। ਹਾਂਜੀ, ਰਣਜੀਤ ਜੀ ਤੁਹਾਡੇ ਤੋਂ ਆਪਾਂ ਪੁੱਛਦੇ ਹਾਂ ਕਿ ਕਿਉਂਕਿ ਕਈ ਵਾਰ ਆਵਾਜ਼ ਪਹੁੰਚਣ ਨੂੰ ਟਾਈਮ ਲੱਗਦਾ, ਉੱਥੇ ਤੱਕ ਲਾਈਵ ਇਹ ਸਾਰਾ ਪ੍ਰੋਗਰਾਮ ਆਪਾਂ ਚੱਲ ਰਿਹਾ ਜੀ ਇੱਥੋਂ ਦੀ, ਕਿ ਤੁਸੀਂ ਕੀ ਟੀਚੇ ਲੈ ਕੇ ਚੱਲ ਰਹੇ ਹੋ? ਤੁਹਾਡੇ ਜਿਹੜੇ ਕਿ ਹੁਣ ਟਿਪਸ ਤੇ ਜਿਹੜੇ ਕੁਝ ਗੱਲਾਂ ਹੁੰਦੀਆਂ ਨੇ ਕਿ ਆਹ ਤਾਂ ਕਰਨੀਆਂ ਹੀ ਕਰਨੀਆਂ ਨੇ ਪਹਿਲਾਂ ਪਹੁੰਚਦੀ ਆਪਾਂ ਨੇ ਜੀ। ਦੇਖੋ, ਸਾਡਾ ਹਲਕਾ ਦੀਆਂ ਅਲੱਗ-ਅਲੱਗ ਮੁਸ਼ਕਲਾਂ ਨੇ। ਹਾਂਜੀ, ਜਿਵੇਂ ਖਰੜ ਦੀਆਂ ਅਲੱਗ ਨੇ, ਨਵਾਂ ਗਰਾਉਂ ਦੀਆਂ ਅਲੱਗ ਨੇ, ਪਿੰਡਾਂ ਦੀਆਂ ਉੱਪਰਲੇ ਪਿੰਡਾਂ ਦੀਆਂ ਅਲੱਗ ਨੇ, ਜਿਹੜੇ ਥੱਲੇ ਪਿੰਡ ਨੇ ਉਹਨਾਂ ਦੀਆਂ ਅਲੱਗ ਨੇ। ਜਿਵੇਂ ਖਰੜ ਦੀਆਂ ਜੀ, ਖਰੜ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਪੀਣ ਵਾਲੇ ਪਾਣੀ ਦੀ ਹੈ। ਪੀਕ ਟਾਈਮ ਦੇ ਵਿੱਚ ਬਹੁਤ ਪ੍ਰੋਬਲਮ 'ਚ ਆਉਂਦੇ ਨੇ ਲੋਕ, ਬੜੀ ਮੁਸ਼ਕਲ ਹੁੰਦੀ ਹੈ। ਬੇਸ਼ੱਕ ਸਾਡੇ 75 ਟਿਊਬਲ ਲੱਗੇ ਹੋਏ ਨੇ, 27 ਟਿਊਬਲ ਅਸੀਂ ਹੋਰ ਪਾਸ ਕੀਤੇ ਨੇ ਕਿਉਂਕਿ ਕਮੇਟੀ ਸਾਡੇ ਕੋਲ ਆ ਉੱਥੇ, ਲੇਕਿਨ ਉਹ ਫਿਰ ਵੀ ਪੂਰਾ ਨਹੀਂ ਪੈਂਦਾ। ਸੋ ਅਸੀਂ ਪਿੱਛੇ ਜੀ ਅਸੀਂ ਕਜੌਲੀ ਵਾਟਰ ਵਰਕਸ ਤੋਂ ਪਾਣੀ ਲੈਣ ਲਈ ਅਸੀਂ ਇੱਕ ਮਤਾ ਪਾਇਆ ਸੀ, ਜੋ ਕਿ ਅਸੀਂ ਤਾਂ ਮਤਾ ਪਾ ਕੇ ਭੇਜਤਾ, ਪਰ ਸਰਕਾਰ ਵੱਲੋਂ ਅਜੇ ਉਹਦਾ ਕੋਈ ਐਕਸ਼ਨ ਉਹਦੇ ਤੇ ਲਿਆ ਨਹੀਂ ਗਿਆ। ਸੋ ਇੱਕੋ ਇੱਕ ਹੱਲ ਹੈ ਵੀ ਕਜੌਲੀ ਤੋਂ ਜਿਹੜਾ ਵਾਟਰ ਵਰਕਸ ਤੋਂ ਪਾਣੀ ਲੈ ਕੇ ਸਾਡਾ ਮਸਲਾ ਹੱਲ ਹੋਣਾ ਹੈ। ਬੱਸ ਸਟੈਂਡ ਦੀ ਬਹੁਤ ਵੱਡੀ ਸਮੱਸਿਆ, 3 ਲੱਖ ਦੀ ਆਬਾਦੀ ਦਾ ਸ਼ਹਿਰ ਆ ਸਾਡਾ ਜਿਹੜਾ ਖਰੜ ਹੈ। ਬੱਸ ਸਟੈਂਡ ਦਾ ਦੇਖ ਲਓ ਵੀ 2 ਵਾਰੀ ਇਨੋਗ੍ਰੇਸ਼ਨ ਹੋ ਰਹੀ। ਪਹਿਲਾਂ ਆਪਣੇ ਰਾਜਾ ਅਮਰਿੰਦਰ ਸਿੰਘ ਨੇ ਕੀਤੀ ਸੀ 2006 'ਚ, ਹੁਣ ਅਮਰਿੰਦਰ ਸਿੰਘ ਰਾਜਾ ਨੇ ਕੀਤੀ ਆ ਪਿਛਲੇ ਮਹੀਨੇ ਕੁ ਪਹਿਲਾਂ ਜੀ। ਸੋ ਹੋਇਆ ਕੁਛ ਨਹੀਂ, ਉਹ ਉੱਥੇ ਦਾ ਉੱਥੇ ਹੀ ਹੈ ਜੀ। ਤੇ ਹਸਪੀਟਲ ਦੀ ਜਾ ਕੇ ਤੁਸੀਂ ਹਾਲ ਦੇਖੋ, ਤੁਸੀਂ ਦੇਖੋਗੇ ਵੀ ਉਹ ਖੁਦ ਹੀ ਬਿਮਾਰ ਹੈ। ਇੰਨੀ ਆਬਾਦੀ ਦੇ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ। ਉੱਥੇ ਚੰਗੇ ਸਟੇਡੀਅਮ ਤੇ ਕੋਈ ਚੰਗੇ ਸਕੂਲ ਕਾਲਜ, ਇਹ ਪ੍ਰੋਬਲਮਾਂ ਹੈਗੀਆਂ ਨੇ ਖਰੜ ਦੀਆਂ ਜੀ। ਨਵੇਂ ਗਰਾਉਂ ਜਾਈਏ ਜੀ, ਨਵੇਂ ਗਰਾਉਂ ਦੇ ਵਿੱਚ ਮੇਰਾ ਖਿਆਲ ਪਹਿਲੀ ਮਿਊਨਿਸਪੈਲਿਟੀ ਹੈ ਜਿੱਥੇ ਸੀਵਰੇਜ ਦੀ ਫੈਸਿਲਿਟੀ ਨਹੀਂ ਹੈਗੀ। ਉੱਥੇ ਸੀਵਰੇਜ ਹੈ ਉਹ ਨਹੀਂ, ਪਾਣੀ ਦੀ ਪ੍ਰੋਬਲਮ ਹੈ, ਕੋਈ ਉੱਥੇ ਪਾਰਕ ਨਹੀਂ, ਕੋਈ ਡਿਸਪੈਂਸਰੀ ਨਹੀਂ, ਕੋਈ ਸਕੂਲ ਕਾਲਜ ਕੁਝ ਨਹੀਂ ਹੈਗਾ ਜੀ, ਜਦ ਕਿ 1.5 ਲੱਖ ਦੀ ਆਬਾਦੀ ਦਾ ਸ਼ਹਿਰ ਆ ਉਹ ਵੀ। ਠੀਕ ਹੈ ਜੀ। ਤੇ ਉੱਥੇ ਜੇ ਅਸੀਂ ਬੋਰ ਇੱਕ ਟਿਊਬਲ ਲਗਾਉਣਾ ਹੁੰਦਾ, ਉਹ ਇਸ ਤਰ੍ਹਾਂ ਡਿਵੈਲਪ ਹੋਇਆ ਵਾ ਪਹਿਲਾਂ, ਜੇ ਕਿਤੇ ਇੱਕ ਟਿਊਬਲ ਲਗਾਉਣਾ ਹੁੰਦਾ ਤਾਂ ਵੀ 2 ਮਰਲੇ ਜਗ੍ਹਾ ਸਾਨੂੰ ਮੁੱਲ ਲੈਣੀ ਪੈਂਦੀ ਹੈ। ਸੋ ਉਹਦਾ ਹੱਲ ਇਹ ਹੈ ਵੀ ਆਪਾਂ ਨੂੰ ਨਵੇਂ ਪਿੰਡ ਸ਼ਾਮਲ ਕਰਕੇ ਜਿਹੜੀਆਂ ਉਹਨਾਂ ਦੀਆਂ ਕਾਮਨ ਲੈਂਡ ਆ ਉੱਥੇ ਜਾ ਕੇ ਅਸੀਂ ਇਹ ਫੈਸਿਲਿਟੀਆਂ ਜਿਹੜੀਆਂ ਪ੍ਰੋਵਾਈਡ ਕਰਾ ਸਕਦੇ ਹਾਂ। ਠੀਕ ਹੈ ਜੀ। ਪਰ ਬਦਕਿਸਮਤੀ ਹੈ ਵੀ ਸਾਡਾ ਜਿਹੜਾ ਚੰਡੀਗੜ੍ਹ ਦੀ ਸਾਡੀ ਬਾਉਂਡਰੀ ਕਾਮਨ ਹੈ, ਹਾਂਜੀ, ਲੇਕਿਨ ਲੋਕ ਨਰਕ 'ਚ ਬੈਠੇ ਨੇ ਜੀ, ਇੱਥੇ ਇੰਨਾ ਬੁਰਾ ਹਾਲ ਹੈ ਬਿਨਾਂ ਸੀਵਰੇਜ ਤੋਂ। ਸੋ ਚੰਡੀਗੜ੍ਹ ਦੀ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਰੋਕਿਆ ਕਿਉਂਕਿ ਮਾਜਰੀ ਦੇ ਪਿੰਡ ਵੀ ਸਾਡੇ ਨਾਲ ਜੁੜ ਚੁੱਕੇ ਨੇ ਲਾਈਵ, ਸਾਡੀ ਟੀਮ ਉੱਥੇ ਵੀ ਪਹੁੰਚੀ ਹੋਈ ਹੈ, ਤੁਹਾਨੂੰ ਉਹ ਦੇਖ ਵੀ ਰਹੇ ਨੇ, ਸੁਣ ਵੀ ਰਹੇ ਨੇ। ਤੇ ਹਾਂਜੀ, ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਤੇ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ। ਬਾਦਲ ਸਾਹਿਬ ਵੀ ਬੈਠੇ ਨੇ ਤੁਹਾਡੇ ਸਾਹਮਣੇ, ਰਣਜੀਤ ਜੀ ਵੀ ਤੁਹਾਡੇ ਸਾਹਮਣੇ ਨੇ ਜੀ। ਕੋਈ ਨਹੀਂ, ਕੋਈ ਬਹਿ ਕੇ ਪੁੱਛ ਲਓ, ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਜੈਦਾ ਜੀ ਬਹਿ ਕੇ ਸੁਖਬੀਰ ਜੀ। ਬਹਿ ਕੇ ਪੁੱਛ ਲਓ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਕਿ ਸੁਖਬੀਰ ਜੀ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਜੀ ਕਿ ਤੁਹਾਨੂੰ ਅਤੇ ਤੁਹਾਡੀ ਪਾਰਟੀ ਨੂੰ ਲੋਕ ਪੰਜਾਬ ਦੇ ਕਿਉਂ ਪਿਆਰ ਕਰਦੇ ਆ ਤੇ ਹੋਰ ਪਾਰਟੀਆਂ ਜਿੱਦਾਂ ਕਾਂਗਰਸ ਹੈ ਤੇ ਹੋਰ ਦੂਜੀ ਪਾਰਟੀਆਂ ਉਹਨਾਂ ਨੂੰ ਕਿਉਂ ਨਹੀਂ ਪਿਆਰ ਕਰਦੇ? ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਪਿਆਰ ਕਰਦੇ ਤੇ ਦੂਜਿਆਂ ਨੂੰ ਕਿਉਂ ਨਹੀਂ ਪਿਆਰ ਕਰਦੇ? ਮੈਨੂੰ ਲੱਗਦਾ ਆਹ ਸਵਾਲ ਥੋੜਾ ਹਾਂ ਜੀ, ਇਹਦਾ ਜਵਾਬ ਬੜਾ ਸੌਖਾ ਹੈ, ਬੜਾ ਸਿੰਪਲ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ। ਆ ਖੇਤਰੀ ਪਾਰਟੀ ਹੈ, 100 ਸਾਲ ਪੁਰਾਣੀ ਪਾਰਟੀ ਹੈ, ਕੁਰਬਾਨੀਆਂ ਦੇਣ ਵਾਲੀ ਪਾਰਟੀ ਹੈ, ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਦੂਜੀਆਂ ਪਾਰਟੀਆਂ ਸਾਰੀਆਂ ਨੈਸ਼ਨਲ ਪਾਰਟੀਆਂ, ਉਹਨਾਂ ਦਾ ਪੰਜਾਬ ਨਾਲ ਕੋਈ ਤਲਕ ਨਹੀਂ। ਪੰਜਾਬ ਦੀ ਲੀਡਰਸ਼ਿਪ ਕੋਈ ਫੈਸਲਾ ਨਹੀਂ ਕਰ ਸਕਦੀ ਆਪ, ਤੇ ਜੋ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ। ਤੇ ਤਾਈਓ ਤੁਸੀਂ ਦੇਖਿਆ ਹੋਣਾ ਕਿ ਭਾਵੇਂ ਕਿਸਾਨ ਦੀ ਗੱਲ ਹੋਏ, ਭਾਵੇਂ ਗਰੀਬ ਦੀ ਗੱਲ ਹੋਏ, ਭਾਵੇਂ ਪੰਜਾਬ ਦੇ ਮਸਲਿਆਂ ਦੀ ਗੱਲ ਹੋਏ, ਜੇ ਲੜਾਈ ਲੜੀ ਤਾਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਨੇ। ਆਮ ਆਦਮੀ ਪਾਰਟੀ ਵੀ ਨਹੀਂ ਲੜਦੀ। ਤੁਹਾਡੇ ਸਾਹਮਣੇ ਆ ਕੇਜਰੀਵਾਲ ਨੇ ਕੀ ਕਿਹਾ, ਦਿੱਲੀ 'ਚ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ ਕਿ ਪੰਜਾਬ ਦਾ ਪਾਣੀ ਸਾਨੂੰ ਦਿਓ, ਸਾਨੂੰ ਦਿੱਲੀ ਨੂੰ ਚਾਹੀਦਾ ਹੈ। ਕੇਜਰੀਵਾਲ ਨੇ ਲਿਖ ਕੇ ਦਿੱਤਾ ਕਿ ਪੰਜਾਬ ਦੇ ਥਰਮਲ ਪਲਾਂਟ ਬੰਦ ਕਰੋ, ਕਿਉਂਕਿ ਉਹਦਾ ਦਾ ਪਹਿਲਾ ਪਿਆਰ ਤਾਂ ਦਿੱਲੀ ਵਾਸਤੇ ਹੈ। ਉਵੇਂ ਹੀ ਬੀਜੇਪੀ ਨੇ ਕਾਲੇ ਕਾਨੂੰਨ ਲਿਆਂਦੇ, ਪੰਜਾਬੀਆਂ ਨੂੰ ਪੁੱਛਿਆ ਨਹੀਂ। ਕਾਂਗਰਸ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ, ਤੇ ਜਿਹੜੇ ਵੀ ਕਾਂਗਰਸ ਸਰਕਾਰ ਆਈ ਹੈ ਇੱਕ ਕੰਮ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਉਂਦੀ ਹੈ ਉਦੋਂ ਗਰੀਬ ਦੀ ਗੱਲ ਹੁੰਦੀ ਹੈ, ਆਮ ਜਨਤਾ ਦੀ ਗੱਲ ਹੁੰਦੀ ਹੈ ਤੇ ਡਿਵੈਲਪਮੈਂਟ ਹੁੰਦੀ ਹੈ। ਤੁਸੀਂ ਚਾਰੋਂ ਤਰਫ ਦੇਖੋ, ਖਰੜ, ਮੋਹਾਲੀ, ਨਿਊ ਚੰਡੀਗੜ੍ਹ, ਜਿੰਨੀ ਡਿਵੈਲਪਮੈਂਟ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਈ ਹੈ। ਪੂਰੇ ਪੰਜਾਬ 'ਚ ਵੀ ਭਾਵੇਂ ਸੜਕਾਂ ਬਣੀਆਂ, ਭਾਵੇਂ 에ਅਰਪੋਰਟ ਬਣੇ ਆ, ਭਾਵੇਂ ਬਿਜਲੀ ਘਰ ਬਣੇ ਆ, ਭਾਵੇਂ ਸਕੂਲ ਬਣਿਆ, ਸਿਸਟਮ ਬਣਿਆ, ਸਾਰਾ ਹੀ ਸ਼੍ਰੋਮਣੀ ਅਕਾਲੀ ਦਲ ਦੇ। ਗਰੀਬ ਨੂੰ ਵੀ ਜੇ ਸ਼ਗਨ ਸਕੀਮ, ਆਟਾ ਦਾਲ ਸਕੀਮ, ਜੇ 200 ਯੂਨਿਟ ਬਿਜਲੀ ਦੇ ਮਾਫ ਕੀਤੇ ਹੈ, ਲੜਕੀਆਂ ਨੂੰ ਸਾਈਕਲ, ਨੌਜਵਾਨਾਂ ਨੂੰ ਖੇਡਾਂ ਦਾ ਸਮਾਨ, ਜਿਮ, ਸਾਰੀਆਂ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਹੁੰਦੀਆਂ। ਕਾਂਗਰਸ ਦੀ ਸਰਕਾਰ ਦੇ ਦੌਰਾਨ ਇੱਕ ਨਿਸ਼ਾਨਾ ਹੀ ਨਹੀਂ, ਕੋਈ ਨਿਸ਼ਾਨੀ ਕਾਂਗਰਸੀ ਨਹੀਂ ਦੱਸ ਸਕਦਾ ਕਿ ਉਹਨਾਂ ਨੇ ਅਸੀਂ ਜੋ ਸਰਕਾਰ ਸੀ ਅਸੀਂ ਆ ਕੀਤਾ। ਆ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਚੰਨੀ ਸਾਹਿਬ ਹੈਗੇ, ਆਈ ਲੀਡਰ ਆਫ ਦੀ ਹਾਊਸ ਸੀ। ਜਦੋਂ ਮੈਨੂੰ ਪੁੱਛਿਆ ਸੀ ਕਿ ਤੁਹਾਡੀ 5 ਸਾਲ ਸਰਕਾਰ 'ਚ ਰਹੇ ਹੋ, ਤੁਹਾਡੀ ਸਰਕਾਰ ਕੀ ਕੀਤਾ, ਤੇ ਇਹਨੇ ਕਿਹਾ ਕੱਲਾ ਪੈਚਵਰਕ ਕੀਤਾ ਹੈ। ਐਕਤੀ ਚੰਨੀ ਸਾਹਿਬ ਨੂੰ ਜੇ ਸਵਾਲ ਪੁੱਛੂਗਾ ਤਾਂ ਪੈਚਵਰਕ ਵੀ ਨਹੀਂ ਕਹਿ ਸਕਦੇ। तो आई कारण है कि पंजाब की जनता नूं विश्वास है कि श्रोमणी अकाली दल जो कहता है वो करता है। असी किते लारे नहीं लाए क्योंकि असी रहना इत्थे है। हुण तुसी कांग्रेस का तुसी थोड़े सामने जवाब देख लो, जे चन्नी साहब नूं पुछदे हैं कि तुसी 5 साल की सरकार है कुछ नहीं किया, चन्नी साहब का की जवाब है, नहीं जी वो 4.5 साल तक कैप्टन सी, मैं तो हुण आया। पर सरकार तो कांग्रेस की सी, कैप्टन की सरकार मिनिस्टर तो आप सी। आ अपनी निकामियां नूं दूजिਆਂ ਨੂੰ ਸਿੱਟ ਦਿੰਦੇ ਆ। अकाली दल की लीडरशिप इक्को ही है। असी जे गलत करांगे नुकसान भी सानू भुगतना पैना है। तो जो असी आई कारण है कि असी हर सरकार च कोशिश करी दी है कि ਵੱਧ ਤੋਂ ਵੱਧ ਚੀਜ਼ਾਂ ਪੰਜਾਬ ਵਾਸਤੇ ਲਿਆਂਦੀਆਂ ਜਾਣ ਤੇ ਪੰਜਾਬ ਦੇ ਹਰ ਵਰਗ ਨੂੰ ਕੁਝ ਕੀਤਾ ਜਾਏ। ਜੀ ਤੇ ਨਿਆ ਗਾਉਂ ਤੋਂ ਬਾਦਲ ਸਾਹਿਬ ਉੱਥੋਂ ਵੀ ਸਾਡੇ ਨਾਲ ਲਾਈਵ ਜੁੜਦੇ ਪਏ ਨੇ। ਰਣਜੀਤ ਜੀ ਤੁਹਾਡੇ ਤੱਕ ਵੀ ਕੁਝ ਸਵਾਲ ਹੋਣਗੇ ਮੇਰੇ ਖਿਆਲ ਚ ਨਿਆ ਗਾਉਂ ਵਾਲਿਆਂ ਦੇ। ਤੇ ਹਾਂਜੀ ਨਏ ਗਾਉਂ ਦੇ ਵਿੱਚ ਕਨੈਕਟ ਕਰੋ ਜੀ, ਉਹਨਾਂ ਦੇ ਸਵਾਲ ਲੈਣੇ ਜੀ ਆਪਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਜੇ ਆਵਾਜ਼ ਪਹੁੰਚ ਗਈ ਤਾਂ ਮਾਈਕ ਜਿਨ੍ਹਾਂ ਨੇ ਸਵਾਲ ਪੁੱਛਣਾ ਜੀ ਉਹਨਾਂ ਦੇ ਕੋਲ ਪਹੁੰਚਾ ਦਿਓ। ਸੋ ਵਰਚੁਅਲ ਹਲਕਾ ਸੰਵਾਦ ਇਸ ਪ੍ਰੋਗਰਾਮ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਲਾਈਵ ਲੋਕਾਂ ਦੀ ਜਿਹੜੀ ਪ੍ਰੋਬਲਮਸ ਨੇ, ਸਮੱਸਿਆਵਾਂ, ਉਹਨੂੰ ਸੁਣਨ ਦੀ ਕੋਸ਼ਿਸ਼ ਇੱਥੇ ਕਰ ਰਹੇ ਹਾਂ। ਹਾਂਜੀ ਬਾਈ ਜੀ ਤੁਹਾਡੇ ਕੋਲ ਮਾਈਕ ਹੈ, ਦੱਸੋ ਜੀ। ਸਤਿ ਸ੍ਰੀ ਅਕਾਲ ਸੁਖਵੀਰ ਜੀ। ਅਸੀਂ ਮਾਤਾ ਜੀ ਕੁਐਸਚਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। सब ने सत श्री अकाल जी।
हाँ जी, मैं पूछना चाहती हूँ सुखबीर बादल जी से। हाँ जी, पंजाब के लिए कुछ योग रोजगार के लिए रोड पे क्या है? ਰੋਡ ਮੈਪ ਪੰਜਾਬ ਦੇ ਲਈ ਰੋਜ਼ਗਾਰ ਦੇ ਲਈ ਰੋਡ ਮੈਪ ਕੀ ਹੈ, ਇਹੀ ਮੇਰੇ ਖਿਆਲ ਚ ਉਹਨਾਂ ਦਾ ਸਵਾਲ ਹੈ ਜੀ। ਜੀ ਸੀ ਪੰਜਾਬ ਜਿਹੜਾ ਹੈਗਾ ਕਿ ਪੰਜਾਬ ਦੇ ਵਿੱਚ ਆਪਾਂ ਨੂੰ ਪਹਿਲੇ ਤਾਂ ਨੌਜਵਾਨਾਂ ਨੂੰ ਆਪਾਂ ਨੂੰ ਪੜ੍ਹਾਈ ਦੇ ਵਿੱਚ ਉਹਨਾਂ ਨੂੰ ਚੰਗੀ ਤਾਲੀਮ ਦੇਣੀ ਪੈਣੀ ਹੈ। ਅੱਜ ਕੀ ਹੋ ਰਿਹਾ, ਜਿਹੜਾ ਸਿਸਟਮ ਪੜ੍ਹਾਈ ਦਾ ਸਿਸਟਮ ਆਪਣੇ ਪੰਜਾਬ 'ਚ ਹੈ, ਖਾਨਾ ਪੂਰਤੀ ਕਰਨ ਵਾਲਾ ਹੈ। ਪਿੰਡਾਂ ਦੇ ਖਾਸ ਕਰਕੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਤਾਂ ਐਂ ਹੀ ਹੈ ਕਿ ਸਕੂਲ ਹੈ ਤੇ ਤੁਸੀਂ ਬੱਚਾ ਸਕੂਲ 'ਚ ਗਿਆ, ਪੜ੍ਹਿਆ ਕੀ ਹੈ ਤੇ ਕੁਆਲਿਟੀ ਕੀ ਹੈ ਉਹ ਨਹੀਂ ਹੈ ਜੀ। ਜਿਹੜੀ ਮੇਰੀ ਸੋਚ ਹੈ ਕਿ ਸਭ ਤੋਂ ਪਹਿਲੇ ਪੰਜਾਬ ਦੇ ਸਰਕਾਰੀ ਸਕੂਲ ਸਿਸਟਮ ਠੀਕ ਕਰਨਾ ਹੈ। ਮੇਰਾ ਜਿਵੇਂ ਪਿਛਲੀ ਵਾਰ ਅਸੀਂ 20-25 ਹਜ਼ਾਰ ਕਰੋੜ ਸੜਕਾਂ ਤੇ ਲਾਇਆ ਤੇ ਦੂਜੇ ਕਾਫੀ ਪੈਸਾ ਅਸੀਂ ਥਰਮਲ ਪਲਾਂਟ ਲਾ ਕੇ ਬਿਜਲੀ ਆਮ ਕੀਤੀ। ਐਕਟੀ ਮੈਂ ਦੋ ਚੀਜ਼ਾਂ ਹੈ, ਇੱਕ ਤਾਂ ਪੜ੍ਹਾਈ ਤੇ ਹਾਂਜੀ ਭਾਵੇਂ 10,000 ਕਰੋੜ ਲੱਗੇ ਭਾਵੇਂ 12,000 ਕਰੋੜ ਲੱਗੇ, ਆ ਜਿਹੜਾ ਸਰਕਾਰੀ ਸਕੂਲ ਸਿਸਟਮ ਨੂੰ ਠੀਕ ਕਰਨਾ ਹੈ। 5,000 ਬੱਚੇ ਦਾ ਇੱਕ 25,000 ਆਬਾਦੀ ਦੇ ਅੰਦਰ ਇੱਕ ਸਕੂਲ ਬਣਾਇਆ ਜਾਊਗਾ ਸਰਕਾਰੀ, ਜਿੱਥੇ 50 ਬੱਚਿਆਂ ਮਗਰ ਇੱਕ ਟੀਚਰ, ਸਾਰੀਆਂ ਲੈਬੋਰੇਟਰੀਜ਼, ਕੰਪਿਊਟਰ ਸਾਇੰਸ ਕੋਰਸਿਸ ਸਾਰੇ ਉਹਦੇ ਵਿੱਚ ਹੀ ਹੋਣਗੇ। ਘੱਟ ਤੋਂ ਘੱਟ ਜੋ ਬੱਚੇ ਨੂੰ ਪੜ੍ਹਾਈ ਮਿਲੇ ਉਹ ਸਹੀ ਮਿਲੇ। ਜਦੋਂ ਪੜ੍ਹਾਈ ਚੰਗੀ ਮਿਲ ਗਈ ਉਹਨੂੰ, ਉਹਦੇ ਨਾਲ ਆਪਣੇ ਆਪ ਹੀ ਰੋਜ਼ਗਾਰ ਮਿਲਣ ਲੱਗ ਜਾਣਗੇ। ਉਹਦੇ ਬਾਅਦ ਪੰਜਾਬ ਦਾ ਕਾਲਜ ਸਿਸਟਮ ਦੇ ਵਿੱਚ ਵੀ ਮੈਂ ਜਿੰਨੇ ਵੀ ਸਕੂਲ ਕਾਲਜਸ ਆ ਉੱਥੇ 33% ਜਿੰਨੇ ਪ੍ਰਾਈਵੇਟ ਕਾਲਜ ਆ ਤੇ ਦੂਜੇ 33% ਸੀਟਾਂ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ ਤੇ ਉਹਦਾ ਖਰਚਾ ਹੀ ਪੰਜਾਬ ਸਰਕਾਰ ਦੇਊਗੀ। ਮੇਰਾ ਨਿਸ਼ਾਨਾ ਹੈ ਕਿ ਜਿਹੜੇ ਗਰੀਬ ਤੋਂ ਗਰੀਬ ਬੱਚੇ ਨੂੰ ਪੜ੍ਹਾਈ ਦਾ ਮੌਕਾ ਮਿਲੇ, ਕਿਸੇ ਵੀ ਕਾਲਜ ਜਾ ਸਕੇ, ਜੇ ਇੱਥੇ ਨਹੀਂ ਤਾਂ ਦੁਨੀਆ 'ਚ ਜਾ ਕੇ ਪੜ੍ਹ ਸਕੇ, ਤਾਂ ਹੀ ਅਸੀਂ ਸਟੂਡੈਂਟ ਕਾਰਡ 10 ਕਲਾਸ ਲੈਂਦਾ ਹੈ। ਜਦੋਂ ਪੜ੍ਹਾਈ ਦਾ ਸਿਸਟਮ ਠੀਕ ਹੋ ਗਿਆ, ਆਪਣੇ ਆਪ ਬੱਚਾ ਪੈਰਾਂ ਤੇ ਖੜੇ ਹੋਣ ਲੱਗ ਜਾਣਗੇ ਜੀ। ਐਸੇ ਪੰਜਾਬ ਵਿੱਚ ਇੱਕ ਆਈਟੀ ਸੈਕਟਰ, ਬਹਾਲੀ ਦੇ ਵਿੱਚ ਆਈਟੀ ਸੈਕਟਰ, ਜਿੱਥੇ ਸਭ ਤੋਂ ਜ਼ਿਆਦਾ ਨੌਕਰੀਆਂ ਕਿੱਥੇ ਕਿੱਥੇ ਹੈ, ਆਈਟੀ ਸੈਕਟਰ 'ਚ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਟੂਰਿਜ਼ਮ, ਜਿਹੜੇ ਆਪਣੇ ਪੰਜਾਬ 'ਚ ਆਪਾਂ ਕਰ ਸਕਦੇ ਹਾਂ। ਹਾਂਜੀ, ਆਪਾਂ ਸਟੀਲ ਮਿਲ ਪੰਜਾਬ 'ਚ ਨਹੀਂ ਲਾ ਸਕਦੇ ਕਿਉਂਕਿ ਆਪਣਾ ਰॉ ਮਟੀਰੀਅਲ ਹੈ ਨਹੀਂ। ਰਾਈਟ। ਆਪਣੀਆਂ ਦੂਜੀਆਂ ਜਿਹੜੀਆਂ ਚੀਜ਼ਾਂ, ਆਟੋਮੋਬਾਈਲ ਇੰਡਸਟਰੀ, ਕਿਉਂਕਿ ਇੱਥੇ ਐਨਸਿਲਰੀ ਸਿਸਟਮ ਹੈ ਨਹੀਂ। ਹਾਂਜੀ, ਆਪਣਾ ਟਰੈਕਟਰ ਆਪਾਂ ਐਗਰੀਕਲਚਰ ਇੰਪਲੀਮੈਂਟ ਬਣਾ ਸਕਦੇ ਹਾਂ ਕਿਉਂਕਿ ਇੱਥੇ ਆਪਣਾ ਸਾਰਾ ਨੈਟਵਰਕ ਹੈਗਾ। ਸੋ ਨਵਾਂ ਨੈਟਵਰਕ ਕ੍ਰੀਏਟ ਕਰਨਾ ਔਖਾ ਹੈ। ਪੁਰਾਣੇ ਨੈਟਵਰਕ ਨੂੰ ਆਪਾਂ ਅੱਗੇ ਕਿਵੇਂ ਲੈ ਕੇ ਜਾਣਾ? ਬਟ ਟੈਕਸਟਾਈਲ ਦਾ ਬਹੁਤ ਵਧੀਆ ਨੈਟਵਰਕ ਆਪਣੇ ਕੋਲੇ ਜੀ, ਔਰ ਆਪਣਾ ਫਾਰਮ ਇਕਵਿਪਮੈਂਟ ਦਾ ਬਹੁਤ ਵਧੀਆ ਨੈਟਵਰਕ ਆਪਣੇ ਕੋਲੇ। ਆਪਣੇ ਕੋਲੇ ਹੁਣ ਆਪਾਂ ਆਈਟੀ ਸੈਕਟਰ ਮੋਹਾਲੀ ਤੇ ਅੰਮ੍ਰਿਤਸਰ ਵਿੱਚ ਬਹੁਤ ਵੱਡਾ ਸੈਂਟਰ ਬਣ ਸਕਦਾ। ਘੱਟ ਤੋਂ ਘੱਟ ਕਈ ਲੱਖ ਬੱਚੇ ਇੱਥੇ ਹੀ ਕਰ ਸਕਦੇ। ਇੱਕ ਬਿਲਡਿੰਗ ਗੁੜਗਾਉਂ ਵਿੱਚ 20-20 ਹਜ਼ਾਰ ਬੱਚਾ ਕੰਮ ਕਰਦਾ। ਹਾਂਜੀ, ਜੇ ਆਪਾਂ ਉਹੀ ਆਈਟੀ ਨੈਟਵਰਕ ਇੱਥੇ ਬਣਾ ਦਈਏ, ਦੇਖੋਗੇ ਆਪਣੇ ਬੱਚੇ ਜਿਹੜੇ ਸਾਊਥ ਇੰਡੀਆ ਜਾਂਦੇ ਆ ਪੜ੍ਹਨ ਵਾਸਤੇ, ਨੌਕਰੀ ਕਰਨ ਵਾਸਤੇ, ਉਹ ਆਪਣੇ ਲੈ ਕੇ ਆਉਣਗੇ। ਜਦੋਂ ਮੇਰੀ ਸਰਕਾਰ ਸੀ, ਮੈਂ ਇਨਫੋਸਿਸ ਵਰਗੀਆਂ ਕੰਪਨੀਆਂ ਲਿਆਏ ਸੀ, ਉਹਨਾਂ ਬਿਲਡਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਉਦੋਂ ਜੋ ਸਰਕਾਰ ਟੁੱਟੀ ਤੇ ਕੰਮ ਸਾਰੇ ਹੀ ਰੁਕ ਗਏ। ਵਾਕਿਆ ਪਿਛਲੇ 5 ਸਾਲ ਸਾਰਾ ਕੁਝ ਹੀ ਬੰਦ ਹੋ ਗਿਆ ਪੰਜਾਬ 'ਚ। ਓਕੇ, ਤੇ ਆਪਾਂ ਸਮੱਸਿਆਵਾਂ ਦੀ ਗੱਲ ਕਰ ਰਹੇ ਹਾਂ, ਹੱਲ ਜੋ ਆਪਣੇ ਵੱਲੋਂ ਦੱਸ ਸਕਦੇ ਨੇ, ਆਪਣੇ ਵਿਜ਼ਨ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪੇਸ਼ ਕਰ ਰਹੇ ਨੇ। ਤੇ ਖਰੜ ਤੋਂ ਹੁਣ ਆਪਣਾ ਜਿਹੜਾ ਅਗਲਾ ਸਵਾਲ ਹੈ ਜੀ, ਆਪਾਂ ਖਰੜ ਜਿਹੜੇ ਜਨਤਾ ਜੁੜੀ ਹੋਈ ਹੈ, ਜਿਹੜੇ ਲੋਕ ਉੱਥੇ ਬੈਠੇ ਹੋਏ ਨੇ, ਹਾਂਜੀ ਖਰੜ ਵੱਲ ਮੂਵ ਕਰਦੇ ਹਾਂ। ਕੀ ਸਵਾਲ ਹੈ ਜੀ ਤੁਹਾਡਾ? ਬੋਲ ਰਹੇ ਹਲੇ। ਹੈਲੋ ਹਾਂਜੀ, ਆ ਸੁਣਦੇ ਆ ਜੀ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀਤ ਸਿੰਘ ਬੋਲਦਾ ਜੀ ਖਰੜ ਤੋਂ। ਮੇਰਾ ਕੁਐਸਚਨ ਹੈ ਕਿ 15 ਸਾਲ ਪਹਿਲਾਂ ਰਾਜਾ ਅਮਰਿੰਦਰ ਸਿੰਘ ਜੀ ਆਪਾਂ ਨੂੰ ਬੱਸ ਸਟੈਂਡ ਦੇ ਕੇ ਗਏ ਸੀਗੇ। ਹੁਣ ਰਾਜਾ ਵੜਿੰਗ ਜੀ ਆਏ ਆ, ਉਹ ਬੱਸ ਸਟੈਂਡ ਦਾ ਉਦਘਾਟਨ ਕਰਕੇ ਗਏ ਆ ਕਿ ਆਉਣ ਵਾਲੀ ਆਪਣੀ ਸਰਕਾਰ ਦੇ ਵਿੱਚ ਆਪਾਂ ਨੂੰ ਖਰੜ ਦਾ ਬੱਸ ਸਟੈਂਡ ਪੂਰਨ ਮਿਲੇਗਾ ਕਿ ਨਹੀਂ ਜੀ? ਕਿੰਨੇ ਟਾਈਮ 'ਚ ਮਿਲੂਗਾ ਜੀ? ਮੈਂ ਤੁਹਾਡੇ ਆਇਆ ਵੀ ਸੀ, ਹਲਕੇ 'ਚ ਵੀ ਆਇਆ ਸੀ ਤੇ ਗਿੱਲ ਸਾਹਿਬ ਨੇ ਆ ਗੱਲ ਵੀ ਰੱਖੀ ਸੀ, 100% ਪਹਿਲੇ ਹੀ 6 ਮਹੀਨਿਆਂ ਤੁਹਾਨੂੰ ਬੱਸ ਸਟੈਂਡ ਬਣਾ ਕੇ ਦੇਵਾਂਗੇ। ਇੱਥੇ ਹਸਪਤਾਲ ਦੀ ਵੀ ਲੋੜ ਹੈ। ਤੁਸੀਂ ਦੇਖੋ ਇੱਥੇ ਜਿਹੜਾ ਖਰੜ ਹਲਕਾ ਹੈ ਨਾ, ਬਾਕੀ ਅਸੈਂਬਲੀ ਹਲਕਿਆਂ ਦੀ ਤਾਂ ਮੈਨੂੰ ਲੱਗਦਾ ਵੋਟਾਂ 1,80,000 ਹੋਣੀਆਂ, ਥੋੜੀ ਮੈਨੂੰ ਲੱਗਦਾ 2,61,000 2,61,000। ਦੋ ਅਸੈਂਬਲੀਆਂ ਹਲਕਾ ਜਿਹੜਾ ਇੱਕ ਹੈ, ਉਵੇਂ ਜ਼ੀਰਕਪੁਰ ਦੇਖ ਲਓ 3 ਲੱਖ ਦਾ ਹਲਕਾ ਹੈ। ਵਾਕਈ। ਸੋ ਜਿਹੜੇ ਆ ਸ਼ਹਿਰ ਹੈ ਖਰੜ, ਜ਼ੀਰਕਪੁਰ, ਮੋਹਾਲੀ, ਹਰ ਮਹੀਨੇ
4-5 ਹਜ਼ਾਰ ਲੋਕ ਹੋਰ ਨਵੇਂ ਆ ਕੇ ਸੈਟਲ ਹੋ ਰਹੇ ਆ। ਹਾਂਜੀ ਉਹਨਾਂ ਵਾਸਤੇ ਘਰ, ਉਹਨਾਂ ਵਾਸਤੇ ਸਾਰੀ ਫੈਸਿਲਿਟੀ। ਦੇਖੋ 5000 ਬੱਚਾ ਲੋਕ ਇੱਥੇ ਏਰੀਆ 'ਚ ਆਉਣ ਹਰ ਮਹੀਨੇ ਜੁੜ ਜਾਣ, ਤੋਂ ਉਹ ਨੈਟਵਰਕ ਨੂੰ ਆਪਾਂ ਨੂੰ ਡਿਵੈਲਪ ਕਰਨਾ ਪੈਣਾ ਹੈ। ਸੋ ਮੈਂ ਪਹਿਲੇ ਵੀ ਕਿਹਾ ਸੀ ਆ ਸਾਰਾ ਅਸੀਂ ਨਿਊ ਚੰਡੀਗੜ੍ਹ ਕੰਪਲੈਕਸ ਜਿਹੜਾ ਹੁੰਦਾ ਹੈ ਉਹ ਬਣਾਵਾਂਗੇ, ਸਾਰੇ ਨੂੰ ਇਕੱਠਾ ਹੀ ਜੋੜ ਦੇਣਾ ਹੈ। ਮੋਹਾਲੀ, ਖਰੜ, ਨਿਊ ਚੰਡੀਗੜ੍ਹ, ਇਹਦਾ ਸਾਰਾ ਇਨਫਰਾਸਟ੍ਰਕਚਰ ਇਕੱਠਾ ਬਣਾ ਦੇਣਾ ਹੈ ਜੀ, ਕਿਉਂਕਿ ਇਹ ਸਾਰੀਆਂ ਨਾਲ ਜੁੜ ਗਏ, ਸਾਰੇ ਸ਼ਹਿਰ, ਤਿੰਨੇ ਸ਼ਹਿਰ ਇਕੱਠੇ ਜੁੜ ਗਏ ਆ। ਵਾਕਈ ਜ਼ਮੀਨ ਦੇ ਰੇਟ, ਇੱਕ ਗੱਲ ਹੋਰ ਹੈ ਜੀ ਇੱਥੇ ਜ਼ਮੀਨ ਦੇ ਰੇਟ, ਰਣਜੀਤ ਸਾਹਿਬ ਤੁਸੀਂ ਵੀ ਆਪਣਾ ਇਸ ਤੋਂ ਵਾਕਿਫ ਹੋਣੇ ਕਿ ਜ਼ਮੀਨਾਂ ਦੇ ਰੇਟ ਬਹੁਤ ਵੱਧ ਰਹੇ ਨੇ ਜੀ ਇੱਥੇ। ਛੋਟੀ ਜ਼ਮੀਨ ਆ ਉਹਦੇ ਰੇਟ ਅਸਮਾਨੀ ਛੂ ਰਹੇ ਨੇ, ਹੈ ਨਾ, ਪਰ ਸਹੂਲਤਾਂ ਜਮਾਂ ਹੀ ਥੱਲੇ ਡਿੱਗਦੀਆਂ ਜਾ ਰਹੀਆਂ ਨੇ ਮੇਰੇ, ਉਨੀਆਂ ਸਹੂਲਤਾਂ ਥੱਲੇ ਡਿੱਗਦੀਆਂ ਜਾ ਰਹੀਆਂ। ਇੱਕ ਬਹੁਤ ਵੱਡਾ ਸਵਾਲ ਮੇਰੇ ਖਿਆਲ ਹਰ ਇੱਕ ਦਾ ਬਣਿਆ ਹੋਇਆ। ਤੁਸੀਂ ਇਹਦੇ ਬਾਰੇ ਵਿਚਾਰ ਕੀ ਕਰ ਰਹੇ ਹੋ ਜੀ? ਦੇਖੋ ਇਸ ਤਰ੍ਹਾਂ ਜੀ, ਪਹਿਲਾਂ ਜਦੋਂ ਇਲੀਗਲ ਜਿਹੜੀਆਂ ਕਲੋਨੀਆਂ ਬਸ ਗਈਆਂ, ਲੇਕਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਉਹਦਾ ਜਿਹੜਾ ਲਾਇਸੈਂਸਿੰਗ ਸੀ ਉਹ ਬੜਾ ਸਿੰਪਲੀਫਾਈ ਕੀਤਾ ਗਿਆ। ਉਸ ਤੋਂ ਬਾਅਦ ਫਿਰ ਜਿਹੜੀਆਂ ਉਹ ਘਟ ਗਈਆਂ ਨੇ, ਤੇ ਲੇਕਿਨ ਜਿਹੜੀਆਂ ਉਹ ਬਸ ਗਈਆਂ ਨੇ ਉੱਥੇ ਬੜੀ ਪ੍ਰੋਬਲਮ ਹੈ ਵੀ ਸੜਕਾਂ ਇੰਨੀਆਂ ਛੋਟੀਆਂ ਨੇ, ਉੱਥੇ ਨਾ ਕੋਈ ਪਾਰਕ ਛੱਡਿਆ ਗਿਆ, ਨਾ ਕੋਈ ਉੱਥੇ ਕਾਮਨ ਕੋਈ ਹੋਰ ਫੈਸਿਲਿਟੀ ਦਿੱਤੀ ਗਈ। ਲੇਕਿਨ ਹੁਣ ਉੱਥੇ ਕੀਤਾ ਵੀ ਕੁਝ ਨਹੀਂ ਜਾ ਰਹੀਆਂ ਨੇ, ਉਹ ਪ੍ਰੋਪਰ ਤਰੀਕੇ ਜੋ ਐਜ਼ ਪਰ ਨੋਰਮਸ ਹੈਗਾ ਉਸ ਤਰੀਕੇ ਆ ਰਹੇ ਨੇ, ਪਰ ਜਿਹੜੀਆਂ ਬਣ ਗਈਆਂ ਨੇ ਉੱਥੇ ਵਾਕਈ ਬਹੁਤ ਵੱਡੀ ਪ੍ਰੋਬਲਮ ਹੈ। ਪਰ ਸਾਡੇ ਏਰੀਏ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਬਹੁਤ ਵੱਡੀ ਇੱਕ ਦੇਣ ਹੈ, ਅੱਜ ਸਾਡੇ ਸਾਰਾ ਜਿੰਨਾ ਹਲਕਾ ਹੈ ਤੇ ਉਹ ਸਾਰੇ ਇਸ ਗੱਲ ਦਾ ਧੰਨਵਾਦ ਕਰਦੇ ਨੇ ਵੀ ਸਾਨੂੰ ਜੋ ਸਾਡੀਆਂ ਅੱਜ ਜ਼ਮੀਨਾਂ ਉਹਨਾਂ ਦੀਆਂ ਵੀ ਕਰੋੜਾਂ ਦੀਆਂ ਹੋ ਗਈਆਂ ਜੀ, ਕਰੋੜਾਂ ਰੁਪਏ ਦੀਆਂ ਜ਼ਮੀਨਾਂ ਹੋ ਗਈਆਂ ਨੇ, ਕਿਉਂਕਿ ਸ਼ਹਿਰ ਸਾਰੇ ਚੰਡੀਗੜ੍ਹ ਹੈ। ਇੱਥੇ ਪਹਿਲੇ ਰੇਟ ਮੈਨੂੰ ਲੱਗਦਾ ਹੁੰਦਾ ਸੀ 5 ਲੱਖ 10 ਲੱਖ ਰੁਪਏ ਕਿੱਲਾ, 20 ਲੱਖ ਰੁਪਏ ਕਿੱਲਾ, ਇੰਨਾ ਹੀ ਸੀ। ਜਦੋਂ ਦਾ ਮੈਂ ਡਿਵੈਲਪ ਕੀਤਾ ਹੈ ਇੱਥੇ 5-10 ਕਰੋੜ ਰੁਪਏ ਕਿੱਲਾ ਹੋ ਗਿਆ। ਦੇਖੋ ਜਿਹਦੇ ਕੋਲੇ 1 ਕਿੱਲਾ ਸੀ ਜ਼ਮੀਨ ਉਹ 10 ਕਰੋੜ ਦਾ ਮਾਲਕ ਬਣ ਗਿਆ। ਬਿਲਕੁਲ ਜੀ। ਸੋ ਅੱਜ ਸਾਰਾ ਏਰੀਆ ਤਾਂ ਬਣਿਆ ਕਿਉਂਕਿ ਅਸੀਂ ਪਲਾਨ ਕਰ ਲਿਆ। ਜੇ ਆ ਨਾ ਪਲਾਨ ਹੁੰਦਾ ਤੇ ਆ ਉਵੇਂ ਹੀ ਇਲੀਗਲ ਕਲੋਨੀਆਂ ਜਿਵੇਂ ਬਣਦੀਆਂ, ਆ ਸਾਰਾ ਚੰਡੀਗੜ੍ਹ ਦੇ ਨਾਲ ਕੰਮ ਖਰਾਬ ਹੋ ਜਾਣਾ ਸੀ। ਵਾਕਈ ਜੀ, ਵਾਕਈ ਸਹੀ। ਦੇਖੋ ਚੰਡੀਗੜ੍ਹ, ਨਿਊ ਚੰਡੀਗੜ੍ਹ, ਮੋਹਾਲੀ, ਆ ਸਾਰਾ ਏਰੀਆ ਇੱਕ ਵੱਡੀ ਸੈਂਟਰ ਹੈ ਆਪਣਾ ਨਾਰਥ ਇੰਡੀਆ ਦਾ। ਹਾਂਜੀ ਹਾਂ। ਸੋ ਇਹ ਸਾਡੀ ਡਿਊਟੀ ਵੀ ਸੀ ਤੇ ਮੈਂ ਉਦੋਂ ਹੀ ਸਮਝ ਲਿਆ ਸੀ ਬਿਮਾਰੀ। ਮੈਂ ਕਿਹਾ ਜੇ ਹੁਣ ਨਾ ਕੀਤਾ ਤੇ ਆ ਸਾਰਾ ਏਰੀਆ ਖਰਾਬ ਹੋ ਜਾਣਾ। ਤੇ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਆ ਨਿਊ ਚੰਡੀਗੜ੍ਹ ਤੋਂ ਲੈ ਕੇ ਹੁਣ ਖਰੜ ਵੀ ਜਿਹੜਾ ਅਸੀਂ ਹਾਈਵੇ ਸਿਸਟਮ ਬਣਾਇਆ ਹੈ। ਹਾਂਜੀ ਤੁਸੀਂ ਦੇਖੋ ਜੋ ਅੱਜ ਚੰਡੀਗੜ੍ਹ ਤੋਂ ਤੁਸੀਂ ਖਰੜ ਰਾਹੀਂ ਜਾਂਦੇ ਹੋ ਉਹ ਕਿੰਨੀਆਂ ਚੌੜੀਆਂ ਸੜਕਾਂ ਹੋ ਗਈਆਂ, ਉਹਦੇ ਨਾਲ ਵੀ ਕੰਜੈਸ਼ਨ ਘਟਿਆ ਜੀ ਜੀ। ਹੁਣ ਫਲਾਈਓਵਰ ਹੀ ਅਸੀਂ ਬਣਾਤੇ, ਜਿਹੜਾ ਮੈਂ ਬਣਾਇਆ ਸੀ ਐਲੀਵੇਟਡ, ਜਿਹੜਾ ਹੁਣ ਕੰਪਲੀਟ। ਸਰ ਸੌਰੀ ਮੈਂ ਵਿੱਚ ਤੁਹਾਨੂੰ ਇੰਟਰਰਪਟ ਕਰ ਰਿਹਾ, ਮਾਜਰੀ ਦੇ ਲੋਕੀ ਵੇਟ ਕਰ ਰਹੇ ਨੇ ਗੱਲ ਕਰਨ ਦੇ ਲਈ। ਹਾਂਜੀ ਅਸੀਂ ਪਲਾਨ ਕਰ ਲਿਆ ਜੀ, ਆ ਨਾ ਪਲਾਨ ਕੀ ਸਵਾਲ ਹੈ ਜੀ ਆਪਣਾ? ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਸੁਖਵੀਰ ਜੀ ਨੂੰ ਹੈ ਜੀ ਕਿ ਇਲਾਜ ਇੰਨਾ ਮਹਿੰਗਾ ਹੋ ਚੁੱਕਿਆ ਹੈ ਜੀ, ਗਰੀਬ ਆਦਮੀ ਹਸਪਤਾਲ ਜਾਣ ਤੋਂ ਵੀ ਡਰਨ ਲੱਗ ਗਿਆ, ਤੇ ਆਪਣੀ ਸਰਕਾਰ ਆਉਣ ਤੇ ਇਹਦਾ ਕੀ ਹੱਲ ਹੋਊਗਾ ਜੀ, ਇਹ ਸਾਨੂੰ ਦੱਸਿਆ ਜਾਵੇ। ਜਿਹੜਾ ਮੈਡੀਕਲ ਫੈਸਿਲਿਟੀ ਵਾਸਤੇ ਅਸੀਂ 2 ਵੱਡੇ ਕੰਮ ਕਰਨ ਲੱਗੇ ਆ। ਇੱਕ ਤਾਂ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਖੋਲ੍ਹਿਆ ਜਾਊਗਾ 500 ਬਿਸਤਰੇ ਦਾ। ਮੈਡੀਕਲ ਕਾਲਜ ਦਾ ਮਤਲਬ ਕੀ ਹੈ? 500 ਬਿਸਤਰੇ ਦਾ ਹਸਪਤਾਲ ਹੋ ਜਾਊਗਾ ਤੇ ਜਿਹੜੇ ਮੈਡੀਕਲ ਕਾਲਜ ਹੈ ਕਾਨੂੰਨ ਦੇ ਤਹਿਤ ਉਹ ਜਿਹੜੀ ਫੀਸ ਹੈ ਇਲਾਜ ਦੀ ਉਹ 10 ਰੁਪਏ ਇੱਕ ਪਰਚੀ ਦੀ ਹੁੰਦੀ ਹੈ। ਜਿਵੇਂ ਏਮਜ਼ ਹੈ, ਪੀਜੀਆਈ ਹੈ, ਉਹੀ ਰੇਟ ਹੋਣੇ ਆ। ਕਿਉਂਕਿ ਜੇ ਆਪਾਂ ਪੂਰੇ 22 ਜਿੰਨੇ ਡਿਸਟ੍ਰਿਕਟ ਹੈ ਸਾਰੇ 'ਚ ਇੱਕ ਮੈਡੀਕਲ ਕਾਲਜ ਖੋਲ੍ਹ ਦਈਏ, ਆ ਇੱਕ ਬਹੁਤ ਵੱਡੀ ਮੁਸ਼ਕਿਲ ਹੱਲ ਹੋ ਜੂਗੀ। ਦੂਜੀ ਗੱਲ, ਅਸੀਂ ਇੱਕ ਜਿਹੜਾ ਅਸੀਂ ਭਾਈ ਕਨਈਆ ਸਕੀਮ ਪਿਛਲੀ ਵਾਰ ਸੀ, ਉਸ ਮੁੱਖ ਮੰਤਰੀ ਬਾਦਲ ਸਾਹਿਬ ਸੀ, ਭਾਈ ਕਨਈਆ ਸਕੀਮ ਲਿਆਂਦੀ ਸੀ ਜਿੱਥੇ 2 ਲੱਖ ਰੁਪਏ ਤੱਕ ਇਲਾਜ ਤੁਸੀਂ ਕਿਸੇ ਵੀ ਹਸਪਤਾਲ ਜਾ ਕੇ ਕਰ ਸਕਦੇ, ਬੜੀ ਕਾਮਯਾਬ ਸੀ। ਪਰ ਕਾਂਗਰਸ ਸਰਕਾਰ ਨੇ ਉਹ ਬੰਦ ਕਰ ਦਿੱਤੀ। ਅਸੀਂ ਹੁਣ ਫਿਰ ਤੋਂ ਭਾਈ ਕਨਈਆ ਸਕੀਮ ਲੈ ਕੇ ਆਵਾਂਗੇ ਜਿੱਥੇ 10 ਲੱਖ ਰੁਪਏ ਤੱਕ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਤੁਹਾਡੇ ਹਰ ਪਰਿਵਾਰ ਨੂੰ ਦਿੱਤਾ ਜਾਊਗਾ। ਤੁਸੀਂ ਕਾਰਡ ਲੈ ਕੇ ਹਰ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਦਾ ਵੀ ਨਾ ਹੋਊਗਾ ਤੇ ਸਰਕਾਰੀ ਦਾ ਵੀ ਹੋਊਗਾ। ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਉੱਥੇ ਜਾ ਕੇ ਇਕੱਲਾ ਕਾਰਡ ਦਿਖਾਉਣਾ ਹੈ। ਕਿਉਂਕਿ ਕੋਵਿਡ ਦੀ ਬਿਮਾਰੀ ਦੇ ਦੌਰਾਨ ਮੈਂ ਦੇਖਿਆ ਬਹੁਤ ਜ਼ਿਆਦੀਆਂ ਮੌਤਾਂ ਜਿਹੜੀਆਂ ਹੋਈਆਂ ਇਸ ਕਰਕੇ ਹੋਈਆਂ ਕਿ ਲੋਕ ਸਰਕਾਰੀ ਹਸਪਤਾਲ ਜਾਂਦੇ ਨਹੀਂ ਸੀ, ਕਿਉਂਕਿ ਉੱਥੇ ਨਾ ਆਕਸੀਜਨ ਸੀ ਨਾ ਦਵਾਈਆਂ ਸੀ। ਪ੍ਰਾਈਵੇਟ ਹਸਪਤਾਲ ਜਾਣ ਤੋਂ ਡਰਦੇ ਸੀ ਕਿਉਂਕਿ 8-8 ਲੱਖ 9-9 ਲੱਖ ਦੇ ਬਿੱਲ ਬਣਦੇ ਸੀ। ਤੇ ਇਸ ਕਰਕੇ ਅਸੀਂ ਫੈਸਲਾ ਹੀ ਕੀਤਾ ਹੈ ਕਿ ਹੁਣ
ਅਸੀਂ ਉਹ ਕਾਰਡ ਰਾਹੀਂ 10 ਲੱਖ ਰੁਪਏ ਤੱਕ ਦਾ ਇਲਾਜ ਕਿਤੇ ਵੀ ਪਰਿਵਾਰ ਕਰਾ ਸਕਦੇ, ਉਹ ਅਸੀਂ ਸਕੀਮ ਲੈ ਕੇ ਆਏਂਗੇ, ਜਿੰਨਾ ਬਹੁਤ ਵੱਡਾ ਫਾਇਦਾ ਹਰ ਵਰਗ ਨੂੰ ਹੋ ਜਾਊਗਾ ਜੀ। ਇੱਕ ਵਾਰ ਫਿਰ ਤੋਂ ਆਪਾਂ ਹੁਣ ਨਏ ਗਾਉਂ ਵੱਲ ਚੱਲਦੇ ਹਾਂ ਜੀ, ਤੇ ਹਾਂਜੀ ਪ੍ਰਾਈਵੇਟ ਹਸਪਤਾਲ ਜਾਣ ਤੋਂ ਡਰਦੇ ਸੀ ਕਿਉਂਕਿ 8-8 ਲੱਖ 9-9 ਲੱਖ ਦੇ ਬਿੱਲ ਬਣਦੇ ਸੀ, ਤੇ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਹੁਣ ਅਸੀਂ ਉਹ ਕਾਰਡ ਰਾਹੀਂ 10 ਲੱਖ ਰੁਪਏ ਤੱਕ ਦਾ ਇਲਾਜ ਕਿਤੇ ਵੀ ਪਰਿਵਾਰ ਕਰਾ ਸਕਦੇ। ਸੋ ਕੌਣ ਸਵਾਲ ਕਰ ਰਿਹਾ ਜੀ ਇੱਧਰੋਂ ਦੀ, ਤੇ ਮਾਈਕ ਉਹਨਾਂ ਤੱਕ ਪਹੁੰਚਾ ਦਿਓ ਜੀ। ਇੱਕ ਵਾਰ ਫਿਰ ਤੋਂ ਆਪਾਂ ਹੁਣ ਨਏ ਗਾਉਂ ਵੱਲ ਚੱਲਦੇ ਹਾਂ, ਤੇ खड़े होके ना। हाँ जी, सत श्री अकाल जी। मेरा एक सवाल है सुखबीर सिंह बादल जी से कि एक गरीब व्यक्ति को अपने बच्चे के लिए किस प्रकार का प्रोफेशनल कोर्स करवाए, इसके बारे में आपका क्या विचार है? धन्यवाद। ਕਾਉਂਸਲਿੰਗ ਸੌਰਟ ਆਫ ਮੇਰੇ ਖਿਆਲ ਗੱਲ ਕੀਤੀ ਇਹਨਾਂ ਨੇ। ਹਾਂਜੀ ਹਾਂ, ਜਿਹੜੇ ਗੱਲ ਕੀਤੀ ਹੈ ਬੜਾ ਅਹਿਮ ਸਵਾਲ ਹੈ, ਕਿਉਂਕਿ ਜਿਹੜੇ ਗਰੀਬ ਹੈ ਜਦੋਂ ਪੜ ਜਾਂਦਾ 10ਵੀਂ ਚ ਹੁੰਦਾ ਹੈ, ਹਾਂਜੀ ਹਾਂ, ਉਹਨੂੰ ਪਤਾ ਹੀ ਨਹੀਂ ਕਿ ਕਿਹੜੀ ਡਾਇਰੈਕਸ਼ਨ ਜਾਣਾ ਹੈ। ਬਿਲਕੁਲ, ਉਹ ਵਿਚਾਰਾ 12ਵੀਂ ਕਰ ਲੈਂਦਾ, ਹਲੇ ਵੀ ਨਹੀਂ ਪਤਾ ਹੁੰਦਾ। ਹਾਂਜੀ, ਤੇ ਆ ਇੱਕ ਬਹੁਤ ਵੱਡੀ ਲੋੜ ਆਪਣੇ ਐਜੂਕੇਸ਼ਨ ਸਿਸਟਮ 'ਚ ਆਪਾਂ ਨੂੰ ਪਾਉਣੀ ਪੈਣੀ ਹੈ ਕਿ ਜਦੋਂ ਬੰਦਾ 10ਵੀਂ ਪਾਸ ਹੁੰਦਾ ਹੈ, 11ਵੀਂ 12ਵੀਂ ਦੀ ਕਿਉਂਕਿ ਫਿਰ ਫੀਲਡਾਂ ਲੈਣੀ ਪੈਣੀ, ਕਹਿੰਦੇ ਕਿ ਸਾਇੰਸ ਸਟਰੀਮ ਜਾਣਾ ਦੂਜਾ, ਹਾਂਜੀ 10ਵੀਂ 'ਚ ਜਿੰਨੇ ਸਕੂਲ ਪੰਜਾਬ ਦੇ ਹੈ ਮੈਂਡੇਟਰੀ ਕਰਾਂਗੇ ਕੈਰੀਅਰ ਕਾਉਂਸਲਿੰਗ, ਕਿ ਉੱਥੋਂ 10ਵੀਂ 'ਚ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਜੇ ਆਹ ਕਰੋਗੇ ਤੇ ਇਹਦਾ ਆਹ ਫਾਇਦਾ ਹੈ, ਆਹ ਕਰੋਗੇ ਤੇ ਆਹ ਫਾਇਦਾ ਹੈ, ਆਹ ਕਰੋਗੇ ਤੇ ਆਹ। ਜਿੰਨੇ ਚੰਗੇ ਪ੍ਰਾਈਵੇਟ ਸਕੂਲ ਹੈਗੇ ਉੱਥੇ ਕਾਉਂਸਲਿੰਗ ਹੈ, ਮੈਂ ਦੇਖਿਆ ਵੱਡੇ ਵੱਡੇ ਸਕੂਲਾਂ 'ਚ ਹੈ, ਪਰ ਮੈਂ ਦੇਖਿਆ ਨਾ ਸਰਕਾਰੀ ਸਕੂਲਾਂ 'ਚ ਹੈ ਤੇ ਨਾ ਜਿਹੜੇ ਦੂਜੇ ਛੋਟੇ ਪ੍ਰਾਈਵੇਟ ਸਕੂਲਾਂ 'ਚ। ਬਿਲਕੁਲ ਜੀ। ਆਹ ਕੈਰੀਅਰ ਕਾਉਂਸਲਿੰਗ ਮੈਨੂੰ ਲੱਗਦਾ ਮੈਂਡੇਟਰੀ ਕਰਾਈ ਜਾਏ, ਸੋ ਦੈਟ ਜੇ ਕਈ ਬੱਚੇ ਕੱਲੀ ਆਪਣੀ ਸਕਿੱਲ ਟ੍ਰੇਨਿੰਗ ਲੈ ਸਕਦੇ ਆ। ਹਾਂਜੀ, ਜਿਹਨੇ ਕੋਈ ਐ ਨਹੀਂ ਕਿ ਐਮਏ ਕਰਨੀ ਹੈ, ਬੀਏ ਕਰਨੀ ਹੈ, ਕੋਈ ਮਕੈਨਿਕ ਦੀ ਟ੍ਰੇਨਿੰਗ ਲੈ ਲੇ, ਕੋਈ ਆਪਣਾ ਟੈਕਸਟਾਈਲ ਡਿਜ਼ਾਈਨਿੰਗ ਦੀ ਟ੍ਰੇਨਿੰਗ ਲੈ ਲੇ, तो स्किल ट्रेनिंग तरफ फोकस होना चाहिए, क्योंकि हुण सारा सिस्टम जिवें पहले किया एजुकेशन सिस्टम नू रिव्यू करके फोकस करके प्लान बनाया जाए कि असी अगले 5 सालों के अंदर एक डायरेक्शन वाला एजुकेशन सिस्टम देना है, डायरेक्शन लेस एजुकेशन सिस्टम नहीं लेना जी। बिल्कुल, तो उसे दी फोकस जिवें मैं किया मेरी आने वाली प्रायोरिटी दो चीज़ां च है, एक एजुकेशन सिस्टम नू ठीक करना, भावें कितना मर्जी पैसा लग जाए एक बार ला के आ ढांचे नू ठीक करना, दूजा आ हेल्थ केयर, क्योंकि जी जान है तो जान सारा कुछ है। बिल्कुल, जे जान ही नहीं है थोड़ी तो फिर आप सरकार का की फायदा जी, वाकई जी। सो खरड़ एक बार फिर तो आप मूव ऑन करते हैं। हाँ जी, की सवाल है जी? ਬਾਦਲ ਸਾਹਿਬ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਥੈਂਕਸ ਕਹਿਣਾ ਚਾਹੁੰਦਾ ਕਿ ਤੁਸੀਂ ਰਣਜੀਤ ਸਿੰਘ ਗਿੱਲ ਜੀ ਵਰਗਾ ਸਾਨੂੰ ਕੈਂਡੀਡੇਟ ਦਿੱਤਾ ਤੇ ਸਾਨੂੰ ਇਹਨਾਂ ਤੇ ਬਹੁਤ ਉਮੀਦਾਂ ਹੈ ਕਿ ਸਾਡੇ ਖਰੜ ਦੀ ਡਿਵੈਲਪਮੈਂਟ ਵਧੀਆ ਕਰਨਗੇ। ਤੇ ਬਾਕੀ ਜਿਹੜਾ ਸੈਕਿੰਡ ਮੇਰਾ ਸਵਾਲ ਹੈ ਉਹ ਬਿਲਕੁਲ ਛੋਟਾ ਜਿਹਾ ਹੈ, ਸਾਡੇ ਸ਼ਹਿਰ ਨਾਲ ਰਿਲੇਟਡ ਹੈ ਕਿ ਸਾਡਾ ਖਰੜ ਹੈ ਜਿਹੜਾ ਇਹ ਮਹਾਰਾਜਾ ਅੱਜ ਦਾ ਸ਼ਹਿਰ ਹੈ ਜੋ ਕਿ ਸ਼੍ਰੀ ਰਾਮਚੰਦਰ ਜੀ ਦੇ ਦਾਦਾ ਜੀ ਸੀ, ਤੇ ਅਸੀਂ ਜਿੱਥੇ ਅੱਜ ਬੈਠੇ ਹਾਂ ਇਹ ਵੀ ਮਹਾਰਾਜਾ ਅੱਜ ਸਰੋਵਰ ਦੇ ਵਿੱਚ ਜਗ੍ਹਾ ਦੇ ਵਿੱਚ ਬੈਠੇ ਹਾਂ ਅਸੀਂ। ਤੇ ਸਾਡਾ ਸ਼ਹਿਰ ਜਿਹੜਾ ਹਿੰਦੂ ਭਾਈਚਾਰਾ ਉਹ ਇਹ ਚਾਹੁੰਦਾ ਕਿ ਅੱਜ ਸਰੋਵਰ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਵੇ ਕਿ ਇੱਕ ਮਾਡਲ ਦੇ ਤੌਰ ਤੇ ਜਿੱਦਾਂ ਤੁਸੀਂ ਯਾਦਗਾਰਾਂ ਪਹਿਲਾਂ ਬਣਾਈਆਂ ਪਿਛਲੀ ਸਰਕਾਰ ਨੇ, ਤੇ ਇਹਦੇ ਵਿੱਚ ਵੀ ਕੋਈ ਵਧੀਆ ਚੀਜ਼ ਬਣਾਈ ਜਾਵੇ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਜਿਹਦੇ ਨਾਲ ਕਿ ਸਾਡੇ ਹਿੰਦੂ ਭਾਈਚਾਰੇ ਨੂੰ ਵਧੀਆ ਕੋਈ ਸੁਨੇਹਾ ਜਾਵੇ ਜੀ? ਮੈਨੂੰ ਲੱਗਦਾ ਗਿੱਲ ਸਾਹਿਬ ਤੁਹਾਡੇ ਨਾਲ ਉੱਥੇ ਆਪਾਂ ਮੈਂ ਪਹੁੰਚ ਗਿਆ ਵੀ ਸੀ ਤੇ ਬੜੀ ਇਤਿਹਾਸਿਕ ਜਗ੍ਹਾ, ਤੇ ਮੈਂ ਗਿੱਲ ਸਾਹਿਬ ਨੇ ਮੈਨੂੰ ਆ ਗੱਲ ਕੀਤੀ ਵੀ ਸੀ ਕਿ ਆਪਾਂ ਇਸ ਨੂੰ ਬਹੁਤ ਚੰਗਾ ਵਧੀਆ ਤਰੀਕੇ ਨਾਲ ਡਿਵੈਲਪ ਕਰੀਏ, ਤੇ ਮੈਂ ਤੇ ਗਿੱਲ ਸਾਹਿਬ ਨੇ ਅਸੀਂ ਪਲਾਨ ਬਣਾਈ ਵੀ ਲਿੱਤਾ ਹੈ ਕਿ ਪ੍ਰਮਾਤਮਾ ਮਿਹਰ ਕਰੇ ਸਰਕਾਰ ਬਣੇ ਆ ਉਸ ਪਵਿੱਤਰ ਸਥਾਨ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾਉਣਾ ਹੈ। ਮੈਨੂੰ ਗਿੱਲ ਸਾਹਿਬ ਉੱਥੇ ਲੈ ਕੇ ਵੀ ਗਏ ਸੀ। ਤੇ ਗਿੱਲ ਸਾਹਿਬ ਇੱਥੇ ਤੁਹਾਡਾ ਰਿਐਕਸ਼ਨ ਵੀ ਲੈਣਾ ਚਾਹਾਂਗੇ ਆਪਾਂ, ਕਿਉਂਕਿ ਓਬਵੀਅਸਲੀ ਬਾਦਲ ਸਾਹਿਬ ਦੇ ਪੱਖੋਂ ਤੁਸੀਂ ਰਿਪਰੈਜ਼ੈਂਟੇਟਿਵ ਹੈਗੇ ਹੋ, ਤੁਹਾਡਾ ਕੀ ਰਿਐਕਸ਼ਨ ਹੈ ਇਸ ਗੱਲ ਤੇ? ਨਹੀਂ ਦੇਖੋ, ਉੱਥੇ ਜਿਹੜਾ ਉਹ ਬਹੁਤ ਹਿਸਟੋਰੀਕਲ ਜਗ੍ਹਾ ਹੈ, ਲੇਕਿਨ ਉਹ ਕਿਸੇ ਨੇ ਉਹਦੇ ਧਿਆਨ ਨਹੀਂ ਕੀਤਾ, ਕਿਉਂਕਿ ਖਰੜ ਜਿਹੜਾ ਮੇਰੇ ਖਿਆਲ 'ਚ ਏਰੀਆ ਇੱਕ ਮਲਟੀ ਕਲਚਰਲ ਬਣਦਾ ਜਾ ਰਿਹਾ ਹੈ, ਕਿਉਂਕਿ ਇੰਡਸਟਰੀ ਵੀ ਆ ਰਹੀ ਹੈ ਨਾਲ, ਚੰਡੀਗੜ੍ਹ ਸ਼ਹਿਰ ਵੀ ਹੈਗਾ, ਹਰਿਆਣੇ ਦੀ ਹਿਮਾਚਲ ਦੀ ਬਾਰਡਰ ਵੀ ਕਿਤੇ ਨਾ ਕਿਤੇ ਜੁੜਦੀ ਹੈ। ਹਰ ਸਟੇਟ ਦੇ ਲੋਕੀ ਨੇ। ਹਾਂਜੀ, ਕਿਉਂਕਿ ਅੱਛਾ ਏਰੀਆ ਹੈ, ਹਾਂਜੀ ਇਸ ਏਰੀਆ 'ਚ ਹਿਮਾਚਲ ਦੇ ਲੋਕੀ ਰਹਿ ਰਹੇ ਆ, ਇਸ ਏਰੀਆ 'ਚ ਉੱਤਰਾਂਚਲ ਦੇ ਲੋਕੀ ਰਹਿ ਰਹੇ ਆ, ਇਸ ਏਰੀਆ 'ਚ ਨੇਪਾਲ ਤੋਂ ਲੋਕੀ ਰਹਿ ਰਹੇ ਆ। ਵਾਕਈ ਇਹਨਾਂ ਦੇ ਅਲੱਗ-ਅਲੱਗ ਬਲਾਕਸ ਬਣੇ ਇਹਨਾਂ ਦੇ। ਹਾਂਜੀ ਹਾਂ। ਤੇ ਜੀ
ਸੋ ਬੜਾ ਹਿਸਟੋਰੀਕਲ ਹੈ। ਦੇਖੋ ਸ਼੍ਰੀ ਰਾਮ ਚੰਦਰ ਜੀ ਦੇ ਦਾਦਕੇ ਨੇ, ਦਾਦਾ ਸੀ ਜਿਹੜੇ ਰਾਜਾ ਅੱਜ ਹੋਏ ਨੇ, ਬੜਾ ਧਰਮੀ ਰਾਜਾ ਹੋਇਆ। ਸੋ ਹਿੰਦੂ ਕਮਿਊਨਿਟੀ ਇੱਕ ਸਾਡੇ ਖਰੜ ਦੀ ਨਹੀਂ, ਇਹ ਪੂਰੇ ਪੰਜਾਬ ਦੀ, ਪੂਰੇ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਤੀਰਥ ਸਥਾਨ ਬਣ ਸਕਦਾ ਹੈ। ਜਦ ਕਿ ਉੱਥੇ ਜ਼ਮੀਨ ਵੀ ਉਹ 13 ਏਕੜ ਹੈ। ਅਗਰ ਉਹਨੂੰ ਵਧੀਆ ਡਿਵੈਲਪ ਕੀਤਾ ਜਾਵੇ ਤਾਂ ਇਹ ਬਹੁਤ ਵੱਡਾ ਆਸਥਾ ਦਾ ਕੇਂਦਰ ਹੈ, ਲੇਕਿਨ ਉਹ ਬੜਾ ਅਣਗੌਲਿਆ ਹੋਇਆ। ਸੋ ਮੈਂ ਬਾਦਲ ਸਾਹਿਬ ਨੂੰ ਇਹੀ ਬੇਨਤੀ ਕੀਤੀ ਸੀ ਵੀ ਸਰਕਾਰ ਆਉਣ ਤੇ ਜਿੱਥੇ ਆਪਾਂ ਨੇ ਹੋਰ ਸਾਰੇ ਧਰਮਾਂ ਦੇ ਆਪਾਂ ਨੇ ਸਥਾਨ ਬਣਾਏ ਨੇ ਤੇ ਇਹਨੂੰ ਵੀ ਉਸ ਪੈਟਰਨ ਤੇ ਹੀ ਇਹਨੂੰ ਡਿਵੈਲਪ ਕਰੀਏ। ਦੇਖੋ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ, ਉਹਨਾਂ ਦੀ ਸੋਚ ਸੀ ਕਿ ਮੈਂ ਸਾਰੇ ਵਿਰਸਾ ਸੰਭਾਲਣਾ ਹੈ। ਹਾਂਜੀ ਹਾਂ, ਦੇਖੋ ਜੇ ਆਪਾਂ ਆਪਣਾ ਵਿਰਸਾ ਨਾ ਸੰਭਾਲਿਆ ਤੇ ਨੈਕਸਟ ਜਨਰੇਸ਼ਨ ਨੂੰ ਪਤਾ ਹੀ ਨਹੀਂ ਹੋਣਾ ਸੀ। ਵਾਕਈ ਜੀ ਵਾਕਈ। ਤੇ ਜਿਹੜਾ ਜਿਵੇਂ ਅਸੀਂ ਰਾਮ ਤੀਰਥ ਹੈ, ਦੇਖੋ ਕਿੰਨਾ ਖੂਬਸੂਰਤ ਬਾਦਲ ਸਾਹਿਬ ਨੇ ਭਗਵਾਨ ਵਾਲਮੀਕੀ ਜੀ ਦਾ ਸਥਾਨ ਬਣਾਇਆ ਹੈ। ਤੇ ਉਵੇਂ ਵਿਰਾਸਤ-ਏ ਖਾਲਸਾ ਜੀ ਪਰਪਸ ਕੀ ਸੀ? ਹੁਣ ਤੁਸੀਂ ਵਿਰਾਸਤ-ਏ ਖਾਲਸਾ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਆਇਆ ਸਭ ਤੋਂ ਜ਼ਿਆਦਾ ਟੂਰਿਸਟ ਜੇ ਹਿੰਦੁਸਤਾਨ ਕਿਤੇ ਜਗ੍ਹਾ ਜਾਂਦੇ ਆ ਤੇ ਵਿਰਾਸਤ-ਏ ਖਾਲਸਾ ਦੇਖਣ ਜਾਂਦੇ ਆ। ਵਾਹ ਜੀ ਵਾਹ। ਦੇਖੋ ਜਿਹੜੇ ਹੁਣ ਜਾਂਦੇ ਆ ਟੂਰਿਸਟ, ਉਹਦੇ ਨਾਲ ਕੀ ਹੁੰਦਾ, ਕਿੰਨਾ ਡਿਵੈਲਪਮੈਂਟ ਪੰਜਾਬ ਦੀ ਹੁੰਦੀ ਹੈ। ਵਾਕਈ ਜੀ। ਸੋ ਜੇ ਆਪਣੇ ਕੋਲੇ ਬੜੀਆਂ ਹਿਸਟੋਰਿਕ ਜਗ੍ਹਾ ਹੈ ਪੰਜਾਬ, ਮੈਂ ਜੋ ਅੱਜ ਪੰਜਾਬ ਦੇ ਕੋਨੇ-ਕੋਨੇ ਗਿਆ, ਕਈ ਇਹੋ ਜਿਹੀਆਂ ਜਗ੍ਹਾ ਜਿਹੜੀਆਂ ਲੋਕਾਂ ਨੂੰ ਪਤਾ ਨਹੀਂ ਪਰ ਇਤਿਹਾਸ ਉਹਨਾਂ ਦਾ ਬੜਾ ਸਟਰੋਂਗ ਹੈ ਜੀ। ਤੇ ਆਪਾਂ ਨੂੰ ਜਿਵੇਂ ਆ ਪਵਿੱਤਰ ਸਥਾਨ ਹੈ ਜਾਂ ਹਿਸਟੋਰਿਕ ਜਗ੍ਹਾ ਹੈ, ਜੇ ਆਪਾਂ ਮੋਨੂਮੈਂਟ ਲਾਈਕ ਡਿਵੈਲਪ ਕਰ ਲਾਂਗੇ, ਆ ਇੱਕ ਬਹੁਤ ਵੱਡਾ ਟੂਰਿਸਟ ਸੈਂਟਰ ਬਣ ਸਕਦਾ, ਸੈਕਟਰ ਬਣ ਸਕਦਾ, ਜਿੱਥੇ ਲੋਕੀ ਆਉਣ ਤੇ ਉੱਥੇ ਦੇਖਣ। ਕਈ ਦੇਸ਼ ਕੱਲਾ ਟੂਰਿਸਟ ਕਰਕੇ ਜਿਉਂਦੇ ਆ। ਬਿਲਕੁਲ ਸਹੀ ਗੱਲ ਤੁਹਾਡੀ ਹੈ। ਉਹਨਾਂ ਨੂੰ ਕੋਈ ਇੰਡਸਟਰੀ ਨਹੀਂ। ਦੁਬਈ ਕੀ ਹੈ? ਦੁਬਈ 'ਚ ਕੋਈ ਤੇਲ ਨਹੀਂ ਹੈ, ਕੋਈ ਕੱਲਾ ਰੇਤਾ ਹੈ। ਹਾਂਜੀ, ਕੱਲਾ ਦੁਬਈ ਅੱਜ ਇੰਨਾ ਅਮੀਰ ਹੈ ਟੂਰਿਸਟ ਕਰਕੇ। ਤੇ ਜਿਹੜਾ ਟੂਰਿਸਟ ਆਉਂਦਾ ਉਹ ਮੈਨੂੰ ਲੱਗਦਾ 20-25 ਲੱਖ ਰੁਪਏ ਖਰਚ ਕੇ ਚਲੇ ਜਾਂਦਾ ਹੈ, ਉਹ ਸਾਰਾ ਪੈਸਾ ਉੱਥੇ ਉਹਨਾਂ ਨੂੰ ਆ ਜਾਂਦਾ ਹੈ। ਸੋ ਪੰਜਾਬ ਕੋਲੇ ਬਹੁਤ ਵੱਡਾ ਪੋਟੈਂਸ਼ੀਅਲ ਹੈ ਜਿੱਥੇ ਆਪਾਂ ਨੂੰ ਕਨਸੈਂਟਰੇਟ ਕਰਨਾ ਪੈਣਾ। ਸੋ ਮਤਲਬ ਇੱਕ ਸੁਹੱਪਣ ਵੀ ਮਿਲੇਗਾ ਸ਼ਹਿਰ ਨੂੰ ਤੇ ਨਾਲ ਦੀ ਨਾਲ ਰੈਵਨਿਊ ਵੀ ਜਨਰੇਟ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ। ਮਾਜਰੀ ਤੋਂ ਆਪਾਂ ਹੁਣ ਸਵਾਲ ਲੈਣੇ ਜੀ, ਅਗਲਾ ਮਾਜਰੀ ਵੱਲ ਚੱਲਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ, ਕਿਆ ਕਿਸਾਨ ਅਤੇ ਉਹਦੇ ਪਰਿਵਾਰ ਦਾ ਬੀਮਾ ਨਹੀਂ ਹੋ ਸਕਦਾ? ਕਿਉਂਕਿ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਨੇ ਹੀ ਗਰੀਬੀ ਦੇ ਕਰਜ਼ ਆਪਣੇ ਜ਼ਿਆਦਾ ਉਹਨਾਂ ਦੇ ਸਿਰ ਕਰਜ਼ੇ ਚੜ੍ਹੇ ਹੋਣ ਕਰਕੇ ਕਿਸਾਨਾਂ ਨੇ ਹੀ ਆਤਮ ਹੱਤਿਆ ਕਰੀਆਂ। ਸੋ ਮੇਰਾ ਸਵਾਲ ਇਹੀ ਹੈ ਵੀ ਕਿਆ ਕਿਸਾਨ ਅਤੇ ਉਸ ਦੇ ਪਰਿਵਾਰ ਦਾ ਬੀਮਾ ਨਹੀਂ ਹੋ ਸਕਦਾ? ਧੰਨਵਾਦ। ਇੱਕ ਬਹੁਤ ਵਧੀਆ ਸਵਾਲ ਹੈ। ਦੇਖੋ ਤਕਰੀਬਨ 30 ਹਜ਼ਾਰ ਕਰੋੜ ਦੀ ਫਸਲ, ਹਾਂਜੀ, ਕਿਸਾਨ ਝੋਨੇ ਟਾਈਮ 30 ਹਜ਼ਾਰ ਕਰੋੜ ਦੀ ਫਸਲ ਆਪਣੇ ਕਣਕ ਸਮੇਂ ਉਹ ਪੈਦਾ ਕਰਕੇ ਪੰਜਾਬ ਦੇਸ਼ ਨੂੰ ਦਿੰਦਾ ਹੈ। ਤੇ ਮੇਰੇ ਮਨ 'ਚ ਹੈ ਕਿ ਇੱਕ ਵਪਾਰੀ ਤੇ ਕਿਸਾਨ, ਇਹਨਾਂ ਦਾ 10 ਲੱਖ ਦੀ ਲਾਈਫ ਇੰਸ਼ੋਰੈਂਸ, ਜਿਹੜਾ ਆਪਣਾ ਜਿਹੜੇ ਕਿਸਾਨ ਦੇ ਨਾਲ ਜ਼ਮੀਨ ਹੈ, ਹਾਂਜੀ, ਪਰਿਵਾਰ ਨਾਲ, ਉਸ ਮੁਖੀ ਨੂੰ 10 ਲੱਖ ਦੀ ਲਾਈਫ ਇੰਸ਼ੋਰੈਂਸ ਸਕੀਮ ਅਸੀਂ ਉਹ ਪਲਾਨ ਕੀਤੀ। ਅਸੀਂ ਕਰਾਂਗੇ ਲਾਈਫ ਇੰਸ਼ੋਰੈਂਸ, ਕਿਉਂਕਿ ਹੋ ਕੇ ਅੱਜ ਜੇ ਕਿਸਾਨ ਦੀ ਮੌਤ ਹੋ ਜਾਂਦੀ ਹੈ, ਹਰ ਵਾਰ ਤੁਸੀਂ ਸਰਕਾਰ ਦੇ ਮਗਰ ਕਿਵੇਂ ਭੱਜ ਸਕਦੇ ਹੋ? ਸਰਕਾਰ ਦਿੰਦੀ ਨਹੀਂ। ਜੇ ਪਹਿਲੇ ਤਾਂ ਦੇਣ ਵਾਸਤੇ ਕਿੰਨੇ ਧਰਨੇ ਦੇਣੇ ਪੈਂਦੇ ਆ, ਕੁਝ ਕਰਨਾ ਪੈਂਦਾ ਹੈ। ਸੋ ਪ੍ਰੀਮੀਅਮ ਅਸੀਂ ਦੇਵਾਂਗੇ ਆਪਣੇ ਕੰਪਨੀ ਨੂੰ, ਕਿਉਂਕਿ ਕਿਸਾਨ ਦੀ ਕੰਟਰੀਬਿਊਸ਼ਨ ਦੇਖੋ 60-70 ਹਜ਼ਾਰ ਕਰੋੜ ਸਾਲ ਦੀ ਹੈ। ਜੇ ਬੀਮਾ ਦਾ ਪ੍ਰੀਮੀਅਮ ਅਸੀਂ ਸਰਕਾਰ ਦੇ ਦੋ, ਕੀ ਵੱਡੀ ਗੱਲ ਹੈ। ਸੋ 10 ਲੱਖ ਦੀ ਲਾਈਫ ਇੰਸ਼ੋਰੈਂਸ ਜਿਹੜਾ ਕਿਸਾਨ ਆ ਫਸਲ ਵੇਚਦਾ ਹੈ ਉਹਦੀ ਹੋਊਗੀ, ਨਾਲੇ ਵਪਾਰੀ ਦੀ, ਕਿਉਂਕਿ ਵਪਾਰ ਹੈ ਸਾਨੂੰ ਘੱਟ ਤੋਂ ਘੱਟ 30-40 ਹਜ਼ਾਰ ਕਰੋੜ ਵੈਟ ਆਉਂਦਾ ਹੈ ਜੀ, ਇਨਕਮ ਆਉਂਦੀ ਹੈ। ਸੋ ਸਰਕਾਰ ਨੂੰ ਜੋ ਇਨਕਮ ਆਉਂਦੀ ਹੈ ਉਹਦਾ ਕੁਛ ਨਾ ਕੁਛ ਪੋਰਸ਼ਨ ਅਸੀਂ ਉਹਦੇ ਵਾਸਤੇ ਕਰ ਸਕਦੇ ਜੀ। ਬਿਲਕੁਲ। ਸੋ ਅਸੀਂ ਲਾਈਫ ਇੰਸ਼ੋਰੈਂਸ ਦਾ ਅਸੀਂ ਕਿਸਾਨ ਤੇ ਵਪਾਰੀ ਦਾ 10 ਲੱਖ ਰੁਪਏ ਦਾ ਅਸੀਂ ਇੰਸ਼ੋਰੈਂਸ ਸਕੀਮ ਲੈ ਕੇ ਆ ਰਹੇ ਹਾਂ ਜੀ। ਖਰੜ ਵੱਲ ਚੱਲਦੇ ਹਾਂ ਇੱਕ ਵਾਰ ਫਿਰ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਬਾਦਲ ਸਾਹਿਬ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਮੇਰੇ ਵੀਰ ਨੇ ਧੰਨਵਾਦ ਤੁਹਾਡਾ ਪਹਿਲਾਂ ਹੀ ਕਰਤਾ ਬਾਦਲ ਸਾਹਿਬ, ਸਾਨੂੰ ਐਡਾ ਵਧੀਆ ਕੈਂਡੀਡੇਟ ਦੇਣ ਵਾਸਤੇ। ਮੇਰਾ ਸਵਾਲ ਇਹੀ ਹੈ ਜੀ, ਆਪਣਾ ਜੋ ਖੇਡਾਂ ਦਾ ਹੈਗਾ ਵਾ ਸਾਰਾ, ਇਹਦਾ ਵੀ ਦੁਬਾਰਾ ਪੁੱਛਾਂ, ਜੋ ਖੇਡਾਂ ਦਾ ਹੋ ਰਿਹਾ ਸਾਰਾ ਇਹ ਸਿਸਟਮ, ਇਹ ਵੀ ਸਮਝ ਨਹੀਂ ਆ ਰਿਹਾ ਸਾਨੂੰ। ਕੋਈ ਸਟੇਡੀਅਮ ਨਹੀਂ ਮਿਲਿਆ ਸਾਨੂੰ, ਕੋਈ ਕੁਛ ਨਹੀਂ ਹੋਰ ਮਿਲਿਆ। ਇੱਕ ਗਰੀਬ ਬੱਚਾ, ਇੱਕ ਆਮ ਬੱਚਾ ਓਲੰਪਿਕ ਜਾਣ ਦਾ ਸੁਪਨਾ ਕਿਵੇਂ ਦੇਖ ਸਕਦਾ? ਧੰਨਵਾਦ ਜੀ।
ਆ ਇੱਕ ਬਹੁਤ ਵੱਡੀ ਕਮਜ਼ੋਰੀ ਆਪਣੇ ਦੇਸ਼ 'ਚ ਰਹੀ ਹੈ। ਦੇਖੋ 1.5 ਬਿਲੀਅਨ ਦੀ ਪੋਪੂਲੇਸ਼ਨ ਹੈ। 올림픽ਸ ਤੇ ਦੇਖੋਗੇ ਤੁਸੀਂ ਮਸਾਂ 10-12 ਮੈਡਲ ਆਉਂਦੇ ਆ, ਮੁਸ਼ਕਿਲ ਨਾਲ ਹੁਣੀ ਆਉਣ ਲੱਗੇ ਆ। ਹਾਂਜੀ ਹਾਂ। ਅੱਛਾ ਜਿੰਨੇ ਮੈਡਲ ਹੈ ਆ ਖਿਲਾੜੀਆਂ ਦੀ ਆਪਣੀ ਹਿੰਮਤ ਕਰਕੇ, ਸਰਕਾਰਾਂ ਵਾਸਤੇ ਨਹੀਂ ਹੈ। ਟਰੂ। ਚਾਈਨਾ 'ਚ ਕੀ ਕਰਦੇ ਆ, ਕਿਉਂ ਅੱਗੇ ਹੈ, ਅਮਰੀਕਾ ਕਿਉਂ ਅੱਗੇ ਹੈ? ਛੋਟੀ ਜੀ ਉਮਰ ਵਿੱਚ ਪਤਾ ਲੱਗ ਲੈਂਦੇ ਆ, ਟੈਲੈਂਟ ਸਿਲੈਕਟ ਕਰ ਲੈਂਦੇ ਕਿ ਆਹ ਬੰਦਾ ਐਥਲੈਟਿਕਸ ਚੰਗਾ, ਆ ਬਾਕਸਿੰਗ ਚੰਗਾ, ਰੈਸਲਿੰਗ ਚੰਗਾ ਹੈ। ਹਾਂਜੀ। ਫਿਰ ਉਹਨੂੰ ਉਸ ਉਮਰ ਤੋਂ ਲੈ ਕੇ ਲਗਾਤਾਰ ਟ੍ਰੇਨਿੰਗ, ਸਾਰਾ ਖਰਚਾ ਸਰਕਾਰ ਦਾ। ਜੀ। ਆਪਣੇ ਕੀ ਹੈ ਕਿ ਇਹਦਾ ਸਿਸਟਮ ਹੀ ਨਹੀਂ ਹੈ ਹਿੰਦੁਸਤਾਨ। ਮੈਂ ਪਹਿਲੇ ਵੀ ਕਿਹਾ ਸੀ ਜਿਹੜਾ ਆਪਣਾ ਸਪੋਰਟਸ ਦਾ ਬਜਟ ਹੈ ਹਿੰਦੁਸਤਾਨ ਸਰਕਾਰ ਦਾ, ਮੈਨੂੰ ਲੱਗਦਾ 1000 ਕਰੋੜ ਵੀ ਨਹੀਂ ਹੈ, ਉਹਦੇ ਸਾਰਾ ਤਨਖਾਹਾਂ ਚਲੇ ਜਾਂਦਾ ਹੈ। ਜੀ। ਜੇ ਕਿਸੇ ਨੇ 올림픽ਸ ਵਾਸਤੇ ਟ੍ਰੇਨਿੰਗ ਲੈਣੀ ਹੈ, ਉਹਦੇ ਵਾਸਤੇ ਵੀ ਉਹ ਖਿਲਾੜੀਆਂ ਕੋਲੇ ਪੈਸਾ ਨਹੀਂ ਹੈ। ਹਾਂਜੀ। ਮੈਂ ਇੱਕ ਖਿਲਾੜੀ ਆਪਣੇ ਪੰਜਾਬ ਦੀ ਸੀ, ਅੱਜ ਕੱਲ ਉਹ ਪੁਲਿਸ 'ਚ ਹੈ, ਭਰਤੀ ਬਾਈ ਵੀ ਕੀਤੀ ਸੀ, ਉਹ ਡੀਐਸਪੀ ਲਾਇਆ ਹੈ। ਉਹ 올림픽ਸ ਵਿੱਚ ਇੰਡੀਅਨ ਟੀਮ ਦੀ 400 ਰੀਲੇ ਦੇ ਵਿੱਚ ਸਿਲੈਕਟ ਹੋ ਗਈ। ਹਾਂਜੀ। ਉਹਨੇ ਬੀਜਿੰਗ ਚਾਈਨਾ 올림픽ਸ ਵਿੱਚ ਉਹਨੇ ਹਿੱਸਾ ਇੰਡੀਅਨ ਟੀਮ ਨਾਲ ਲੈਣਾ ਸੀ। ਮੈਂ ਜਦੋਂ ਡਿਪਟੀ ਸੀਐਮ ਸੀ ਤੇ ਮੈਂ ਉੱਥੇ ਜਦੋਂ ਜਲੰਧਰ ਆਮ ਪੁਲਿਸ ਸੀ ਤੇ ਮੈਂ ਉੱਥੇ ਗਿਆ ਉਹਨਾਂ ਦੇ ਜਿਹੜਾ ਪੀਏਪੀ ਗਰਾਊਂਡ ਦੇ ਵਿੱਚ। ਮੈਨੂੰ ਆ ਕੇ ਮਿਲੀ, ਮੈਨੂੰ ਬੇਟੀ ਕਹਿਣ ਲੱਗੀ ਕਿ ਜੀ ਮੇਰੇ 4 ਮਹੀਨੇ 'ਚ ਮੈਂ ਬੀਜਿੰਗ 올림픽 ਜਾਣਾ ਹੈ, ਪਰ ਮੈਂ ਨਿਊਜ਼ੀਲੈਂਡ ਆਪਣੇ ਲਾਸ ਐਂਜਲਸ ਵਿੱਚ ਅਮਰੀਕਾ 'ਚ ਕੋਚ ਨੂੰ ਲੱਭਿਆ ਜਿਹੜਾ ਮੈਨੂੰ ਟ੍ਰੇਨਿੰਗ ਦੇਊਗਾ, ਪਰ ਉਹਦੇ 25 ਲੱਖ ਰੁਪਏ ਦੀ ਲੋੜ ਹੈ, 50 ਦਿਨ ਦੀ ਸੈਂਟਰ ਸਰਕਾਰ ਦੇ ਨਹੀਂ ਰਹੀ ਤੇ ਮੈਂ ਉਹਦੇ ਬਾਅਦ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਹੈ, ਮੇਰੇ ਕੋਲ ਪੈਸਾ ਨਹੀਂ। ਮੈਂ ਬੜਾ ਹੈਰਾਨ ਰਹਿ ਗਿਆ ਕਿ ਹਿੰਦੁਸਤਾਨ ਦੀ ਟੀਮ ਦੀ ਲੜਕੀ ਹੈ, ਦੇਸ਼ ਵਾਸਤੇ ਬੀਜਿੰਗ 올림픽 ਸਿਲੈਕਟ ਹੋਈ ਹੈ, ਕਿ ਉਹਨੂੰ ਟ੍ਰੇਨਿੰਗ ਵਾਸਤੇ ਪੈਸਾ, ਮੈਂ ਪੁੱਛਿਆ ਸੈਂਟਰ ਸਰਕਾਰ ਨੇ ਦਿੱਤਾ ਨਹੀਂ। ਮੈਂ ਇਮੀਡੀਏਟਲੀ ਅਗਲੇ ਦਿਨ ਉਹਨੂੰ 25 ਲੱਖ ਰੁਪਏ ਦਿੱਤਾ ਤੇ ਉਹਨੂੰ ਲਾਸ ਐਂਜਲਸ ਭੇਜਿਆ ਟ੍ਰੇਨਿੰਗ ਲੈ ਕੇ, ਤੇ ਉੱਥੇ ਬੀਜਿੰਗ ਗਈ। ਅੱਛਾ ਜਦੋਂ ਜਿੱਤੀ ਉਹਨੇ ਮੈਨੂੰ ਟੈਲੀਫੋਨ ਵੀ ਕੀਤਾ, ਉਹ ਬ੍ਰੌਂਜ਼ ਮੈਡਲ ਜਿੱਤ ਕੇ ਆਈ ਸੀ। ਕੀ ਬਾਤ। ਸੋ ਜਿਹੜਾ ਮੇਰੀ ਸੋਚ ਕਲੀਅਰ ਹੈ ਕਿ ਅਸੀਂ ਜਿਵੇਂ ਸਪੋਰਟਸ ਇੰਸਟੀਚਿਊਟ, ਮੈਂ ਐਕਟੀ ਜਿਹੜਾ ਅਸੀਂ 10 ਜਾਂ 12 ਖੇਡਾਂ ਚੁਣ ਲੈਣੀਆਂ ਜਿੱਥੇ ਆਪਣੇ ਪੰਜਾਬੀ ਜਿਹਦਾ ਟੈਲੈਂਟ ਹੈ, ਹਾਂਜੀ, ਉੱਥੇ ਸ਼ੁਰੂ ਤੋਂ ਲੈ ਕੇ ਸਾਰਾ ਐਂਡ ਤੱਕ ਪੂਰਾ ਕਨਸੈਂਟਰੇਟ ਕਰਕੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਨੂੰ ਬਣਾ ਕੇ ਉਹਦੇ ਚ ਜਿੰਨੇ ਭਾਵੇਂ ਫੋਰਨ ਕੋਚਸ ਲਿਆਉਣੇ ਪੈਣ, ਭਾਵੇਂ ਟ੍ਰੇਨਿੰਗ ਦਾ ਸਿਸਟਮ ਸੈੱਟ ਕਰਨਾ ਪਏ, ਭਾਵੇਂ ਉਹਨਾਂ ਨੂੰ ਡਾਇਟ ਤੇ ਸਾਰਾ ਸਿਸਟਮ ਸਾਰਾ ਕਰਕੇ, ਮੇਰਾ ਪੂਰਾ ਪਲਾਨ ਹੈ ਕਿ ਅਗਲੇ 올림픽ਸ ਵਿੱਚ ਘੱਟ ਤੋਂ ਘੱਟ ਪੰਜਾਬੀ ਬਹੁਤ ਜ਼ਿਆਦਾ ਹਿੱਸਾ ਲੈਣ। ਜੀ, ਬਹੁਤ ਕੋਈ ਔਖਾ ਨਹੀਂ ਹੈ। ਹਾਂਜੀ ਹਾਂ, ਤੁਸੀਂ ਦੇਖੋ ਕਬੱਡੀ ਆਪਣੀ ਖੇਡ ਸੀ, ਹਾਂਜੀ, ਪਿੰਡਾਂ ਦੀ ਖੇਡ ਸੀ, ਵਾਕਈ ਮੈਂ ਦੁਨੀਆ 'ਚ ਲੈ ਕੇ ਚਲਾ ਗਿਆ ਤੇ ਵਰਲਡ ਕੱਪ ਕਬੱਡੀ ਕਰਾਉਂਦਾ ਸੀ, 5 ਸਾਲ ਹੋ ਗਏ ਉਹਨੇ ਬੰਦ ਕਰ ਦਿੱਤੀ। ਅਨਫੋਰਚੂਨੇਟ ਹੈ ਜੀ। ਸਰਕਾਰਾਂ ਦੇ ਵਿੱਚ ਜੋ ਜਿਸ ਦੀ ਵੀ ਸਰਕਾਰ ਆਏ, ਜੇ ਕੋਈ ਪੁਰਾਣੀ ਸਰਕਾਰ ਨੇ ਕੋਈ ਚੰਗੇ ਕੰਮ ਕੀਤੇ ਹੋਣੇ ਚਾਹੀਦੇ ਆ, ਉਹਨੂੰ ਕੰਟੀਨਿਊ ਕਰਨਾ ਚਾਹੀਦਾ, ਥਾਪੜਾ ਦੇਣਾ ਚਾਹੀਦਾ। ਵਾਕਈ ਸਹੀ ਗੱਲ ਹੈ, ਬਿਲਕੁਲ। ਸੋ ਨਿਆ ਗਾਉਂ ਵੱਲ ਆਪਾਂ ਵਧਦੇ ਹਾਂ ਜੀ ਹੁਣ, ਤੇ ਉਹਨਾਂ ਦੇ ਸਵਾਲ ਇੱਕ ਵਾਰ ਫਿਰ ਤੋਂ ਲੈਂਦੇ ਹਾਂ। ਹਾਂਜੀ, ਚਲੋ ਬੋਲ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ पहुंच रही आवाज। सत श्री अकाल सर। सर मेरा सवाल है कि कोविड के दौर में हमने देखा है कि कितनी परेशानियां आई हैं, आज उसी हालात से हम गुजर रहे हैं, तो सर इसके लिए जो हमारे व्यापारी हैं, जो रोजगार या कमज़ोर व्यक्ति हैं, उनके लिए आप क्या सोचते हैं? धन्यवाद सर। ਜਿਹੜੇ ਗਰੀਬ ਹੈ ਨਾ, ਜਿਨ੍ਹਾਂ ਕਈ ਲੋਕ ਹੈ ਜਿਨ੍ਹਾਂ ਨੇ ਛੋਟੀ ਛੋਟੀ ਦੁਕਾਨਾਂ ਖੋਲੀਆਂ, ਹਾਂਜੀ, ਮੈਨੂੰ ਲੱਗਦਾ ਵਪਾਰੀ ਉਹ ਗੱਲ ਕਰ ਰਹੇ ਆ ਕਿ ਜਿਵੇਂ ਤੁਸੀਂ ਪਿੰਡਾਂ 'ਚ ਵੀ ਹੱਟੀਆਂ ਹੁੰਦੀਆਂ ਜੀ, ਹਾਂਜੀ, ਛੋਟੀ ਛੋਟੀਆਂ ਦੁਕਾਨਾਂ ਖੋਲੀਆਂ ਜਿੱਥੇ ਗਰੀਬ ਆਪਣੀ ਦੁਕਾਨ ਚਲਾਉਂਦਾ ਹੈ, ਹਾਂਜੀ, ਉਹਦੀ ਘਰ ਵਾਲੀ ਉਹਦੀ ਮਦਦ ਕਰ ਦਿੰਦੀ ਹੈ, ਬੱਚੇ ਮਦਦ ਕਰਦੇ ਨੇ, ਪਰਿਵਾਰ ਹੀ ਦੁਕਾਨ ਚਲਾ ਰਿਹਾ। ਅੱਛਾ, ਕੁਝ ਵੀ ਹੋਏ ਸਭ ਤੋਂ ਵੱਧ ਕੰਮ ਪਹਿਲੇ ਉਹਦਾ ਰੁਕਦਾ ਹੈ। ਵਾਕਈ ਕੋਵਿਡ 'ਚ ਕਹਿੰਦੇ ਬੰਦ ਕਰ ਦਿਓ, ਤੁਸੀਂ ਬੰਦ ਕਰ ਦਿੰਦੇ ਹੋ। ਜਿਹੜਾ ਸੈਲਰੀ ਹੈ ਵਾਲਾ ਉਹਨੂੰ ਤਾਂ ਸੈਲਰੀ ਮਿਲੀ ਜਾਣੀ ਹੈ, ਭਾਵੇਂ ਘਰੇ ਬਹਿ ਜੇ ਜੀ, ਉਹ ਵਿਚਾਰੇ ਦੀ ਦੁਕਾਨ ਬੰਦ ਹੋ ਗਈ। ਵਾਕਈ ਹੁਣ ਉਹਦੇ ਵਾਸਤੇ
ਜੇ ਕੋਈ ਧਰਨਾ ਹੋ ਜਾਂਦਾ ਬੰਦ ਕਰ ਦਿੰਦੇ ਫਿਰ ਤੋਂ ਉਹਦਾ ਨੁਕਸਾਨ ਹੁੰਦਾ ਹੈ। ਹਾਂਜੀ ਸੋ ਇਸ ਕਰਕੇ ਉਸ ਐਕਟੀ ਅਸੀਂ ਬੜਾ ਸੋਚਿਆ ਸੀ ਕਿ ਵਿਚਾਰਿਆਂ ਵਾਸਤੇ ਉਹਨਾਂ ਵਾਸਤੇ ਕੀ ਕੀਤਾ ਜਾਏ। ਇੱਕ ਤਾਂ ਉਹਨਾਂ ਦੇ 3 ਪ੍ਰੋਗਰਾਮ ਅਸੀਂ ਸੋਚੇ ਹੈ ਤੇ 4 ਹੈਗੇ ਜ਼ਿਆਦਾ। ਇੱਕ ਤਾਂ 10 ਲੱਖ ਰੁਪਏ ਦੀ ਲਾਈਫ ਇੰਸ਼ੋਰੈਂਸ, ਜੇ ਉਹ ਦੁਕਾਨਦਾਰ ਦੀ ਬਾਈ ਚਾਂਸ ਅਚਾਨਕ ਕਿਸੇ ਬਿਮਾਰੀ ਕਰਕੇ ਮੌਤ ਹੋ ਜਾਂਦੀ ਹੈ ਤੇ ਉਹਨੂੰ 10 ਲੱਖ ਦੀ ਮੈਡੀਕਲ ਲਾਈਫ ਇੰਸ਼ੋਰੈਂਸ ਦਿੱਤੀ ਜਾਊਗੀ। ਇੱਕ ਜੇ ਉਹਦੀ ਦੁਕਾਨ ਤੇ ਕੋਈ ਅੱਗ ਲੱਗ ਜਾਂਦੀ ਹੈ ਹਾਂਜੀ ਤੇ ਸਾਰਾ ਕੁਝ ਸੜ ਜਾਂਦਾ, ਕੁਝ ਨਹੀਂ ਵਿਚਾਰੇ ਕੋਲ ਰਹਿੰਦਾ। ਸੋ 10 ਲੱਖ ਦੀ ਫਾਇਰ ਇੰਸ਼ੋਰੈਂਸ ਜੀ। ਇੱਕ ਅਸੀਂ ਕਰ ਲੱਗੇ ਆ ਕਿ ਜਿਹੜਾ ਮੈਡੀਕਲ ਇੰਸ਼ੋਰੈਂਸ ਉਸ ਪਰਿਵਾਰ ਦੀ ਸਾਰਿਆਂ ਦੀ, ਜਿਵੇਂ ਅਸੀਂ ਕਾਰਡ ਬਣਾਉਣਾ ਜੀ ਕਿਸਾਨਾਂ ਵਾਸਤੇ, ਹਾਂਜੀ। ਉਹ ਵਪਾਰੀਆਂ ਵਾਸਤੇ ਜੇ ਛੋਟੇ ਦੁਕਾਨਦਾਰ ਹੈ ਉਹਨਾਂ ਵਾਸਤੇ 10 ਲੱਖ ਦੀ ਆਪਣਾ ਲਾਈਫ ਆਪਣਾ ਹੈਲਥ ਇੰਸ਼ੋਰੈਂਸ। ਇੱਕ ਜੇ ਉਹ ਕੋਈ ਬੈਂਕ ਤੋਂ ਪੈਸਾ ਲੈ ਕੇ ਆਪਣਾ ਸਟਾਕ ਰੱਖਣਾ ਚਾਹਣ ਜਾਂ ਆਪਣਾ ਸਮਾਨ ਲੈਣਾ ਚਾਹਣ, ਉਹਦੇ ਵਾਸਤੇ 5% ਇੰਟਰਸਟ ਸਬਸਿਡੀ। ਮੇਰਾ ਮਤਲਬ ਜੇ ਬੈਂਕ ਤੋਂ ਉਹਨਾਂ ਨੂੰ 10% ਤੇ ਮਿਲ ਰਿਹਾ, 5% ਅਸੀਂ ਉਹ ਬੈਂਕ ਨੂੰ ਅਸੀਂ ਸਿੱਧਾ ਦੇ ਦਾਂਗੇ ਤਾਂ ਉਹਨਾਂ ਨੂੰ ਇੱਕ ਰਾਹਤ ਮਿਲੂਗੀ ਜੀ। ਵਾਕਈ ਇੱਕ ਅਸੀਂ ਜਿਹੜੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਆਪ ਕੁਝ ਕੰਮ ਕਰਨਾ ਚਾਹੁੰਦੇ ਆ, ਕਿਉਂਕਿ ਛੋਟੀ ਦੁਕਾਨ ਨਾਲ ਇੱਕ ਬੱਚਾ ਆਪਣੀ ਘਰ ਨੂੰ ਪਾਲ ਸਕਦਾ ਹੈ, ਤਾਂ ਉਹਦੇ ਵਾਸਤੇ ਅਸੀਂ 5 ਲੱਖ ਰੁਪਇਆ ਦੀ ਸਕੀਮ ਲਿਆਂਦੀ ਹੈ ਕਿ 5 ਲੱਖ ਦੀ ਕੋਈ ਬੱਚਾ ਬੱਚੀ ਪੰਜਾਬ ਦਾ ਜੇ ਆਪਣਾ ਕੋਈ ਆਪਣੇ ਰੁਜ਼ਗਾਰ ਕਰਨਾ ਚਾਹੁੰਦਾ ਹੈ, 5 ਲੱਖ ਦਾ ਲੋਨ ਅਸੀਂ ਪੰਜਾਬ ਕੋਆਪਰੇਟਿਵ ਬੈਂਕ ਤੋਂ ਦੇਵਾਂਗੇ ਜੀ। ਉਹਦਾ ਕੋਈ ਵਿਆਜ ਨਹੀਂ ਹੋਊਗਾ, 3 ਸਾਲ ਉਹਨੇ ਪੈਸਾ ਮੋੜਨਾ ਵੀ ਨਹੀਂ, 3 ਸਾਲ ਤੱਕ ਉਹਦਾ ਸਾਰਾ ਕੰਮ ਸੈੱਟ ਹੀ ਹੋ ਜਾਣਾ ਹੈ ਤੇ ਉਹਦੇ ਬਾਅਦ 10 ਸਾਲਾਂ 'ਚ ਉਹਨੇ ਪੈਸਾ ਮੋੜ ਦੇਣਾ ਹੈ। ਮੈਂ ਚਾਹਣਾ ਕਿ ਬੱਚੇ ਆਪਣੇ ਪੈਰਾਂ ਤੇ ਖੜੇ ਹੋਣ ਜੀ। ਹੁਣ ਆਪਾਂ ਮਾਜਰੀ ਪਿੰਡ ਇੱਕ ਵਾਰ ਫਿਰ ਤੋਂ ਮੂਵ ਔਨ ਕਰਦੇ ਹਾਂ ਜੀ। ਮਾਜਰੀ ਵਾਲੇ ਦੇ ਸਵਾਲ ਇੱਕ ਵਾਰ ਲੈ ਲਈਏ। ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਦ ਸਾਹਿਬ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਾਡੇ ਘਾਟ ਏਰੀਏ ਦੀ ਮਾਜਰੀ ਵੱਲ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਸਾਡੇ ਬੱਚਿਆਂ ਵਾਸਤੇ, ਕੁੜੀਆਂ ਵਾਸਤੇ ਕੋਈ ਵੀ ਸਾਡੇ ਇਲਾਕੇ 'ਚ ਕਾਲਜ ਨਹੀਂ ਹੈਗਾ। ਬਹੁਤ ਵੱਡੀ ਪ੍ਰੋਬਲਮ ਹੈ। ਸਾਡੇ 80 ਤੋਂ 90% ਬੱਚੀਆਂ ਸਾਡੀ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ। ਕਿਆ ਜੇ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਹੈ, ਕਿਆ ਇਸ ਦੇ ਬਾਰੇ ਆਪਾਂ ਕਰਾਂਗੇ? ਧੰਨਵਾਦ ਜੀ। ਆ ਜਿੰਨਾ ਤੁਸੀਂ ਕੰਡੀ ਏਰੀਆ ਦੇਖੋ, ਕੰਡੀ ਏਰੀਆ ਤੇ ਆ ਬਾਰਡਰ ਏਰੀਏ ਜਿੰਨੇ ਪੰਜਾਬ ਦੇ ਆ, ਭਾਵੇਂ ਤੁਸੀਂ ਪਾਕਿਸਤਾਨ ਦਾ ਬਾਰਡਰ ਦੇਖ ਲਓ, ਕੰਡੀ ਏਰੀਆ ਦੇਖ ਲਓ, ਇੱਥੇ ਲੜਕੀਆਂ ਦੀ ਪੜ੍ਹਾਈ ਵਾਸਤੇ ਤੁਸੀਂ ਦੇਖੋਗੇ ਬਹੁਤ ਘੱਟ ਫੈਸਿਲਿਟੀ ਜੀ। ਤੇ ਅਸੀਂ ਐਕਟੀ ਸੋਚਿਆ ਕਿ ਕੰਡੀ ਏਰੀਆ ਤੇ ਬਾਰਡਰ ਦੀ ਅਲੱਗ ਮਿਨਿਸਟਰੀ ਮੰਤਰਾਲੇ ਬਣਾਏ ਜਾਏ, ਕਿਉਂਕਿ ਉਹਨਾਂ ਦੀਆਂ ਸਮੱਸਿਆ ਕੰਡੀ ਏਰੀਆ ਦੀਆਂ ਤੇ ਆਮ ਪੰਜਾਬ ਦੀਆਂ ਸਮੱਸਿਆ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਜੀ। ਉੱਥੇ ਪੀਣ ਵਾਲਾ ਪਾਣੀ ਵੀ ਹੈ ਨਹੀਂ, ਉੱਥੇ ਕੁਝ ਵੀ ਨਹੀਂ ਹੈ, ਅੱਧ ਵਿਚਾਲੇ ਰਹਿ ਜਾਂਦੇ ਕਿਤੇ ਨਾ ਕਿਤੇ, ਨਾ ਕੋਈ ਪੁੱਛਦਾ। ਹਾਂਜੀ, ਪੈਸਾ ਜਦੋਂ ਆਉਂਦਾ ਹੈ ਉਹਦਾ ਬਜਟ ਜਿਹੜਾ ਹੁੰਦਾ ਹੈ ਉਹ ਬਜਟ ਕੰਡੀ ਏਰੀਆ ਤਰਫ ਜਾਂਦਾ ਹੀ ਨਹੀਂ ਜੀ। ਜਿਵੇਂ ਆਪਣੇ ਤਾਂ ਇੱਥੇ ਨਹਿਰਾਂ ਵਗਦੀਆਂ, ਉੱਥੇ ਪਾਣੀ ਵਾਸਤੇ ਤੁਹਾਨੂੰ ਲਿਫਟ ਸਿਸਟਮ ਕਰਨਾ ਪੈਣਾ ਜੀ। ਉੱਥੇ ਮੈਂ ਕਈ ਪਿੰਡ ਹੈ ਜਿੱਥੇ ਅੱਜ ਤੱਕ ਪਾਣੀ ਪੀਣ ਵਾਲਾ ਨਹੀਂ ਹੈ, ਪਹਾੜੀਆਂ 'ਚ ਹੈ ਵਿਚਾਰੇ ਕੋਲੇ। ਤੁਸੀਂ ਮੈਂ ਦਸੂਹੇ ਹਲਕੇ ਦੇ ਉੱਤੇ ਗਿਆ, ਤਲਵਾਰੇ ਦੇ ਅੱਗੇ ਲੱਗੇ ਗਿਆ ਸੀ, ਉੱਥੇ ਬਹੁਤ ਮੁਸ਼ਕਿਲ ਹੈ। ਸੋ ਅਸੀਂ ਕੰਡੀ ਏਰੀਆ ਇੱਕ ਮਿਨਿਸਟਰਾਲਿਆ ਤੇ ਬਜਟ ਵਿੱਚ ਕੰਡੀ ਏਰੀਆ ਦਾ ਅਲੱਗ ਬਜਟ ਜੀ ਬਣਾ ਕੇ ਦੇਣਾ, ਸੋ ਦੈਟ ਕੰਡੀ ਏਰੀਆ ਵਾਸਤੇ ਡੈਡੀਕੇਟਿਡ ਫੰਡ ਹੋ ਜਾਏ, ਭਾਵੇਂ ਐਜੂਕੇਸ਼ਨ ਵਾਸਤੇ ਜਾਂ ਭਾਵੇਂ ਉੱਥੇ ਹੋਏ, ਉਹਨਾਂ ਨੂੰ ਡੈਡੀਕੇਟ। ਨਹੀਂ ਤਾਂ ਕੀ ਹੁੰਦਾ, ਪਿਛਲੇ ਜਦੋਂ ਦਾ ਪੰਜਾਬ ਬਣਿਆ ਇਸ ਏਰੀਆ ਤਰਫ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਜੀ। ਵਾਕਈ। ਨੈਕਸਟ ਮੇਰੇ ਖਿਆਲ 'ਚ ਖਰੜ ਤੋਂ ਅਗਲਾ ਸਵਾਲ ਹੈਗਾ ਜੀ। ਤੇ ਹਾਂਜੀ, ਕੀ ਸਵਾਲ ਹੈ ਤੁਹਾਡਾ? ਬਾਦਲ ਸਾਹਿਬ ਨੂੰ ਮੇਰੀ ਸਤਿ ਸ਼੍ਰੀ ਅਕਾਲ, ਗਿੱਲ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੈਂ ਪਸ਼ੂ ਪਾਲਣ ਮਹਿਕਮੇ 'ਚੋਂ ਰਿਟਾਇਰਡ ਹਾਂ ਜੀ। ਮੇਰਾ ਧਿਆਨ ਇਸ ਪਸ਼ੂ ਧਨ ਵੱਲ ਗਿਆ ਜੀ, ਕਿਉਂਕਿ ਸਾਰੀਆਂ ਪਾਰਟੀਆਂ ਪਸ਼ੂ ਧਨ ਬਾਰੇ ਚੁੱਪ ਨੇ ਜੀ, ਤੇ ਕਿਸੇ ਪਾਰਟੀ ਨੇ ਪਸ਼ੂ ਧਨ ਬਾਰੇ ਕੋਈ ਗੱਲ ਨਹੀਂ ਕੀਤੀ। ਤੇ ਕਿਸਾਨ ਜੋ ਹੈ ਪਸ਼ੂ ਧਨ 'ਤੇ ਡਿਪੈਂਡ ਕਰਦਾ ਹੈ, ਤੇ ਰੱਬ ਨਾ ਕਰੇ ਕਿਸੇ ਮਾਫਤ ਕਾਰਨ ਇਹਨਾਂ ਦੇ ਪਸ਼ੂ ਧਨ ਦਾ ਨੁਕਸਾਨ ਹੁੰਦਾ ਤਾਂ ਤੁਹਾਡੀ ਪਾਰਟੀ ਇਹਨਾਂ ਬਾਰੇ ਕੀ ਵਿਚਾਰ ਹੈ? ਤੇ ਮੇਰੇ ਇੱਕ ਕੁਐਸਚਨ ਹੋਰ ਹੈ ਜੀ, ਮਤਲਬ ਕੋਵਿਡ ਵਾਂਗ ਕਿਸੇ ਹੋਰ ਬਿਮਾਰੀ ਦੇ ਕਾਰਨ ਅਗਰ ਕੋਈ ਆਫਤ ਮਤਲਬ ਪਬਲਿਕ ਤੇ ਆਉਂਦੀ ਹੈ ਤਾਂ ਤੁਹਾਡੀ ਪਾਰਟੀ ਮਤਲਬ ਬਾਂਹ ਫੜੇਗੀ ਜੀ? ਬਸ ਮੈਂ ਇਹਨਾਂ ਸ਼ਬਦਾਂ ਨਾਲ। ਇੱਕ ਵਧੀਆ ਸਵਾਲ ਹੈ। ਜਦੋਂ ਸਾਡੀ ਸਰਕਾਰ ਸੀ ਪਹਿਲੀ ਵਾਰ, ਜਦੋਂ 2007 ਆਈ, ਆਪਣੇ ਪੰਜਾਬ 'ਚ ਨਾ ਜਿਵੇਂ ਖੇਤੀ ਹੈ, ਖੇਤੀ ਦੇ ਨਾਲ ਜਿਹੜੇ ਧੰਦੇ ਹੈ ਉਹ ਜਿਵੇਂ ਕਿਹਾ ਪਸ਼ੂ ਧਨ ਰੱਖ ਲਓ, ਤੁਸੀਂ ਦੁੱਧ ਦੀ ਬਹੁਤ ਵਧੀਆ ਆਮਦਨ ਕਰ ਸਕਦੇ ਹੋ,
ਤੁਸੀਂ ਪੋਲਟਰੀ ਦੇ ਨਾਲ ਤੁਸੀਂ ਆਪਣਾ ਕਾਫੀ ਕੰਮ ਗੁਜ਼ਾਰ ਕਰ ਸਕਦੇ ਹੋ। ਹਾਂਜੀ। ਸੋ ਮੈਂ ਇੱਕ ਮੇਲੇ ਸ਼ੁਰੂ ਕਰ ਦਿੱਤੇ ਹਰ ਪੰਜਾਬ ਦੇ ਚਾਰੋਂ ਤਰਫ, ਇਹ ਪਸ਼ੂ ਮੇਲੇ, ਉਹਦੇ 'ਚ ਅਸੀਂ ਅਵਾਰਡ ਦੇਣ ਲੱਗੇ ਕਿ ਸਭ ਤੋਂ ਵੱਧ, ਜਿਵੇਂ ਜੇ ਸਭ ਤੋਂ ਵਧੀਆ ਘੋੜਾ ਹੈ ਉਹਨੂੰ 5 ਲੱਖ ਰੁਪਇਆ, ਜਿਹੜਾ ਸਭ ਤੋਂ ਵੱਡੀ ਸਭ ਤੋਂ ਵੱਧ ਮੱਝ ਦੁੱਧ ਦਿੰਦੀ ਹੈ, ਗਾਂ ਦੁੱਧ ਦਿੰਦੀ ਹੈ, ਉਹਦੇ ਨਾਲ ਕੀ ਹੋਇਆ 5-7 ਸਾਲਾਂ 'ਚ ਕੁਆਲਿਟੀ ਵੱਧ ਗਈ। ਹਾਂਜੀ। ਲੋਕੀ ਕਿਉਂਕਿ ਕੰਪੀਟੀਸ਼ਨ 'ਚ ਆਉਣ ਲੱਗੇ, ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਜਿੱਥੋਂ ਵਧੀਆ ਜਾਨਵਰ ਸੀ ਉੱਥੋਂ ਜਾਨਵਰ ਲੈ ਕੇ ਇੱਥੇ ਲਿਆਉਣ ਲੱਗੇ, ਤੇ ਆਹ ਮੇਲੇ ਅਸੀਂ ਲਗਾਤਾਰ ਬਣਾਉਣ ਲੱਗੇ। ਮੈਂ ਹਰ ਮੇਲੇ 'ਚ 30-40 ਕਰੋੜ ਰੁਪਇਆ ਲਾਉਂਦਾ ਸਾਲ ਦੇ, ਜਿਹਦੇ ਨਾਲ ਕੀ ਹੋ ਗਿਆ ਕਿ ਲੋਕਾਂ ਨੂੰ ਇਨਕਰੇਜਮੈਂਟ ਹੋਈ ਜੀ, ਤੇ ਆਪਣਾ ਕੁਆਲਿਟੀ ਬਹੁਤ ਇੰਪਰੂਵ ਹੋ ਗਈ। ਐਕਟੀ ਅਸੀਂ ਆ ਮੇਲੇ, ਪਰ ਪਿਛਲੇ 5 ਸਾਲਾਂ 'ਚ ਇਹਨਾਂ ਨੇ ਉਹ ਮੇਲੇ ਬੰਦ ਕਰ ਦਿੱਤੇ ਆ। ਅਸੀਂ ਉਹ ਮੇਲੇ ਫਿਰ ਤੋਂ ਸ਼ੁਰੂ ਕਰਾਂਗੇ, ਪਰ ਮੈਂ ਇੱਕ ਸਕੀਮ ਲੈ ਕੇ ਆਇਆ, ਜਿਹੜੀ ਔਰਤ ਆਪਣੇ ਘਰੇ 10 ਗਾਈਆਂ ਜਾਂ ਮੱਝਾਂ ਰੱਖੂਗੀ, ਅਸੀਂ ਉਹਨੂੰ ਲੋਨ ਦੇਵਾਂਗੇ, ਉਹਦਾ ਵਿਆਜ ਨਹੀਂ ਹੋਊਗਾ ਜੀ, ਤੇ ਉਹ ਲੋਨ ਜਿਹੜਾ ਹੈਗਾ ਉਹਨੇ 10 ਸਾਲਾਂ 'ਚ ਮੋੜ ਦੇਣਾ ਹੈ। ਮੈਂ ਚਾਹਣਾ ਕਿ ਉਹ ਜਿਹੜੀਆਂ ਲੇਡੀਜ਼ ਹੈ, ਜਿਹੜੇ ਘਰਾਂ ਵਾਲੀਆਂ ਹੈ, ਘਰਾਂ ਖਾਸ ਕਰਕੇ ਪਿੰਡਾਂ 'ਚ ਲੋਕ ਆਪਣੇ ਜਾਨਵਰ ਰੱਖਣ, ਦੁੱਧ ਨਾਲ ਉਹਨਾਂ ਦੀ ਆਮਦਨ ਇੱਕ ਜਰੀਆ ਬਣੇ, ਨਾਲੇ ਆਪਣਾ ਪਰਿਵਾਰ ਨੂੰ ਪਾਲ ਸਕਣ। ਉਹਦੇ ਦੋ ਗੱਲ ਫਾਇਦੇ ਹੈ, ਇੱਕ ਤਾਂ ਅਸੀਂ MSP ਦੁੱਧ ਤੇ ਦੇਣ ਲੱਗੇ ਹਾਂ ਕਿ ਹਰ ਸਾਲ ਇੱਕ ਰੇਟ ਡਿਕਲੇਅਰ ਕੀਤਾ ਜਾਊਗਾ ਪੰਜਾਬ ਦਾ ਕਿ ਜਿਵੇਂ ਇੰਨੇ ਰੁਪਏ ਲੀਟਰ ਆ ਰੇਟ ਹੈ ਮਿਨੀਮਮ ਸਪੋਰਟ ਪ੍ਰਾਈਸ। ਸੋ ਜੇ ਅਸੀਂ 40 ਰੁਪਏ ਰੇਟ ਕਹਿਤਾ, ਜੇ 35 ਰੁਪਏ ਦੁੱਧ ਰੇਟ ਡਿੱਗ ਪਿਆ ਤੇ 5 ਰੁਪਏ ਅਸੀਂ ਉਸ ਕਿਸਾਨ ਨੂੰ ਉੱਥੋਂ ਦੇਵਾਂਗੇ, ਸਬਸਿਡਾਈਜ਼ ਕਰਾਂਗੇ ਮਿਨੀਮਮ ਸਪੋਰਟ ਪ੍ਰਾਈਸ ਦੁੱਧ ਦੀ। ਤੇ ਜਿਹੜੇ ਘਰ ਵਿੱਚ ਉਹ 10 ਜਾਨਵਰ ਰੱਖਣਗੇ, ਇੱਕ ਤਾਂ ਉਹ ਜਾਨਵਰ ਦੀ ਇੰਸ਼ੋਰੈਂਸ ਵੀ ਹੋਊਗੀ, ਲਾਈਫ ਇੰਸ਼ੋਰੈਂਸ, ਜੇ ਬਾਏ ਹਾਦਸੇ ਨਾਲ ਕੋਈ ਜਾਨਵਰ ਮਰ ਜਾਂਦਾ ਘੱਟ ਤੋਂ ਘੱਟ ਉਹ ਪਰਿਵਾਰ ਨੂੰ ਹੋ ਜੇ। ਨਾਲੇ ਜੇ ਲੜਕੀ ਹੈ ਉਹਨੂੰ ਜਿਹੜਾ ਆਪਣਾ ਘਰੇ ਰੱਖੂਗੀ ਜਾਨਵਰ ਪਾਲੂਗੀ, ਉਹਨਾਂ ਨੂੰ ਬਗੈਰ ਵਿਆਜ ਤੋਂ ਲੋਨ ਦਿੱਤਾ ਜਾਊਗਾ 10 ਜਾਨਵਰ ਖਰੀਦਣ ਵਾਸਤੇ, ਤੇ ਜਿਹਦੇ ਨਾਲ ਆਪਣਾ ਪਰਿਵਾਰ ਦੀ ਇੱਕ ਐਡੀਸ਼ਨਲ ਇਨਕਮ ਸ਼ੁਰੂ ਹੋ ਜਾਏ। ਗਿੱਲ ਸਾਹਿਬ, ਇੱਥੇ ਜਿੱਦਾਂ ਇਹਨਾਂ ਨੇ ਪਸ਼ੂ ਧਨ ਦੀ ਗੱਲ ਕੀਤੀ ਹੈ, ਖਰੜ ਦੇ ਵਿੱਚ ਜਾਂ ਖਰੜ ਦੇ ਲਾਗੇ ਜਿਹੜੇ ਏਰੀਆਜ਼ ਆਪਾਂ ਗੱਲ ਕਰ ਰਹੇ ਹਾਂ, ਹੈ ਨਾ, ਮਾਜਰੀ ਦੀ ਗੱਲ ਕਰ ਰਹੇ ਹਾਂ, ਜਾਂ ਹੋਰ ਵੀ ਸਾਤੋਂ ਲੁਕੇ ਹੋਏ ਕੋਈ ਏਰੀਆ ਜਿਹਦੀ ਨਹੀਂ ਆਪਾਂ ਗੱਲ ਕਰ ਪਾ ਰਹੇ ਹੈਗੇ, ਤਾਂ ਕਿੰਨਾ ਕੁ ਜ਼ਿਆਦਾ ਸਕੋਪ ਹੈ ਜੀ ਇਸ ਚੀਜ਼ ਦਾ? ਨਹੀਂ, ਇੱਥੇ ਬਹੁਤ ਸਕੋਪ ਹੈ ਜੀ। ਦੇਖੋ ਇੱਥੇ ਡੈਰੀ ਦਾ ਜਿੰਨਾ ਹੁਣ ਚੰਡੀਗੜ੍ਹ ਮੋਹਾਲੀ ਜਿੰਨਾ ਦੁੱਧ ਸਪਲਾਈ ਹੁੰਦਾ ਸਭ ਨਾਲ ਦੇ ਏਰੀਆ ਤੋਂ ਹੁੰਦਾ। ਸਬਜ਼ੀ ਦਾ ਬਹੁਤ ਵੱਡਾ ਇੱਥੇ ਉਹ ਹੈ ਜੀ, ਜਿਹਦੇ ਤੇ MSP ਦੇਣ ਦੀ ਹੁਣ ਗੱਲ ਕੀਤੀ ਗਈ ਹੈ। ਸਬਜ਼ੀ ਸਾਡੇ ਨਾਲ ਜਿੰਨੇ ਪਿੰਡ ਨੇ ਸਾਰੇ ਉਹ ਸਬਜ਼ੀ ਦਾ ਕੰਮ ਕਰਦੇ ਨੇ, ਤੇ ਡੈਰੀ ਦਾ ਕੰਮ ਕਰਦੇ ਨੇ, ਪੋਲਟਰੀ ਦਾ ਕੰਮ ਕਰਦੇ ਨੇ। ਸੋ ਸਾਡੇ ਏਰੀਆ 'ਚ ਤਾਂ ਬਹੁਤ ਜ਼ਿਆਦਾ ਨਾਲ ਕਿਉਂਕਿ ਸਾਰੀ ਸਪਲਾਈ ਉਹਨਾਂ ਲਈ ਈਜ਼ੀ ਹੈ, ਵੱਡੇ ਸ਼ਹਿਰ ਨੇ ਇੱਥੇ ਉਹ ਕਰਦੇ ਨੇ ਜੀ। ਸੋ ਬਹੁਤ ਵੱਡਾ ਇੱਥੇ ਫਾਇਦਾ ਹੋ ਸਕਦਾ ਹੈ ਜੇ ਇਹਨੂੰ ਵਧੀਆ ਕੋਈ ਸਹੂਲਤ ਦਿੱਤੀ ਜਾਵੇ ਜੀ। ਨਿਆ ਗਾਉਂ ਮੇਰੇ ਖਿਆਲ 'ਚ ਹੁਣ ਆਪਾਂ ਉਧਰੋਂ ਦੀ ਸਵਾਲ ਇੱਕ ਵਾਰ ਲਈਏ ਜੀ। ਮਾਜਰੀ ਤੋਂ ਜੁੜ ਰਹੇ ਨੇ ਜੀ ਲੋਕੀ ਫਿਰ ਤੋਂ। ਬਾਦਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਕੁਐਸਚਨ, ਮਾਜਰੀ ਦੇ ਨਾਲ ਜਿਹੜੀਆਂ ਕੰਢੇ ਦੀਆਂ ਪਹਾੜੀਆਂ ਹੈ, ਬਹੁਤ ਸਾਰੇ ਜਿਹੜੇ ਪਿੰਡ ਹੈ ਸਾਡੇ, ਉੱਥੇ ਤੁਸੀਂ ਪਿਛਲੀ ਸਰਕਾਰ ਵੇਲੇ ਟੂਰਿਜ਼ਮ ਦਾ ਇੱਕ ਪ੍ਰੋਜੈਕਟ ਲੈ ਕੇ ਆਏ ਸੀ, ਉਹ ਪ੍ਰੋਜੈਕਟ ਇਸ ਸਰਕਾਰ ਨੇ ਬੰਦ ਕਰ ਦਿੱਤਾ। ਦੂਜਾ, ਨਾਲ ਦੀ ਨਾਲ ਸਾਡੇ ਇਹਨਾਂ ਪਹਾੜੀਆਂ ਦੇ ਵਿੱਚ ਚੈੱਕ ਡੈਮ ਲੱਗੇ ਹੋਏ ਨੇ, ਜਿਹੜਾ ਪਾਣੀ ਦਾ ਉਹਨਾਂ ਚੈੱਕ ਡੈਮਾਂ ਤੋਂ ਇਸ ਇਲਾਕੇ ਵਾਸਤੇ ਪੀਣ ਵਾਸਤੇ ਵੀ ਸੋਧਿਆ ਜਾ ਸਕਦਾ, ਪਾਣੀ ਇਰੀਗੇਸ਼ਨ ਵਾਸਤੇ ਵੀ ਦਿੱਤਾ ਜਾ ਸਕਦਾ, ਜਾਂ ਗੰਗੂਵਾਲ ਰੋਪੜ ਤੋਂ ਡੇਰਾਬੱਸੀ ਤੱਕ ਇੱਕ ਕੱਚੀ ਨਹਿਰ ਕੱਢ ਕੇ ਉਹ ਪ੍ਰੋਜੈਕਟ ਵੀ ਇੱਥੇ ਲਿਆਇਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿੰਨੇ ਆਪਣੇ ਪਹਾੜੀ ਇਲਾਕੇ ਕੰਢੀ ਏਰੀਆ ਹੈ, ਇਹਦੇ 'ਚ ਚੈੱਕ ਡੈਮ ਬਣਾਉਣੇ ਬੜੇ ਜ਼ਰੂਰੀ ਹੈ। ਇਹਦੇ ਨਾਲ ਕੀ ਹੋ ਰਿਹਾ ਕਿ ਇਹਦੇ ਨਾਲ ਕੀ ਹੋਗਾ ਕਿ ਬਹੁਤ ਥੱਲੇ ਇਲਾਕੇ ਕੰਢੀ ਏਰੀਏ 'ਚ ਖੇਤੀ ਵਾਸਤੇ ਬੜਾ ਫਾਇਦਾ ਹੈ। ਬਾਦਲ ਸਾਹਿਬ ਪਿਛਲੀ ਵਾਰ ਉਹਨਾਂ ਨੇ ਕਈ ਚੈੱਕ ਡੈਮ ਬਣਾਏ ਸੀ, ਉਹਦੇ ਨਾਲ ਦੇ ਪਿੰਡਾਂ 'ਚ ਨਹਿਰੀ ਪਾਣੀ, ਉਹ ਆਪਣਾ ਪਾਣੀ ਦੀ ਖੇਤੀ ਵਾਸਤੇ ਪ੍ਰਬੰਧ ਹੋ ਗਿਆ। ਸੋ ਤਾਂ ਹੀ ਮੈਂ ਕਿਹਾ ਜਿਹੜਾ ਕੰਢੀ ਮਿਨਿਸਟਰੀ ਬਣਾਵਾਂਗੇ, ਪੂਰਾ ਕੰਢੀ ਏਰੀਆ ਮੈਨੂੰ ਲੱਗਦਾ ਤੁਸੀਂ ਆਪਣੇ ਡੇਰਾਬੱਸੀ ਤੋਂ ਲੈ ਕੇ ਪਠਾਨਕੋਟ ਤੱਕ ਸਾਰਾ ਕੰਢੀ ਏਰੀਆ, ਉੱਥੇ ਆਪਣੇ ਚੈੱਕ ਡੈਮ ਕਾਫੀ ਬਣਾਉਣ ਦੀ ਲੋੜ ਹੈ। ਜਿਵੇਂ ਹੀ ਚੈੱਕ ਡੈਮ ਬਣ ਜਾਣਗੇ ਤੇ ਜਿਹੜੇ ਨਾਲ ਦੇ ਕੰਢੀ ਏਰੀਆ ਹੈ ਜਿੱਥੇ ਕਿਸਾਨ ਹੈ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਣਾ ਜੀ। ਹੁਣ ਆਪਾਂ ਖਰੜ ਇੱਕ ਵਾਰ ਫਿਰ ਤੋਂ ਮੂਵ ਔਨ ਕਰਦੇ ਹਾਂ, ਤੇ ਹਾਂਜੀ ਖਰੜ ਕਨੈਕਟ ਕਰਾਓ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਬਾਦਲ ਸਾਹਿਬ ਵਾਸਤੇ ਹੈ। ਜਿਵੇਂ ਕਿ ਸਭ ਨੂੰ ਪਤਾ ਹੈ, ਸਟੇਟ ਦੀ ਲਾਈਫਲਾਈਨ ਇੰਡਸਟਰੀ ਹੁੰਦੀ ਹੈ,
ਔਰ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੀ ਅੱਧੇ ਤੋਂ ਜ਼ਿਆਦਾ ਇੰਡਸਟਰੀ ਇੱਥੋਂ ਭੱਜ ਚੁੱਕੀ ਹੈ, ਜਾ ਚੁੱਕੀ ਹੈ, ਦੂਸਰੇ ਸਟੇਟਾਂ 'ਚ ਸ਼ਿਫਟ ਹੋ ਚੁੱਕੀ ਹੈ। ਬਾਦਲ ਸਾਹਿਬ ਜੀ, ਤੁਹਾਡਾ ਵਿਜ਼ਨ ਇਸ ਬਾਰੇ ਕੀ ਹੈ ਵੀ ਆਉਣ ਵਾਲੀ ਤੁਹਾਡੀ ਸਰਕਾਰ ਦੇ ਵਿੱਚ ਇੰਡਸਟਰੀ ਨੂੰ ਵਾਪਸ ਲਿਆਉਣ ਬਾਰੇ ਔਰ ਨਵੇਂ ਇੰਪਲੋਇਮੈਂਟ ਕ੍ਰੀਏਟ ਕਰਨ ਬਾਰੇ ਤੁਹਾਡੇ ਕੀ ਮੇਰੀ ਜਿਹੜੀ ਬੜੀ ਕਲੀਅਰ ਥਾਟ ਪ੍ਰੋਸੈਸ ਹੈ ਕਿ ਜਿੰਨੇ ਕੰਢੀ ਏਰੀਆ ਤੇ ਬਾਰਡਰ ਏਰੀਆ ਹੈ, ਇਹਨਾਂ ਏਰੀਆ 'ਚ ਇੰਡਸਟਰੀ ਬਹੁਤ ਘੱਟ ਜਾਂਦੀ ਹੈ ਕਿਉਂਕਿ ਦੂਰ ਹੈ, ਪਰ ਅਸੀਂ ਉਹਨੂੰ ਇਨਸੈਂਟੀਵਾਈਜ਼ ਕਰਾਂਗੇ ਕੋਈ ਟੈਕਸ ਬ੍ਰੇਕਸ ਨਾਲ ਜਾਂ ਇੰਟਰਸਟ ਸਬਸਿਡੀ ਨਾਲ ਜਾਂ ਹੋਰ ਕਿਸੇ ਨਾਲ, ਜਿੰਨਾ ਇੱਥੇ ਇੰਡਸਟਰੀ ਲੱਗੇ। ਬਾਕੀ ਇੱਕ ਗੱਲ ਕਲੀਅਰ ਹੈ ਕਿ ਪੰਜਾਬ ਇੰਡਸਟਰੀ ਦੇ ਬਗੈਰ ਨਹੀਂ ਬਚ ਸਕਦਾ। ਇੰਡਸਟਰੀ ਉਹ ਜਿਹੜੀ ਪੰਜਾਬ ਨੂੰ ਸੂਟ ਕਰਦੀ ਹੈ। ਕਈ ਚੀਜ਼ਾਂ ਆਪਾਂ ਨੂੰ ਸੂਟ ਨਹੀਂ ਕਰਦੀਆਂ, ਕਈ ਚੀਜ਼ਾਂ ਆਪਣੇ ਸੂਟ ਕਰਦੀਆਂ। ਜਿਵੇਂ ਮੇਰੀ ਸੋਚ ਹੈ ਕਿ ਹਰ ਜ਼ਿਲ੍ਹੇ 'ਚ ਇੱਕ ਐਥਨੋਲ ਬਣਾਉਣ ਦਾ ਫੈਕਟਰੀ ਵੱਡੀ ਲਾਈ ਜਾਏ, ਡਿਸਟਿਲਰੀ ਲਾਈ ਜਾਏ ਐਥਨੋਲ ਦੀ। ਐਥਨੋਲ ਕੀ ਹੁੰਦਾ? ਪੈਟਰੋਲ 'ਚ ਬ੍ਰਾਜ਼ੀਲ ਵਰਗੇ ਮੁਲਕ 'ਚ ਸਾਰੀਆਂ ਗੱਡੀਆਂ ਐਥਨੋਲ ਨਾਲ ਚੱਲਦੀਆਂ। ਇੱਥੇ ਐਥਨੋਲ 50 ਰੁਪਏ ਦਾ, ਪੈਟਰੋਲ 80 ਰੁਪਏ ਦਾ ਹੈ। ਤੇ ਜੇ ਤੁਸੀਂ ਫੈਕਟਰੀ ਲਾ ਕੇ ਜਿੰਨੇ ਪੰਜਾਬ ਦੇ ਪੈਟਰੋਲ ਪੰਪ ਹੈ 25% ਅਸੀਂ ਐਥਨੋਲ ਨਾਲ ਮਿਕਸ ਕਰ ਲਈਏ ਤੇ ਦੇਖੋਗੇ ਕਿੰਨਾ ਰੇਟ ਵੀ ਸਸਤਾ ਹੋ ਸਕਦਾ ਹੈ। ਐਂਡ ਐਥਨੋਲ ਮੱਕੀ ਤੋਂ ਬਣਦਾ ਹੈ, ਆਪਣੇ ਤੁਸੀਂ ਇਹਦੇ ਚੋਂ ਜਿਹੜੇ ਗੰਨੇ ਤੋਂ ਵੀ ਬਣ ਜਾਂਦਾ ਹੈ, ਪਰਾਲੀ ਤੋਂ ਬਣ ਜਾਂਦਾ ਹੈ। ਸੋ ਜੇ ਤੁਸੀਂ ਐਥਨੋਲ ਦੀਆਂ ਫੈਕਟਰੀਆਂ ਲਾ ਦਿਓ ਕਿੰਨਾ ਵੱਡਾ ਫਾਇਦਾ ਹੋ ਜਾਊਗਾ। ਉਵੇਂ ਹੀ ਤੁਸੀਂ ਜਿਹੜਾ ਫੂਡ ਪ੍ਰੋਸੈਸਿੰਗ ਹੈ, ਵੈਜੀਟੇਬਲ ਪ੍ਰੋਸੈਸਿੰਗ ਹੈ, ਆਪਾਂ ਨੂੰ, ਕਿਉਂਕਿ ਜਿਹੜੇ ਮੁਲਕਾਂ ਨੇ ਆਪਣੀ ਖੇਤੀ ਨੂੰ ਪ੍ਰੋਸੈਸ ਕਰ ਲਿਆ, ਉਹ ਮੁਲਕਾਂ ਨੇ ਆਪਣੇ ਕਿਸਾਨਾਂ ਦੀ ਵੀ ਆਮਦਨ ਵਧਾਈ ਹੈ ਤੇ ਸੂਬੇ ਦੀ ਵੀ ਆਮਦਨ ਵਧਾਈ ਹੈ ਤੇ ਨੌਕਰੀਆਂ ਵੀ ਕ੍ਰੀਏਟ ਕੀਤੀਆਂ। ਮੈਂ ਪੋਲੈਂਡ ਦਾ ਐਗਜ਼ਾਮਪਲ ਪਹਿਲੇ ਦਿੰਦਾ ਸੀ। 20 ਸਾਲ ਪਹਿਲੇ ਪੋਲੈਂਡ ਵਿੱਚ ਇਕੱਲੇ 2% ਜਿੰਨਾ ਪੈਦਾ ਕਰਦੇ ਉਹ ਪ੍ਰੋਸੈਸ ਕਰਦੇ ਸੀ। ਅੱਜ ਦੀ ਤਰੀਕ 'ਚ 90% ਜੋ ਪੈਦਾ ਕਰਦੇ ਉਹ ਪ੍ਰੋਸੈਸ ਕਰਦੇ ਆ। ਸੋ ਮੇਰਾ ਟਾਰਗੇਟ ਹੈ ਅਗਲੇ 5-7 ਸਾਲ 10 ਸਾਲ ਦੇ ਅੰਦਰ ਘੱਟ ਤੋਂ ਘੱਟ 50-60% ਤੱਕ ਜੋ ਆਪਾਂ ਪੈਦਾ ਕਰਦੇ ਆ, ਜੇ ਆਪਾਂ ਪ੍ਰੋਸੈਸ ਕਰਨ ਲੱਗ ਜਾਈਏ, ਤੁਸੀਂ ਦੇਖੋਗੇ ਸੂਬਾ ਕਿਤੇ ਨਾ ਕਿਤੇ ਅੱਗੇ ਜਾ ਸਕਦਾ ਜੀ। ਮਾਜਰੀ ਇੱਕ ਵਾਰ ਫਿਰ ਤੋਂ ਚੱਲਦੇ ਜੀ। ਮਾਜਰੀ ਵੱਲੋਂ ਕੋਈ ਸਵਾਲ ਆ ਰਿਹਾ ਜੀ? ਹਾਂਜੀ। ਐਥਨੋਲ ਮੱਕੀ ਤੋਂ ਬਣਦਾ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੇਰਾ ਪ੍ਰਧਾਨ ਸਾਹਿਬ ਜੀ ਨੂੰ ਸਵਾਲ ਹੈ ਜੀ। ਸਵਾਲ ਮੇਰਾ ਇਹ ਹੈ ਕਿ ਸਾਡੇ ਹਲਕੇ 'ਚ ਪਿਛਲੀ ਵਾਰੀ ਆਪ ਦਾ ਐਮਐਲਏ ਜਿੱਤਿਆ ਸੀ, ਜੋ ਕਿ ਇੱਕ ਵੀਆਈਪੀ ਬਣ ਕੇ ਲੋਕਾਂ 'ਚ ਨਹੀਂ ਵਿਚ ਰਿਹਾ, ਤੇ ਅਸੀਂ ਚਾਹੁੰਦੇ ਵੀ ਸਰਕਾਰ ਤੇ ਜਨਤਾ ਵਿੱਚ ਜੋ ਫਾਸਲਾ ਉਹਨੂੰ ਘੱਟ ਕੀਤਾ ਜਾਵੇ। ਤੇ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ, ਸਾਨੂੰ ਤੁਸੀਂ ਗਿੱਲ ਸਾਹਿਬ ਦਿੱਤੇ ਸਾਡੇ ਹਲਕੇ ਲਈ, ਬਹੁਤ ਵਧੀਆ ਨੁਮਾਇੰਦੇ ਦਿੱਤੇ ਨੇ। ਧੰਨਵਾਦ ਜੀ। ਐਕਚੁਅਲੀ ਜਿਹੜੀ ਆਮ ਆਦਮੀ ਪਾਰਟੀ ਦਾ ਤੁਸੀਂ ਦੇਖੋਗੇ 4 ਐਮਪੀ ਪੰਜਾਬ ਤੋਂ ਜਿੱਤੇ, 3 ਭੱਜ ਗਏ। 20 ਐਮਐਲਏ ਜਿੱਤੇ, 11 ਭੱਜ ਗਏ। ਬਾਕੀ ਵੀ ਭੱਜਣ ਦੀ ਤਿਆਰੀ ਸੀ ਪਰ ਉਹਨਾਂ ਨੂੰ ਕੋਈ ਲੈਂਦਾ ਨਹੀਂ ਸੀ। ਤੁਸੀਂ ਆਮ ਆਦਮੀ ਪਾਰਟੀ ਦੇ ਜਿੱਥੋਂ ਐਮਐਲਏ ਲੜੇ ਹੈ, ਤੁਸੀਂ ਉਹਨਾਂ ਦੀ ਪਰਫਾਰਮੈਂਸ ਪਤਾ ਕਰੋ ਕੀ ਹੈ। ਸਾਰੀ ਨਿਲ ਪਰਫਾਰਮੈਂਸ ਹੈ। ਜਿੱਥੋਂ ਇਲੈਕਸ਼ਨ ਲੜੇ ਹੈ ਉੱਥੋਂ ਆਮ ਆਦਮੀ ਪਾਰਟੀ ਇੱਕ ਦੀ ਹਾਰੂਗੀ। ਇਹਦਾ ਮਤਲਬ ਕੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਕ੍ਰੈਡੀਬਿਲਿਟੀ ਹੈ ਨਹੀਂ। ਕੇਜਰੀਵਾਲ ਬਾਹਰ ਕੁਛ ਕਹਿੰਦੇ ਆ, ਇੱਥੇ ਕੁਛ ਕਹਿੰਦੇ ਆ। ਸੋ ਜਿਹੜੇ ਇਨਸਾਨ ਨਾਲ ਪੰਜਾਬ ਨਾਲ ਜੁੜੇ ਹੀ ਨਹੀਂ। ਹੁਣ ਮੈਂ ਕੰਧਾਂ ਤੇ ਦੇਖ ਰਿਹਾ ਲਿਖਿਆ ਕੇਜਰੀਵਾਲ ਨੂੰ ਮੌਕਾ ਦਿਓ। 5 ਸਾਲ ਪੰਜਾਬ 'ਚ ਕੇਜਰੀਵਾਲ ਵੜਿਆ ਹੀ ਨਹੀਂ। ਜਦੋਂ ਕਰੋਨਾ ਦਾ ਦੌਰ ਸੀ, ਜਦੋਂ ਪੰਜਾਬ ਦੀ ਜਨਤਾ ਨੂੰ ਲੋੜ ਸੀ, ਜਦੋਂ ਐਸਜੀਪੀਸੀ ਤੇ ਡੀਜੀਪੀਸੀ ਨੇ ਹਸਪਤਾਲ ਖੋਲ੍ਹੇ, ਗਿੱਲ ਸਾਹਿਬ ਵਰਗੇ ਲੀਡਰਾਂ ਨੇ ਆਪਣੇ ਲੰਗਰ ਸੇਵਾ ਕੀਤੀ, ਕਿਤੇ ਕੇਜਰੀਵਾਲ ਆਇਆ ਪੰਜਾਬ 'ਚ ਦੁੱਖ ਸੁੱਖ ਦੇ ਵਿੱਚ ਕਿਤੇ ਪੁੱਛਣ ਵਾਸਤੇ ਕਿ ਪੰਜਾਬ ਨੂੰ ਕੀ ਚੀਜ਼ ਦੀ ਲੋੜ ਹੈ, ਚਲੋ ਮੈਂ ਆ ਕੇ ਕੋਈ ਸੇਵਾ ਕਰਾਂ। ਤੇ ਹੁਣ ਅੱਜ ਕੱਲ੍ਹ ਕੰਧਾ ਲਿਖਿਆ ਕਿ ਕੇਜਰੀਵਾਲ ਨੂੰ ਮੌਕਾ ਦਿਓ। ਸੋ ਆਪਣੇ ਆਪਣੇ ਹੀ ਹੈ ਆ ਜਿਹੜੇ ਲੋਕ ਹੈ, ਆ ਜਿਹੜੀਆਂ ਪਾਰਟੀਆਂ ਹੈ। ਜਿਵੇਂ ਅੰਗਰੇਜ਼ ਹਿੰਦੁਸਤਾਨ 'ਚ ਆਏ, ਲੁੱਟ ਕੇ ਚਲੇ ਗਏ, ਉਹਨਾਂ ਅੰਗਰੇਜ਼ਾਂ ਨੂੰ ਕੋਈ ਦੇਸ਼ ਨਾਲ ਕੋਈ ਲਗਾ ਨਹੀਂ ਸੀ। ਉਵੇਂ ਨਾ ਕੇਜਰੀਵਾਲ ਨੂੰ ਪੰਜਾਬ ਨਾਲ ਲਗਾ ਹੈ। ਉਹ ਤਾਂ ਇੱਕ ਸੋਚਦਾ ਹੈ ਕਿ ਮੇਰੀ ਇੱਕ, ਜਿਵੇਂ ਹੁੰਦਾ ਨਾ, ਜਿਵੇਂ ਅੰਗਰੇਜ਼ਾਂ ਨੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ, ਫਿਰ ਆਪਣੇ ਬੰਗਲਾਦੇਸ਼ ਤੇ ਕਬਜ਼ਾ ਕਰ ਲਿਆ, ਫਿਰ ਹੋਰ ਕਿਸੇ ਦੂਸਰੇ ਸੂਬੇ ਦੇ ਕਬਜ਼ਾ, ਜਿਵੇਂ ਟਰੋਫੀ ਹੈ ਕਿ ਅਸੀਂ ਆਹ ਵੀ ਕਬਜ਼ਾ ਕਰ ਲਿਆ, ਆਹ ਕਬਜ਼ਾ। ਇਹਨਾਂ ਵਾਸਤੇ ਪੰਜਾਬ ਇੱਕ ਕਬਜ਼ਾ ਹੈ। ਹੁਣ ਯੂਪੀ 'ਚ ਵੀ ਲੱਗੇ ਹੈ, ਛੱਤੀਸਗੜ੍ਹ ਵੀ ਲੱਗੇ ਹੈ, ਹਰ ਜਗ੍ਹਾ ਜਾਣਾ। ਉਹਨਾਂ ਵਾਸਤੇ ਇੱਕ ਸੇਵਾ ਦਾ ਭਾਵ ਨਹੀਂ ਕਿ ਅਸੀਂ ਹਾਂ ਸਾਡਾ ਰਾਜ ਇੱਥੇ ਵੀ ਹੈ, ਇੱਥੇ ਹੈ। ਰਾਜ ਲੈਣਾ ਹੋਰ ਗੱਲ ਹੈ, ਸੂਬੇ ਨਾਲ ਲਗਾਵ ਰੱਖਣਾ ਹੋਰ ਗੱਲ ਹੈ ਜੀ।
ਸੋ ਕੋਸ਼ਿਸ਼ ਅਸੀਂ ਕਰ ਰਹੇ ਹਾਂ ਕਿ ਹਰ ਇੱਕ ਸਵਾਲ, ਹਰ ਇੱਕ ਦਾ ਸਵਾਲ ਅਸੀਂ ਆਪਣੇ ਇਸ ਲਾਈਵ ਜਿਹੜੀ ਇੰਟਰੈਕਸ਼ਨ ਹੋ ਰਹੀ ਹੈ, ਫਿਲਹਾਲ ਵਰਚੁਅਲ ਹਲਕਾ ਸੰਵਾਦ ਜਿਹੜਾ ਹੋ ਰਿਹਾ ਇਹਦੇ ਵਿੱਚ ਲਾਈਏ। ਲਾਸਟ ਆਪਾਂ ਹੁਣ ਸਵਾਲ ਲਵਾਂਗੇ ਜੀ ਖਰੜ ਹਲਕੇ ਤੋਂ। ਹਾਂਜੀ, ਪ੍ਰਧਾਨ ਜੀ ਰਾਮ ਰਾਮ ਜੀ। ਮੇਰਾ ਪਹਿਲਾ ਸਵਾਲ ਐਜੂਕੇਸ਼ਨ ਦੇ ਮਾਧਿਅਮ ਤੋਂ ਹੈ ਕਿ ਸਾਡੇ ਇਲਾਕੇ ਜਿਹੜੇ ਪਿੰਡ ਨੇ ਉੱਥੇ +2 ਦੇ ਸਕੂਲ ਨੇ ਜੀ, ਪਰ ਸਿਰਫ ਉੱਥੇ ਆਰਟਸੇ ਪੜ੍ਹਾਈ ਜਾਂਦੀ ਹੈ, ਕੋਈ ਮੈਡੀਕਲ ਨਹੀਂ, ਕੋਈ ਨੋਨ ਮੈਡੀਕਲ ਨਹੀਂ ਤੇ ਕੋਈ ਕਮਰਸ ਨਹੀਂ। ਹਾਲ ਤੱਕ ਟੀਚਰ ਨਹੀਂ ਹੈਗੇ ਜੀ ਤੇ ਬੱਚਿਆਂ ਨੂੰ ਮਜਬੂਰਨ ਪੜ੍ਹਾਈ ਛੱਡਣੀ ਪੈਂਦੀ ਆ, ਬਾਹਰ ਜਾਣਾ ਪੈਂਦਾ। ਤੇ ਮੇਰਾ ਦੂਜਾ ਸਵਾਲ ਹੈ ਸਰ ਕਿ ਤੁਸੀਂ ਲੋਕਾਂ ਨੂੰ ਇੱਕ ਜ਼ਰੂਰ ਦੱਸੋ ਕਿ ਐਜੂਕੇਸ਼ਨ ਤੇ ਹੈਲਥ ਬਾਰੇ ਆਪਣੀ ਰਣਨੀਤੀ ਜ਼ਰੂਰ ਦੱਸਿਓ। ਰਾਮ ਰਾਮ ਜੀ। ਜਿਹੜੇ ਮੇਰੇ ਵੀਰ ਨੇ ਆ ਗੱਲ ਕੀਤੀ ਹੈ, ਮੈਂ ਉਹਦਾ ਹੀ ਜਵਾਬ ਮੈਂ ਪਹਿਲੇ ਦੇ ਰਿਹਾ ਸੀ। ਹਾਂਜੀ, ਕਿ ਜਿੰਨੇ ਵੀ ਸਰਕਾਰੀ ਸਕੂਲ ਹੈ ਉੱਥੇ ਨਾ ਕਮਰਸ ਆ, ਨਾ ਨਾਨ ਮੈਡੀਕਲ ਹੈ, ਨਾ ਮੈਡੀਕਲ ਹੈ, ਇਕੱਲੇ 2 ਟੀਚਰ ਹੈ। ਤਾਈਓ ਇਹਨਾਂ ਨੇ ਗੱਲ ਸਹੀ ਕੀਤੀ ਕਿ ਸਾਰੇ ਬੱਚੇ ਜਾਂ ਪੜ੍ਹਨਾ ਛੱਡ ਦਿੰਦੇ ਆ, 10ਵੀਂ ਦੇ ਬਾਅਦ ਛੱਡ ਦਿੰਦੇ ਆ, ਜਾਂ 12ਵੀਂ ਚ ਬਾਅਦ ਛੱਡ ਦਿੰਦੇ ਆ, ਜਾਂ ਫਿਰ ਬਾਹਰ ਆਈਲੈਂਡ ਕਰਕੇ ਚਲੇ ਜਾਂਦੇ ਆ, ਉੱਥੇ ਕੁਝ ਵੀ ਕੰਮ ਮਿਲ ਜੇ। ਮੇਰੀ ਜਿਹੜੀ ਸੋਚ ਬੜੀ ਕਲੀਅਰ ਹੈ। ਜਿਵੇਂ ਤੁਹਾਡਾ ਖਰੜ ਹਲਕਾ ਹੈ, ਖਰੜ ਹਲਕੇ ਦੀ 3 ਲੱਖ ਤਕਰੀਬਨ ਵੋਟ ਹੈ। ਮਤਲਬ ਤੁਸੀਂ ਇੱਥੇ ਘੱਟ ਤੋਂ ਘੱਟ ਅਸੀਂ 12 ਵੱਡੇ 5000 ਬੱਚੇ ਦੇ ਵੱਡੇ ਸਕੂਲ ਬਣਾਵਾਂਗੇ। ਜਿਵੇਂ ਪਹਾੜੀਆਂ ਦੇ ਵਿੱਚ ਖੋਰੇ ਜੇ ਸਾਰੇ, ਜਿੱਥੇ ਨਾਲ ਦੇ 20-25 ਪਿੰਡ ਦੇ ਬੱਚੇ ਉਸੇ ਸਕੂਲ 'ਚ ਆਉਣ, ਜਿੱਥੇ ਹਰ ਕਿਸਮ ਦੇ ਟੀਚਰ ਹੋਣਗੇ। 5000 ਬੱਚੇ ਦਾ ਮਤਲਬ 100 ਟੀਚਰ ਹੋਊਗਾ, 50 ਬੱਚਿਆਂ ਮਗਰ ਇੱਕ ਟੀਚਰ। ਉੱਥੇ ਸਾਇੰਸ ਦੀ ਵੀ ਲੈਬੋਰਟਰੀ ਹੈ, ਕੰਪਿਊਟਰ ਦੀ ਵੀ ਲੈਬੋਰਟਰੀ ਹੈ, ਨਾਨ ਮੈਡੀਕਲ ਦੀਆਂ ਵੀ ਲੈਬੋਰਟਰੀਜ਼ ਹੈਗੀਆਂ। ਸੋ ਇੱਕ ਅਸਲੀ ਸਕੂਲ ਹੋਊਗਾ। ਆ ਜਿਹੜੀ ਖਾਨਾ ਪੂਰਤੀ ਕੰਮ ਹੈ, ਜਿਹੜਾ ਪਿਛਲੇ ਪੰਜਾਬ 'ਚ ਨਹੀਂ ਪੂਰੇ ਦੇਸ਼ 'ਚ ਹੀ ਚੱਲੀ ਜਾਂਦਾ ਵਾ, ਪੰਜਾਬ ਦੀ ਵੀ ਨਹੀਂ ਗੱਲ ਕਰਦਾ, ਦੂਰੇ ਦੇਸ਼ 'ਚ ਵੀ ਆ ਜਿਹੜੇ ਜਿੰਨੇ ਸਰਕਾਰੀ ਸਕੂਲ ਸਿਸਟਮ ਹੈ ਫੇਲ ਇਸ ਲਈ ਹੈ ਕਿਉਂਕਿ ਛੋਟੇ ਹੈ। 2 ਟੀਚਰ 3 ਟੀਚਰ। ਪੰਜਾਬੀ ਦਾ ਟੀਚਰ ਸਾਇੰਸ ਨਹੀਂ ਪੜ੍ਹਾ ਸਕਦਾ, ਪਰ ਆਪਾਂ ਸੋਚਦੇ ਹਾਂ ਕਿ ਸਕੂਲ ਭੇਜ ਦਿੱਤਾ। ਸੋ ਮੇਰਾ ਪੂਰਾ ਪਲਾਨ ਹੈ ਕਿ ਐਜੂਕੇਸ਼ਨ ਵਾਸਤੇ ਮੈਂ ਕਿਹਾ ਜੀ। ਗਿੱਲ ਸਾਹਿਬ, ਹੁਣ ਹਾਲਾਂਕਿ ਸਵਾਲ ਬਹੁਤ ਸਾਰੇ ਨੇ ਪਰ ਸਮਾਂ ਵੀ ਕਿਤੇ ਨਾ ਕਿਤੇ ਆਪਾਂ ਧਿਆਨ ਵਿੱਚ ਰੱਖਣਾ ਪੈਣਾ ਹੈ। ਜਾਂਦੇ ਜਾਂਦੇ ਇੱਕ ਸਵਾਲ ਤੁਹਾਨੂੰ ਹੈ ਜੀ, ਪਿਛਲੀ ਵਾਰ ਵੀ ਲੋਕਾਂ ਨੇ ਵਿਸ਼ਵਾਸ ਕੀਤਾ ਸੀਗਾ ਆਪ ਦੇ ਉਮੀਦਵਾਰ ਦੇ ਉੱਤੇ, ਪਰ ਹੁਣ ਲਵਾਰਿਸ ਪਿਆ ਜੀ ਉਹ ਹਲਕਾ, ਖਰੜ ਹਲਕਾ ਖਾਸ ਤੌਰ ਤੇ ਇੱਕ ਬਹੁਤ ਵੱਡਾ ਵੋਟਰ ਬੈਂਕ ਹੈ ਜੀ ਉੱਥੇ। ਤੁਹਾਡੇ ਤੇ ਖਰੜ ਦੇ ਜਿਹੜੇ ਹਲਕਾ ਦੇ ਵੋਟਰਸ ਨੇ ਉਹ ਕਾਹਤੋਂ ਤੁਹਾਡੇ ਤੇ ਵਿਸ਼ਵਾਸ ਕਰਨ, ਕਿਹੜੀ ਗੱਲੋਂ ਤੁਹਾਨੂੰ ਵੋਟ ਪਾਉਣ ਜੀ? ਇਹਦਾ ਜਵਾਬ ਸਾਨੂੰ ਦਿਖ ਜਾਵੇ ਜੀ। ਦੇਖੋ ਇਸ ਤਰ੍ਹਾਂ ਜੀ, ਉਹਨਾਂ ਨਾਲ ਜੋ ਇਹਨਾਂ ਨੇ ਆਪਣਾ ਇੱਥੋਂ ਅਸੀਂ ਇਲੈਕਟ ਕੀਤਾ ਸੀ ਸਾਡੇ ਹਲਕੇ ਨੇ, ਉਹ ਤਾਂ ਲੋਕ ਅੱਜ ਠੱਗਿਆ ਮਹਿਸੂਸ ਕਰਦੇ ਨੇ। ਜਿੱਥੋਂ ਤੱਕ ਤੁਸੀਂ ਮੇਰੀ ਗੱਲ ਕੀਤੀ ਹੈ ਵੀ ਲੋਕ ਕਿਉਂ ਵਿਸ਼ਵਾਸ ਕਰਨ, ਦੇਖੋ ਅਸੀਂ 5 ਸਾਲ ਲੋਕਾਂ 'ਚ ਕੰਮ ਕੀਤਾ। 11 ਮਾਰਚ ਨੂੰ ਆਪਣਾ ਰਿਜ਼ਲਟ ਆਇਆ ਸੀ ਇਲੈਕਸ਼ਨ ਦਾ, ਤੇ ਅਸੀਂ 18 ਮਾਰਚ ਨੂੰ ਇੱਕ ਟੂਰਨਾਮੈਂਟ ਸੀ ਚਟੌਲੀ ਪਿੰਡ 'ਚ, ਅਸੀਂ ਉਹਦੇ ਸ਼ਾਮਲ ਹੋ ਗਏ ਸੀ। ਸੋ ਹਫ਼ਤੇ ਬਾਅਦ ਹੀ ਅਸੀਂ ਆਪਣੇ ਹਲਕੇ ਚਲੇ ਗਏ ਸੀ। ਕੋਈ ਮਨ 'ਚ ਰੋਸ ਨਹੀਂ ਸੀ, ਕੋਈ ਗਿਲਾ ਨਹੀਂ ਸੀ, ਕੋਈ ਸ਼ਿਕਵਾ ਨਹੀਂ ਸੀ, ਸਿਰਫ ਇਹ ਸੀ ਵੀ ਅਸੀਂ ਸੇਵਾ ਕਰਨੀ ਹਲਕੇ ਦੀ। ਠੀਕ ਹੈ, ਪਰਮਾਤਮਾ ਨੇ ਇਸ ਵਾਰ ਨਹੀਂ ਦਿੱਤੀ, ਅੱਗੇ ਨੂੰ ਸਹੀ। ਸੋ 5 ਸਾਲ ਅਸੀਂ ਲੋਕਾਂ 'ਚ ਵਿਚਰੇ ਨੇ, ਹਰ ਦੇ ਦੁੱਖ ਦੇ ਸੁੱਖ ਦੇ, ਖੁਸ਼ੀ 'ਚ ਗਮੀ 'ਚ। ਜਦੋਂ ਮਾੜਾ ਸਮਾਂ ਆਇਆ ਉਹਦੇ ਵਿੱਚ ਕਿਤੇ ਹੜ੍ਹ ਆ ਗਏ, ਕਿਤੇ ਅੱਗ ਲੱਗੀ, ਜਿੰਨੇ ਖੇਡ ਮੇਲੇ, ਜਿੰਨੇ ਧਾਰਮਿਕ ਸਮਾਗਮ, ਕਿਸੇ ਗਰੀਬ ਕੁੜੀਆਂ ਦੇ ਵਿਆਹ, ਮਤਲਬ ਅਸੀਂ ਹਰ ਇੱਕ ਦੇ, ਕੋਈ ਬਿਮਾਰ ਲੋਕ ਨੇ ਉਹਨਾਂ ਦੀ ਹੈਲਪ, ਹਰ ਇੱਕ ਦੇ ਨਾਲ ਅਸੀਂ ਖੜੇ ਨੇ। ਸੋ ਅੱਜ ਤੁਸੀਂ ਜਾ ਕੇ ਹਲਕੇ 'ਚ ਪੁੱਛੋ, ਲੋਕ ਮਤਲਬ ਦਿਲੋਂ ਪਿਆਰ ਕਰਦੇ ਨੇ, ਦਿਲੋਂ ਖੜੇ ਨੇ ਸਾਡੇ ਨਾਲ। ਵੀ ਉਹ ਲੋਕ ਨੇ ਜਿਹੜੇ ਹਾਰਨ ਦੇ ਬਾਵਜੂਦ, ਜਦ ਕਿ ਡਿਊਟੀ ਉਹਨਾਂ ਨੁਮਾਇੰਦਿਆਂ ਦੀ ਸੀ ਜਿਹੜੇ ਅਸੀਂ ਜਿਤਾ ਕੇ ਭੇਜੇ ਸੀ, ਲੇਕਿਨ ਉਹ ਨਹੀਂ ਆਏ, ਪਰ ਇਹ 5 ਸਾਲ ਸਾਡੇ 'ਚ ਹਾਜ਼ਰ ਰਹੇ ਨੇ। ਇਸ ਕਰਕੇ ਮੈਂ ਉਸ ਆਧਾਰ 'ਤੇ ਅਸੀਂ ਲੋਕਾਂ ਨੂੰ ਬੇਨਤੀ ਵੀ ਕਰਦੇ ਔਰ ਲੋਕ ਸਾਨੂੰ ਪਿਆਰ ਤੇ ਸਤਿਕਾਰ ਵੀ ਦੇ ਰਹੇ ਜੀ। ਉਮੀਦ ਕਰਦੇ ਹਾਂ ਕਿ ਤੁਹਾਡੇ ਸਵਾਲਾਂ ਤੇ ਖਰੇ ਉਤਰੇ ਹੋਣੇ ਆ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਰਣਜੀਤ ਸਿੰਘ ਗਿੱਲ ਜੀ, ਉਮੀਦਵਾਰ ਖਰੜ ਹਲਕਾ। ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਲਾਈਵ ਸ਼ੋਅ ਜਿਹੜਾ ਅਸੀਂ ਕਰ ਰਹੇ ਹਾਂ ਵਰਚੁਅਲ ਹਲਕਾ ਸੰਵਾਦ, ਇਹਦੇ ਜ਼ਰੀਏ ਤੁਹਾਡੇ ਸਵਾਲਾਂ ਨੂੰ ਲਿਆ ਜਾਵੇ। ਤੁਸੀਂ ਲਾਈਵ ਕੋਈ ਵੀ ਸਵਾਲ ਹੈ, ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਬੇਝਿਜਕ ਤੁਸੀਂ ਬਾਦਲ ਸਾਹਿਬ ਨੂੰ ਪੁੱਛ ਸਕਦੇ ਹੋ, ਆਪਣੇ ਹਲਕਾ ਉਮੀਦਵਾਰ ਨੂੰ ਪੁੱਛ ਸਕਦੇ ਹੋ। ਅੱਜ ਹਲਕਾ ਖਰੜ ਦੀ ਅਸੀਂ ਗੱਲ ਕੀਤੀ ਹੈ ਜੀ। ਸੋ ਇਹ ਫਸਟ ਆਫ ਆਲ ਮਤਲਬ ਪਹਿਲੀ ਦਫਾ ਪੂਰੇ ਹਿੰਦੁਸਤਾਨ 'ਚ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਕਿ ਇਕੱਠ ਨਾ ਕੀਤਾ ਜਾਵੇ ਤੇ ਅਸੀਂ ਲੋਕਾਂ ਨਾਲ ਵੀ ਜੁੜੀਏ, ਕਿਉਂਕਿ ਉਹਨਾਂ ਦੇ ਸਵਾਲ ਪੁੱਛਣੇ ਬੇਹੱਦ ਜ਼ਰੂਰੀ ਨੇ। ਇਲੈਕਸ਼ਨਸ ਬਹੁਤ ਨਜ਼ਦੀਕ ਨੇ ਜੀ।
ਫਿਲਹਾਲ ਅੱਜ ਦੇ ਸ਼ੋਅ ਨੂੰ ਅਸੀਂ ਇੱਥੇ ਐਂਡ ਅਪ ਕਰਾਂਗੇ। ਜੇ ਹੋਰ ਵੀ ਕੋਈ ਸਵਾਲ ਹੋਇਆ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਕਨੈਕਟ ਕਰ ਸਕਦੇ ਹੋ। ਪਾਰਟੀ ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਸਵਾਲ ਸਾਡੀ ਟੀਮ ਦੇ ਲਈ ਮੈਸੇਜ ਕੋਈ ਛੱਡਣਾ ਹੈਗਾ, ਤੁਸੀਂ ਸੋਸ਼ਲ ਸਾਈਟਸ ਤੇ ਵੀ ਸਾਡੇ ਲਈ ਮੈਸੇਜ ਛੱਡ ਸਕਦੇ ਹੋ। ਤੇ ਫਿਲਹਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਧੰਨਵਾਦ ਬਾਦਲ ਸਾਹਿਬ, ਧੰਨਵਾਦ ਗਿੱਲ ਸਾਹਿਬ, ਤੁਹਾਡਾ ਧੰਨਵਾਦ ਜੀ।